ਆਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਮਿਹਰ ਕੀਤੀ ਹੈ ਸਾਡੇ ਉੱਤੇ ਸਾਰਿਆਂ ਉੱਤੇ। ਗੁਰਦੇਵ ਪਿਤਾ ਨੇ ਸਾਡੇ ਉੱਤੇ ਟੁੱਟ ਕੇ ਖੁਸ਼ ਹੋ ਕੇ ਤਰਸ ਕਰਕੇ ਸਾਨੂੰ ਸਾਰਿਆਂ ਨੂੰ ਸਤਸੰਗ ਦੀਆਂ ਘੜੀਆਂ ਬਖਸ਼ ਕੇ ਨਿਵਾਜਿਆ ਹੈ। ਗੁਰੂ ਦੀ ਬਖਸ਼ੀ ਹੋਈ ਮੱਤ, ਗੁਰਦੇਵ ਪਿਤਾ ਦੀ ਬਖਸ਼ੀ ਹੋਈ ਬੁੱਧ ਦੇ ਅਨੁਸਾਰ ਆਪਾਂ ਲਗਾਤਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਅੰਮ੍ਰਿਤਮਈ ਇਤਿਹਾਸ ਦੀ ਹਰ ਰੋਜ਼ ਵਿਚਾਰ ਕਰਦੇ ਹਾਂ। ਸਾਧ ਸੰਗਤ, ਕੱਲ ਆਪ ਜੀ ਨੇ ਰਲ ਮਿਲ ਕੇ ਜੋ ਵਿਚਾਰ ਕੀਤੀ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰ ਰਹੇ ਨੇ ਮੋਦੀ ਖਾਨੇ ਦੇ ਵਿੱਚ ਬਿਰਾਜਮਾਨ ਹੋ ਕੇ। ਲੋੜਵੰਦਾਂ ਦੀ ਉਹਨਾਂ ਦੀ ਮਦਦ ਕਰਨੀ, ਭੁੱਖਿਆਂ ਨੂੰ ਭੋਜਨ, ਨੰਗਿਆਂ ਨੂੰ ਵਸਤਰ ਦੇਣਾ, ਹੋਰ ਜਿਹਨੂੰ ਜਿਸ ਪ੍ਰਕਾਰ ਦਾ ਵੀ ਕੋਈ ਦੁੱਖ ਤਕਲੀਫ ਹੈ, ਸਤਿਗੁਰੂ ਜੀ ਉਹਨਾਂ ਦੀਆਂ ਦੁੱਖਾਂ ਤਕਲੀਫਾਂ ਨੂੰ ਹਰਦੇ ਨੇ, ਵਿਘਨਾਂ ਦਾ ਨਾਸ਼ ਕਰਦੇ ਨੇ। ਜਿਨ੍ਹਾਂ ਦੇ ਉੱਤੇ ਪਾਤਸ਼ਾਹ ਜੀ ਦੀ ਮਿਹਰ ਭਰੀ ਨਜ਼ਰ ਹੋ ਜਾਂਦੀ ਹੈ, ਉਹ ਨਦਰੀ ਨਦਰ ਨਿਹਾਲ ਹੋ ਜਾਂਦੇ ਨੇ। ਸਾਧ ਸੰਗਤ ਜੀਓ, ਪਾਤਸ਼ਾਹ ਨੇ ਆਪਣੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੂੰ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਦੀ ਗੋਦ ਵਿੱਚ ਸੌਂਪ ਦਿੱਤਾ। ਉਹਨਾਂ ਨੂੰ ਕਿਹਾ, ਇਹ ਤੁਹਾਡਾ ਪੁੱਤਰ ਹੈ, ਤੁਸੀਂ ਇਹਦੀ ਪਾਲਣਾ ਪੋਸ਼ਣਾ ਕਰੋ, ਇਹਦੇ ਨਾਲ ਖੇਡੋ, ਆਨੰਦ ਮਾਣੋ, ਖੁਸ਼ੀਆਂ ਮਾਣੋ। ਮਨ ਦੇ ਵਿੱਚ ਜੋ ਪੁੱਤਰ ਦਾ ਫੁਰਨਾ ਸੀ ਉਹ ਪੂਰਾ ਹੋ ਗਿਆ। ਨਗਰ ਦੇ ਨੇੜੇ ਹੀ, ਸੁਲਤਾਨਪੁਰ ਦੇ ਨੇੜੇ ਮੈਲ ਸਿੰਘਾਂ ਨਗਰ ਹੈ, ਉੱਥੇ ਇੱਕ ਭਾਗੀਰਥ ਨਾਮ ਦਾ ਦੇਵੀ ਦਾ ਉਪਾਸ਼ਕ, ਜਿਹੜਾ ਕਾਲੀ ਦਾ ਉਪਾਸ਼ਕ ਹੈ, ਕਾਲੀ ਦੇਵੀ ਦੀ ਪੂਜਾ ਕਰਦਾ ਹੈ, ਬੜੀ ਸ਼ਰਧਾ ਬੜੀ ਭਾਵਨਾ ਦੇ ਨਾਲ, ਬੜੀ ਸੁੱਚਤਾ ਰੱਖਦਾ ਜਦੋਂ ਦੇਵੀ ਦੀ ਪੂਜਾ ਕਰਦਾ। ਪੂਜਾ ਦੇ ਵਿੱਚ ਇੰਨਾ ਕੁ ਮਸਤ ਰਹਿੰਦਾ ਹੈ ਕਿ ਹਰ ਸਮੇਂ ਜਦੋਂ ਵੀ ਸਮਾਂ ਮਿਲਦਾ ਹੈ, ਉਹਨੇ ਆਪਣੇ ਘਰ ਦੇ ਵਿੱਚ ਹੀ, ਘਰ ਦੇ ਨੇੜੇ ਹੀ ਬੜਾ ਸੁੰਦਰ ਦੇਵੀ ਦਾ ਮੰਦਿਰ ਬਣਾਇਆ ਹੈ। ਉਹਦੇ ਵਿੱਚ ਵੱਡੀ ਸਾਰੀ ਦੇਵੀ ਦੀ ਮੂਰਤੀ ਦੀ ਸਥਾਪਨਾ ਕੀਤੀ ਹੈ, ਜਿਹਦੀ ਅੱਖਾਂ ਲਾਲ, ਗਲ ਦੇ ਵਿੱਚ ਬਹੁਤ ਸਾਰੇ ਨਰ ਮਨੁੱਖਾਂ ਦੇ ਖੋਪਰ, ਉਹਦੀ ਮਾਲਾ ਪਾਈ ਹੋਈ ਹੈ। ਔਰ ਇਹ ਹਰ ਸਮੇਂ ਜਦੋਂ ਦਿਲ ਕਰਦਾ ਉਹਦੇ ਆ ਕੇ ਸਵੇਰੇ ਸ਼ਾਮ ਪੂਜਾ ਵਿੱਚ ਲੱਗ ਜਾਂਦਾ ਹੈ, ਆਰਤੀਆਂ ਕਰਦਾ, ਪੂਜਾ ਅਰਚਨਾ ਕਰਦਾ, ਮੰਤਰਾਂ ਦੇ ਜਾਪ ਕਰਦਾ। ਇੱਕ ਦਿਨ ਕੀ ਹੋਇਆ, ਜਦੋਂ ਮੰਦਿਰ ਦੇ ਵਿੱਚ ਆ ਕੇ ਪੂਜਾ ਅਰਚਨਾ ਕਰ ਰਿਹਾ ਸੀ, ਪੂਜਾ ਅਰਚਨਾ ਦੇ ਵਿੱਚ ਐਸਾ ਮਨ ਲੱਗਿਆ, ਨਿਤ ਨਵੇਂ ਨਾਮ ਲੈ ਲੈ ਕੇ ਦੇਵੀ ਨੂੰ ਯਾਦ ਕਰਨ ਵਾਲਾ, ਐਸਾ ਭਗਤੀ ਦੇ ਵਿੱਚ, ਐਸਾ ਦੇਵੀ ਦੀ ਪੂਜਾ ਦੇ ਵਿੱਚ ਲੀਨ ਹੋ ਗਿਆ ਤੇ ਆਪਣੇ ਘਰ ਜਾਣ ਦੀ ਵੀ ਸੁੱਧ ਬੁੱਧ ਭੁੱਲ ਗਈ। ਸਵੇਰ ਤੋਂ ਲੱਗਾ, ਸ਼ਾਮਾਂ ਪੈ ਗਈਆਂ, ਰਾਤ ਬੀਤਣ ਵਾਲੀ ਹੋ ਗਈ। ਜਦੋਂ ਅੱਧੀ ਕੁ ਰਾਤ ਬੀਤੀ, ਦੇਵੀ ਦੀ ਪੂਜਾ ਕਰਦੇ ਨੂੰ ਸਾਧ ਸੰਗਤ ਜੀਓ, ਇਹ ਥੋੜ੍ਹਾ ਜਿਹਾ ਆਲਸ ਨੂੰ ਪਿਆ, ਨੀਂਦ ਆਈ, ਉੱਥੇ ਮੰਦਿਰ ਦੇ ਵਿੱਚ ਹੀ ਲੰਮਾ ਪੈ ਗਿਆ। ਨੀਂਦ ਆਈ ਹੈ, ਨੀਂਦ ਦੇ ਵਿੱਚ ਦੇਵੀ ਨੇ ਸੁਪਨੇ ਦੇ ਵਿੱਚ ਆ ਕੇ ਪੁੱਛਿਆ ਕਿ ਇਹ ਭਗਤ, ਤੂੰ ਬਹੁਤ ਸੇਵਾ ਕਰਦਾ ਹੈ, ਬੜੀ ਪੂਜਾ ਅਰਚਾ ਕਰਦਾ, ਮੰਗ ਕੀ ਮੰਗਦਾ, ਕੀ ਤੇਰੇ ਮਨ ਦੀ ਭਾਵਨਾ ਹੈ? ਤਾਂ ਇਹਨੇ ਕਿਹਾ, ਮੈਨੂੰ ਮੇਰੇ ਆਪਣੇ ਆਪ ਦਾ ਗਿਆਨ ਕਰਾ ਦਿਓ, ਮੈਨੂੰ ਅੰਤਰ ਆਤਮੀ ਗਿਆਨ ਹੋ ਜਾਵੇ, ਮੈਂ ਆਪਣੇ ਆਪ ਨਾਲ ਮਿਲ ਸਕਾਂ। ਹੇ ਦੇਵੀ, ਕਿਰਪਾ ਕਰਕੇ ਮੈਨੂੰ ਮੁਕਤੀ ਬੰਧਨਾਂ ਤੋਂ ਮੁਕਤ ਕਰ ਦੇ, ਮੈਨੂੰ ਆਪਣੇ ਆਪ ਤੋਂ ਮੁਕਤ ਕਰ ਦੇ, ਇਹੋ ਜਿਹੀ ਬਖਸ਼ਿਸ਼ ਕਰ ਦੇ। ਜਦੋਂ ਇਹਨੇ ਅਰਦਾਸ ਕੀਤੀ ਤਾਂ ਦੇਵੀ ਨੇ ਕਿਹਾ ਕਿ ਮੈਂ ਤੈਨੂੰ ਮੁਕਤ ਨਹੀਂ ਕਰ ਸਕਦੀ, ਮੈਂ ਤੈਨੂੰ ਅੰਤਰ ਆਤਮੀ ਗਿਆਨ ਨਹੀਂ ਬਖਸ਼ ਸਕਦੀ। ਹਾਂ, ਇੱਕ ਗੱਲ ਹੈ ਕਿ ਮੈਂ ਤੈਨੂੰ ਮਾਰਗ ਦੱਸ ਦਿੰਦੀ ਹਾਂ, ਰਸਤਾ ਦੱਸ ਦਿੰਦੀ ਹਾਂ, ਜਿੱਥੇ ਜਾ ਕੇ ਤੈਨੂੰ ਮੁਕਤੀ ਮਿਲ ਸਕਦੀ ਹੈ, ਜਿੱਥੇ ਜਾ ਕੇ ਤੇਰਾ ਅੰਤਰ ਆਤਮੀ ਗਿਆਨ ਤੈਨੂੰ ਪ੍ਰਾਪਤ ਹੋ ਸਕਦਾ ਹੈ, ਤੂੰ ਆਪਣੇ ਆਪ ਨਾਲ ਮਿਲ ਸਕਦਾ ਹੈ, ਆਪਣੇ ਆਪ ਦੀ ਤੈਨੂੰ ਸੋਝੀ ਹੋ ਸਕਦੀ ਹੈ। ਸਾਧ ਸੰਗ ਜੀ, ਇਸ ਪ੍ਰਕਾਰ ਦੇਵੀ ਨੇ ਜਦੋਂ ਕਿਹਾ ਕਿ ਮੈਂ ਤੈਨੂੰ ਉਹ ਠਿਕਾਣਾ, ਉਹ ਮਾਰਗ ਦੱਸ ਦਿੰਦੀ ਹਾਂ, ਤਾਂ ਇਹਨੇ ਹੱਥ ਜੋੜ ਕੇ ਪੁੱਛਿਆ ਕਿ ਉਹ ਮਾਰਗ ਕੀ ਹੈ? ਤਾਂ ਦੇਵੀ ਨੇ ਕਿਹਾ, ਤੇਰੇ ਨਗਰ ਦੇ ਨੇੜੇ ਹੀ ਸੁਲਤਾਨਪੁਰ ਦੇ ਵਿੱਚ
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਇੱਕ ਦੁਕਾਨ ਦੇ ਉੱਤੇ ਮੋਦੀਖਾਨੇ ਦੇ ਉੱਤੇ ਬੈਠੇ ਨੇ, ਜਗਤ ਜਲੰਦੇ ਨੂੰ ਤਾਰਨ ਵਾਸਤੇ ਆਪ ਕਰਤਾਰ ਨੇ ਅਵਤਾਰ ਧਾਰਨ ਕੀਤਾ, ਮਨੁੱਖਾ ਜਨਮ ਧਾਰਨ ਕੀਤਾ। ਉਹਨਾਂ ਦੀ ਸ਼ਰਨ ਵਿੱਚ ਚਲਾ ਜਾ, ਜੇ ਉਹ ਕਿਰਪਾ ਕਰ ਦੇਣ, ਜੇ ਉਹ ਬਖਸ਼ਿਸ਼ ਕਰ ਦੇਣ, ਤੈਨੂੰ ਅੰਤਰ ਆਤਮੇ ਗਿਆਨ ਹੋ ਸਕਦਾ ਹੈ, ਤੈਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ, ਤੂੰ ਬੰਧਨਾਂ ਤੋਂ, ਜਨਮਾਂ ਤੋਂ, ਜੁਨੀਆਂ ਤੋਂ ਮੁਕਤ ਹੋ ਸਕਦਾ ਹੈ। ਸਵੇਰ ਹੋਈ ਸਾਧ ਸੰਗਤ ਜੀ ਜਦੋਂ ਉਹਦੀਆਂ ਅੱਖਾਂ ਖੁੱਲੀਆਂ, ਉੱਠ ਕੇ ਉਸੇ ਟਾਈਮ ਤਿਆਰ ਹੋਣ ਲੱਗਾ ਕਿ ਮੈਂ ਹੁਣੀ ਸਾਰਾ ਕੁਝ ਛੱਡ ਕੇ ਸੁਲਤਾਨਪੁਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਚਲਾ ਜਾਵਾਂ। ਸਾਰੀ ਚੌਧਰ ਨਗਰ ਦਾ ਚੌਧਰੀ ਸੀ, ਚੌਧਰ ਛੱਡ ਦਿੱਤੀ, ਕਾਰੋ ਵਿਹਾਰ ਸਾਰੇ ਤਿਆਗ ਦਿੱਤੇ, ਦੇਵੀ ਆਦਿਕ ਦੀ ਪੂਜਾ ਅਰਚਾ ਛੱਡ ਕੇ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਜਦੋਂ ਸਾਰੇ ਕੁਟੁੰਬ ਦਾ ਤਿਆਗ ਕਰ ਦਿੱਤਾ, ਸਾਰੇ ਨਗਰ ਵਾਲਿਆਂ ਨੇ, ਰਿਸ਼ਤੇਦਾਰ, ਭੈਣ ਭਰਾਵਾਂ ਨੇ, ਕੁਟੁੰਬ ਵਾਲਿਆਂ ਨੇ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਹੈ, ਪਰ ਇਹ ਕਿਸੇ ਦਾ ਹੁਣ ਰੁਕਿਆ ਨਹੀਂ। ਸੁਲਤਾਨਪੁਰ ਪਹੁੰਚਾ ਕੇ ਵੇਖਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਮੋਦੀਖਾਨੇ ਦੇ ਵਿੱਚ ਵਿਰਾਜਮਾਨ ਨੇ। ਬਹੁਤ ਲੰਬੀ ਜਾਚਕਾਂ ਦੀ, ਲੋੜਵੰਦਾਂ ਦੀ ਭੀੜ ਲੱਗੀ ਹੋਈ ਹੈ, ਲਾਈਨਾਂ ਲੱਗੀਆਂ ਹੋਈਆਂ ਨੇ ਗੁਰੂ ਨਾਨਕ ਦੇ ਦਰ ਦੇ ਉੱਤੇ। ਕੋਈ ਰਾਸ਼ਨ ਲੈਣ ਵਾਲਾ ਆਉਂਦਾ ਹੈ, ਕੋਈ ਮੁਕਤੀ ਦੀ ਦਾਤ ਪ੍ਰਾਪਤ ਕਰਦਾ ਹੈ, ਕੋਈ ਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੁੰਦਾ, ਇਕੱਲੇ ਦਰਸ਼ਨਾਂ ਵਾਸਤੇ ਵੀ ਆਉਂਦੇ ਨੇ। ਇਸੇ ਤਰ੍ਹਾਂ ਜਦੋਂ ਇਹਨੇ ਦੂਰੋਂ ਦਰਸ਼ਨ ਕੀਤੇ, ਦੌੜ ਕੇ ਜਾ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਲੰਮਾ ਪੈ ਗਿਆ, ਡੰਡੌਤ ਕੀਤੀ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਪਣਾ ਸੀਸ ਰੱਖ ਕੇ ਸਾਧ ਸੰਗਤ ਜੀ ਬੇਨਤੀਆਂ ਕਰਨ ਲੱਗਾ। ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਹੱਥ, ਇਹਦੀ ਸਾਰੀ ਮਨ ਦੀ ਬਿਰਥਾ ਅੰਤਰਜਾਮੀ ਸਤਿਗੁਰੂ ਜੀ ਨੇ ਜਾਣ ਲਈ ਹੈ, ਇਹਦੇ ਸਿਰ ਦੇ ਉੱਤੇ ਹੱਥ ਰੱਖ ਕੇ ਬਾਹਾਂ ਤੋਂ ਪਕੜ ਕੇ ਇਹਨੂੰ ਉਠਾਇਆ ਔਰ ਪੁੱਛਿਆ, ਤੂੰ ਕਿੱਥੋਂ ਆਇਆ ਹੈ, ਕੌਣ ਹੈ, ਕੀ ਕਾਰਨ, ਕੀ ਮਨੋਰਥ ਹੈ ਤੇਰਾ ਇੱਥੇ ਆਉਣ ਦਾ। ਇਹਨੇ ਸਾਰੀ ਸੁਪਨੇ ਦੀ ਕਹਾਣੀ ਦੱਸੀ ਕਿ ਕਿਸ ਤਰ੍ਹਾਂ ਮੈਨੂੰ ਦੇਵੀ ਨੇ ਤੁਹਾਡੇ ਦੁਆਰੇ ਚਾਨਣਾ ਪਾਇਆ, ਮੈਂ ਤੁਹਾਡੇ ਚਰਨਾਂ ਵਿੱਚ ਰਹਿਣ ਵਾਸਤੇ ਆਇਆ। ਦਾਤਾ ਕਿਰਪਾ ਕਰਕੇ ਮੈਨੂੰ ਆਪਣੇ ਆਪ ਨਾਲ, ਮੈਨੂੰ ਆਪੇ ਮਿਲਾ ਦਿਓ, ਭਾਵ ਅੰਤਰ ਆਤਮੇ ਮੈਨੂੰ ਗਿਆਨ ਹੋ ਜਾਵੇ, ਬੰਧਨਾਂ ਤੋਂ ਮੇਰੀ ਮੁਕਤੀ ਹੋ ਜਾਵੇ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਹਿੰਦਾ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਸਤਿਗੁਰਾਂ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਇਹਨੂੰ ਸਾਰਾ ਕੁਟੁੰਬ, ਸਾਰਾ ਸੰਸਾਰ ਚਲਾਏ ਮਾਨ ਨਾਸਮਾਨ ਦਿਖਾਈ ਦੇਣ ਲੱਗਾ। ਇਹਨੂੰ ਅੰਤਰ ਆਤਮੀ ਗਿਆਨ ਹੋ ਗਿਆ। ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਆਪਣੀ ਸੇਵਾ ਦੇ ਵਿੱਚ ਇਹਨੂੰ ਰੱਖ ਲਿਆ। ਸੇਵਾ ਕਰਦਾ ਦਿਨ ਰਾਤ ਗੁਰੂ ਦੀ ਆਗਿਆ ਦੇ ਅਨੁਸਾਰ। ਅੱਜ ਕੁਝ ਸਮਾਂ ਹੀ ਬਤੀਤ ਹੋਇਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਗਰ ਤੋਂ ਭਾਈ ਮਰਦਾਨਾ ਜੀ ਸੁਲਤਾਨਪੁਰ ਲੋਧੀ ਆਏ ਨੇ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਆਪ ਜੀ ਦਾ ਹੁਕਮ ਜੋ ਆਪ ਜੀ ਕਰਦੇ ਰਹੇ ਹੋ, ਮੈਂ ਉਸ ਸਿਰ ਮੱਥੇ ਮੰਨਿਆ। ਮੈਂ ਕਦੀ ਕਿਸੇ ਦੇ ਦਰ 'ਤੇ ਮੰਗਣ ਵਾਸਤੇ ਨਹੀਂ ਗਿਆ, ਮੈਂ ਲੋਕਾਂ ਦੇ ਦਰ ਤੋਂ ਮੰਗਣਾ ਛੱਡ ਦਿੱਤਾ। ਜਿਸ ਦਿਨ ਦਾ ਤੁਸੀਂ ਕਿਹਾ ਮਰਦਾਨਿਆਂ ਦਰ ਦਰ ਦੇ ਉੱਤੇ ਨਹੀਂ ਮੰਗਣਾ, ਇੱਕ ਦਰ ਦਾ ਹੋ ਕੇ ਰਹਿਣਾ ਹੈ। ਤੈਨੂੰ ਜਿਹੜੀ ਚੀਜ਼ ਦੀ ਲੋੜ ਹੋਵੇ ਮੇਰੇ ਕੋਲ ਆ ਜਾਈਂ, ਕਿਸੇ ਦੇ ਦਰ 'ਤੇ ਹੱਥ ਨਹੀਂ ਅੱਡਣੇ। ਜਿਹੜੀ ਤੂੰ ਲੋਕਾਂ ਦੀਆਂ ਝੂਠੀਆਂ ਵਡਿਆਈਆਂ ਉਸਤਤਾਂ ਗਾਉਣਾ, ਉਹ ਨਹੀਂ ਗਾਉਣੀਆਂ। ਤੇਰੇ ਕੋਲੋਂ ਅਸੀਂ ਕਰਤਾਰ ਦੇ ਗੀਤ ਗਵਾਉਣੇ ਨੇ, ਬਹੁਤ ਵੱਡਾ ਕਾਰਜ ਤੇਰੇ ਕੋਲੋਂ ਲੈਣਾ ਹੈ। ਭਾਈ ਮਰਦਾਨਾ ਜੀ ਕਹਿੰਦੇ, ਪਾਤਸ਼ਾਹ ਮੈਂ ਉਹ ਸਾਰਾ ਕੁਝ ਨਹੀਂ ਕਰਦਾ, ਹੁਣ ਕਿਸੇ ਦੇ ਦਰ 'ਤੇ ਮੰਗਦਾ ਨਹੀਂ, ਕਿਸੇ ਦੀ ਝੂਠੀ ਵਡਿਆਈ ਨਹੀਂ ਕਰਦਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਨੂੰ ਹੁਣ ਰਾਏ ਭੋਏ ਦੀ ਤਲਵੰਡੀ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਪੁੱਛਦੇ ਨੇ, ਸੁਣਾ ਮਰਦਾਨਿਆ, ਕੀ ਮਨੋਰਥ ਹੈ ਤੇਰੇ ਆਉਣ ਦਾ, ਕੀ ਕਾਰਨ ਹੈ ਤੂੰ ਇੱਥੇ ਆਇਆ? ਤਾਂ ਭਾਈ ਮਰਦਾਨਾ ਜੀ ਕਹਿੰਦੇ, ਪਾਤਸ਼ਾਹ ਘਰ ਦੀ ਕਾਰ ਤੇ ਬਹੁਤ ਸੋਹਣੀ ਚੱਲ ਰਹੀ ਹੈ, ਲੰਗਰ ਪਾਣੀ ਬਹੁਤ ਸੋਹਣਾ ਚੱਲ ਰਿਹਾ ਹੈ, ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ, ਪਰ ਹੁਣ ਮੇਰੀ ਬੱਚੀ ਦਾ ਵਿਆਹ ਹੈ, ਸੋ ਉਹਦੇ ਖਾਤਰ ਬੜਾ ਖਰਚਾ ਹੋਣਾ, ਬੜੀ ਮਾਇਆ ਦੀ ਲੋੜ ਹੈ। ਇਸ ਲਈ ਮੈਂ ਤੁਹਾਡੇ ਦਰ 'ਤੇ ਮੰਗਣ ਆਇਆ, ਕਿਉਂਕਿ ਤੁਸੀਂ ਕਿਹਾ ਕਿਸੇ ਹੋਰ ਦੇ ਦਰ 'ਤੇ ਨਹੀਂ ਜਾਣਾ। ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੇਰੀ ਧੀ ਦਾ ਵਿਆਹ ਹੈ। ਜਦੋਂ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਸੁਣੀ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਅੱਛਾ ਸਾਡੀ ਬੱਚੀ ਦਾ, ਸਾਡੀ ਧੀ ਦਾ ਵਿਆਹ ਹੈ, ਅਸੀਂ ਬਹੁਤ ਪਿਆਰ ਨਾਲ, ਬੜੇ ਚਾਅ ਨਾਲ ਉਹਦਾ ਵਿਆਹ ਕਰਨਾ ਹੈ। ਉਸੇ ਟਾਈਮ ਭਾਈ ਭਗੀਰਥ ਨੂੰ ਬੁਲਾ ਕੇ, ਭਗੀਰਥ ਤੂੰ ਸਿਆਣਾ ਹੈ, ਤੈਨੂੰ ਦੁਕਾਨਦਾਰੀ ਦਾ ਪਤਾ ਹੈ,
ਭਾਈ ਮਰਦਾਨੇ ਦੇ ਕੋਲੋਂ ਪੁੱਛ ਲੈ, ਕਬੀਲਦਾਰੀ ਵਿੱਚ ਤੂੰ ਪਿਆ ਹੋਇਆ, ਤੈਨੂੰ ਸਾਰਾ ਪਤਾ ਹੈ ਕਿਹੜੀ ਕਿਹੜੀ ਵਿਆਹ ਦੇ ਵਿੱਚ ਸਮੱਗਰੀ ਦੀ ਲੋੜ ਹੈ, ਕਿਹੜੀ ਕਿਹੜੀ ਵਸਤੂ ਦੀ ਲੋੜ ਹੈ, ਉਹ ਇੱਕ ਕਾਗਜ਼ ਦੇ ਉੱਤੇ ਲਿਖ ਲੈ। ਜਿਹੜੀ ਤੈਨੂੰ ਪਤਾ ਤੂੰ ਲਿਖ ਲੈ, ਜਿਹੜੀਆਂ ਨਹੀਂ ਪਤਾ ਭਾਈ ਮਰਦਾਨੇ ਕੋਲੋਂ ਪੁੱਛ ਲੈ। ਮਾਇਆ ਲੈ ਜਾ ਔਰ ਹੁਣੀ ਐਸੇ ਟਾਈਮ ਜਾ ਲਾਹੌਰ ਤੋਂ ਜਾ ਕੇ ਸਮਾਨ ਖਰੀਦ ਕੇ ਲੈ ਕੇ ਆ, ਕਿਉਂਕਿ ਇੱਥੇ ਰਹੇਗਾ, ਇੱਥੋਂ ਸਮਾਨ ਖਰੀਦੇਗਾ, ਬਹੁਤ ਸਾਰੀਆਂ ਚੀਜ਼ਾਂ ਇੱਥੋਂ ਨਹੀਂ ਮਿਲਣੀਆਂ, ਔਰ ਨਾਲੇ ਇੱਥੇ ਫਿਰ ਚਰਚਾ ਜਿਹੜੀ ਆ ਉਹ ਹੋ ਜਾਣੀ ਹੈ। ਇਸ ਲਈ ਆਪਾਂ ਚਰਚਾ ਨਹੀਂ ਕਰਨੀ। ਉਹ ਬੱਚੀ ਕਿਸੇ ਦੀ ਨਹੀਂ, ਸਾਡੀ ਆਪਣੀ ਹੈ, ਉਹਦਾ ਵਿਆਹ ਆਪਾਂ ਕਰਨਾ ਹੈ। ਤੂੰ ਇਹ ਸਾਰਾ ਕੁਝ ਲਿਖ ਕੇ ਲੈ ਜਾ, ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੈ, ਜਿਹੜੀ ਜਿਹੜੀ ਵਸਤੂ ਦੀ ਸਮੱਗਰੀ ਦੀ ਵਿਆਹ ਦੇ ਵਿੱਚ ਲੋੜ ਹੁੰਦੀ ਹੈ, ਉਹ ਸਾਰੀਆਂ ਲੈ ਕੇ ਆਉਣਾ ਕਰ। ਇਸ ਪ੍ਰਕਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਭਗੀਰਥ ਨੂੰ ਉਪਦੇਸ਼ ਦਿੱਤਾ ਔਰ ਲਾਹੌਰ ਜਾਣ ਦਾ ਹੁਕਮ ਸਤਿਗੁਰੂ ਜੀ ਦੇ ਰਹੇ ਨੇ। ਆਓ ਆਪਣੀਆਂ ਆਪਣੀਆਂ ਬਿਰਤੀਆਂ, ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਧਿਆਨ ਧਰੀਏ, ਸੀਸ ਝੁਕਾਓ ਕਿ ਸਤਿਗੁਰ ਕਿਰਪਾ ਕਰਨ, ਸਾਡੀਆਂ ਮਨ ਭਾਵਨਾਵਾਂ, ਸਾਡੇ ਮਨ ਦੀ ਇੱਛਾ, ਸਾਡੇ ਮਨ ਦੇ ਫੁਰਨੇ ਗੁਰੂ ਦੇ ਚਰਨਾਂ ਵਿੱਚ ਟਿਕ ਜਾਣ। ਸ਼ਰਧਾ ਭਾਵਨਾ ਦੇ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਾਸੋ ਬੋਲੇ ਕਿਰਪਾ ਨਿਧਾਨਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਦੇ ਘਰ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਭਗੀਰਥ ਨੂੰ ਆਪਣੇ ਕੋਲ ਬੁਲਾਇਆ ਔਰ ਉਹਨੂੰ ਕੋਲ ਬੁਲਾ ਕੇ ਫਿਰ ਇਸ ਤਰ੍ਹਾਂ ਬੋਲਣ ਲੱਗੇ ਹਨ, ਕਰਹੁ ਕਾਜ ਤੂੰ ਪਰਮ ਸਿਆਣਾ। ਹੇ ਭਗੀਰਥ, ਤੂੰ ਬੜਾ ਸਿਆਣਾ ਹੈ, ਤੈਨੂੰ ਸਾਰਾ ਪਤਾ ਹੈ। ਸਤਿਗੁਰੂ ਜੀ ਕਹਿੰਦੇ ਇਹ ਕਾਰਜ ਤੂੰ ਕਰਨਾ ਕਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਭਗੀਰਥ ਨੂੰ ਉਪਦੇਸ਼ ਬਖਸ਼ ਰਹੇ ਹਨ। ਵਿਆਹ ਸੋਜ ਲਿਖ ਕਾਗਜ਼ ਸਭ ਹੀ। ਸਤਿਗੁਰੂ ਜੀ ਕਹਿੰਦੇ ਵਿਆਹ ਦੇ ਵਾਸਤੇ ਜਿਹੜੀ ਵੀ ਸਮੱਗਰੀ ਦੀ ਲੋੜ ਹੈ, ਜਿਹੜੀ ਵਸਤੂ ਦੀ ਜ਼ਰੂਰਤ ਹੈ, ਉਹਨੂੰ ਇੱਕ ਕਾਗਜ਼ ਦੇ ਉੱਤੇ ਲਿਖਣਾ ਕਰੋ। ਜਿਹੜੀਆਂ ਜਿਹੜੀਆਂ ਵਸਤੂਆਂ ਵਿਆਹ ਦੇ ਵਿੱਚ ਚਾਹੀਦੀਆਂ ਹਨ, ਗਮਨ ਲਵਪੁਰ ਮਾਰਗ ਅਬਹੀ। ਉਹ ਸਾਰੀਆਂ ਵਸਤੂਆਂ ਲੈਣ ਵਾਸਤੇ ਹੁਣੇ ਤੁਸੀਂ ਜਾਓ ਲਵਪੁਰ। ਲਵਪੁਰ ਭਾਵ ਹੈ ਲਾਹੌਰ। ਸਤਿਗੁਰੂ ਜੀ ਕਹਿੰਦੇ ਲਾਹੌਰ ਜਾਣਾ ਕਰੋ, ਉੱਥੋਂ ਇਹ ਸਾਰੀਆਂ ਵਸਤੂਆਂ ਵਿਆਹ ਦੀ ਸਮੱਗਰੀ ਜਿਹੜੀ ਹੈ ਲੈ ਕੇ ਆਉਣੀ ਹੈ। ਇਹ ਸਥਾਨ ਹਵੈ ਵਸਤ ਨ ਪੂਰੀ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਹ ਸਥਾਨ ਹਵੈ ਵਸਤ ਨ ਪੂਰੀ। ਸੁਲਤਾਨਪੁਰ ਛੋਟਾ ਸ਼ਹਿਰ ਹੈ, ਲਾਹੌਰ ਇੱਕ ਬਹੁਤ ਵੱਡਾ ਸ਼ਹਿਰ ਹੈ। ਛੋਟਾ ਸ਼ਹਿਰ ਹੋਣ ਦੇ ਨਾਤੇ ਇੱਥੇ ਸਾਰੀਆਂ ਵਸਤੂਆਂ ਪੂਰੀਆਂ ਨਹੀਂ ਮਿਲਣੀਆਂ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇੱਥੇ ਹਰ ਇੱਕ ਵਸਤੂ ਨਹੀਂ ਪ੍ਰਾਪਤ ਹੋਣੀ, ਇਸ ਲਈ ਲਾਹੌਰ ਤੋਂ ਸਾਰੀਆਂ ਵਸਤੂਆਂ ਲੈ ਕੇ ਆਉਣੀਆਂ ਹਨ। ਤਹਿ ਬਿਲੋਕ ਕੈ ਅਨਹਰੂਰੀ। ਤੁਸੀਂ ਲਾਹੌਰ ਜਾਓ, ਉੱਥੇ ਦੇਖ ਕੇ, ਬਲੋਕ ਕੇ ਭਾਵ ਦੇਖ ਕੇ, ਚੰਗੀ ਤਰ੍ਹਾਂ ਪਰਖ ਕੇ ਹਰ ਇੱਕ ਵਸਤੂ ਲੈ ਕੇ ਆਉਣੀ ਕਰੋ। ਰਜਨੀ ਏਕ ਬਸੋ ਪੁਰ ਮਾਹੀ। ਸਤਿਗੁਰੂ ਜੀ ਕਹਿੰਦੇ ਇੱਕ ਗੱਲ ਦਾ ਹੋਰ ਧਿਆਨ ਰੱਖਣਾ, ਲਾਹੌਰ ਦੇ ਵਿੱਚ ਵੀ ਤਾਂ ਇੱਕੋ ਹੀ ਰਾਤ ਰੁਕਣਾ, ਦੂਸਰੀ ਰਾਤ ਨਹੀਂ ਉੱਥੇ ਬਿਤਾਉਣੀ। ਸਾਰਾ ਸਮਾਨ ਲੈ ਕੇ ਇੱਕ ਰਾਤ ਉੱਥੇ ਰੁਕ ਕੇ ਦੂਸਰੇ ਦਿਨ ਉੱਥੋਂ ਵਾਪਸ ਆ ਜਾਣਾ। ਸਤਿਗੁਰੂ ਜੀ ਨੇ ਨਾਲ ਇਹ ਆਗਿਆ, ਇਹ ਹੁਕਮ ਕਰਨਾ ਕੀਤਾ ਹੈ। ਤੂਰਨ ਆਵਨ ਬਿਲ ਮੋਹ ਨਾਹੀ। ਸਮਾਨ ਲੈ ਕੇ ਇੱਕ ਰਾਤ ਉੱਥੇ ਬਿਤਾਉਣੀ ਹੈ। ਇੱਕ ਰਾਤ ਦੇ ਅੰਦਰ ਤੇ ਦਿਨ ਦੇ ਅੰਦਰ ਅੰਦਰ ਸਾਰਾ ਸਮਾਨ ਲੈ ਕੇ ਤੁਰੰਤ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਜਾਣਾ। ਕਿਸੇ ਪ੍ਰਕਾਰ ਦੀ ਕੋਈ ਦੇਰ ਬਿਲਮ ਨਾ ਕਰਨਾ। ਬਿਲਮ ਕਹਿੰਦੇ ਨੇ ਦੇਰ ਕਰਨ ਨੂੰ। ਸਤਿਗੁਰੂ ਜੀ ਕਹਿੰਦੇ ਕਿਸੇ ਪ੍ਰਕਾਰ ਦੀ ਕੋਈ ਦੇਰ ਨਹੀਂ ਕਰਨੀ ਹੈ। ਕਰ ਰਜਾਏ ਸਿਰ ਪਰ ਜਗਨਾਥ। ਹੱਥ ਜੋੜੇ ਸੀਸ ਝੁਕਾਇਆ, ਕਹਿਣ ਲੱਗਾ ਹੈ ਜਗ ਦੇ ਨਾਥ, ਸ੍ਰਿਸ਼ਟੀ ਦੇ ਮਾਲਕ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀਓ, ਜਿਸ ਤਰ੍ਹਾਂ ਆਪ ਦੀ ਰਜ਼ਾ, ਜਿਸ ਤਰ੍ਹਾਂ ਆਪ ਦਾ ਹੁਕਮ, ਸਿਰ ਝੁਕਾ ਕੇ ਭਾਈ ਭਗੀਰਥ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ। ਲਿਖਿਓ ਬੂਝ ਮਰਦਾਨੇ ਸਾਥਾ। ਭਾਈ ਮਰਦਾਨੇ ਨੂੰ ਆਪਣੇ ਕੋਲ ਬਿਠਾ ਕੇ ਇੱਕ ਕਾਗਜ਼ ਦੇ ਉੱਤੇ ਭਾਈ ਭਗੀਰਥ ਜੀ ਸਾਰੀ ਸਮੱਗਰੀ ਲਿਖ ਰਹੇ ਨੇ, ਕਿਹੜੀ ਕਿਹੜੀ ਵਸਤੂ, ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਵਿਆਹ ਦੇ ਵਿੱਚ। ਉਹ ਸਾਰੀਆਂ ਵਸਤੂਆਂ
ਭਾਈ ਭਗੀਰਥ ਨੇ ਲਿਖਣਾ ਕੀਤੀਆਂ ਹਨ। ਬਾਛਿਤ ਦਰਬ ਲੈ ਨਿਜ ਹੱਥਾ। ਔਰ ਫਿਰ ਸਾਰਾ ਸਮਾਨ ਲਿਖਣ ਤੋਂ ਬਾਅਦ ਅੰਦਾਜ਼ਾ ਜਾ ਲਾ ਲਿਆ ਕਿ ਇੰਨਾ ਕੁ ਖਰਚਾ ਹੋ ਜਾਣਾ ਇਸ ਸਮਾਨ ਦੇ ਉੱਤੇ। ਉਹ ਸਾਰੀਆਂ ਚੀਜ਼ਾਂ ਸੋਚ ਵਿਚਾਰ ਕੇ ਜਿੰਨੇ ਕੁ ਦਾ ਉਹ ਸਮਾਨ ਸੀ ਉਹਦੇ ਨਾਲੋਂ ਕੁਝ ਵੱਧ ਧਨ ਭਾਈ ਭਗੀਰਥ ਨੇ ਸਤਿਗੁਰੂ ਜੀ ਦੇ ਪਾਸੋਂ ਲੈਣਾ ਕੀਤਾ ਹੈ। ਮਾਇਆ ਨਾਲ ਲੈ ਕੇ ਭਾਈ ਸਾਹਿਬ ਜੀ ਜਾਣ ਦੀ ਤਿਆਰੀ ਕਰ ਰਹੇ ਹਨ। ਗਮਨੇ ਹੋ ਪੰਥ ਨਾਏ ਪਦ ਮਾਥਾ। ਇੱਕ ਪਲ ਵੀ ਨਹੀਂ ਲਾਇਆ, ਸਤਿਗੁਰੂ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਭਾਈ ਭਗੀਰਥ ਜੀ ਲਾਹੌਰ ਵੱਲ ਨੂੰ ਚੱਲੇ ਹਨ। ਪਹੁੰਚੇ ਉਲਵਪੁਰ ਨਗਰ ਮਜਾਰਾ। ਸੋ ਸਾਧ ਸੰਗਤ ਜੀ ਬਿਨਾਂ ਦੇਰ ਕੀਤਿਆਂ ਲੰਮਾ ਪੈਂਡਾ ਸੀ ਤੈਅ ਕਰਦਿਆਂ ਅਖੀਰ ਭਾਈ ਭਗੀਰਥ ਲਾਹੌਰ ਸ਼ਹਿਰ ਦੇ ਵਿੱਚ ਪਹੁੰਚ ਗਏ ਹਨ। ਇੱਕ ਦੁਕਾਨਪੁਰ ਸਾ ਨਿਹਾਰਾ। ਬਾਜ਼ਾਰ ਦੇ ਵਿੱਚ ਘੁੰਮਦਿਆਂ ਸਾਰੀਆਂ ਦੁਕਾਨਾਂ ਚੰਗੀ ਤਰ੍ਹਾਂ ਵੇਖੀਆਂ। ਇੱਕ ਸ਼ਾਹ ਨੂੰ ਬੈਠਿਆਂ ਵੇਖਿਆ ਕਿ ਦੁਕਾਨ ਬੜੀ ਵੱਡੀ ਹੈ। ਸ਼ਾਹ ਵੀ ਚੰਗਾ ਸਮਝਦਾਰ ਤੇ ਪੜ੍ਹਿਆ ਲਿਖਿਆ ਲੱਗਦਾ ਹੈ, ਸਿਆਣਾ ਹੈ। ਉਹ ਸ਼ਾਹ ਦੇ ਕੋਲ ਭਾਈ ਭਗੀਰਥ ਜੀ ਨੇ ਦੇਖਿਆ ਕਿ ਦੁਕਾਨ ਵੀ ਬਹੁਤ ਵੱਡੀ ਹੈ, ਸਮਾਨ ਵੀ ਤਕਰੀਬਨ ਸਾਰਾ ਇਹਦੇ ਕੋਲੋਂ ਮਿਲ ਜਾਣਾ ਹੈ। ਭਾਈ ਭਗੀਰਥ ਜੀ ਉਸ ਸ਼ਾਹ ਦੀ ਦੁਕਾਨ ਤੇ ਪਹੁੰਚੇ ਹਨ। ਮਨ ਸੁਖ ਨਾਮ ਹੁਤੋ ਜਸ ਕੇਰੋ। ਉਹ ਜਿਹੜਾ ਦੁਕਾਨਦਾਰ ਸ਼ਾਹ ਸੀ ਨਾ, ਉਹਦਾ ਨਾਮ ਸੀ ਭਾਈ ਮਨਸੁਖ। ਉਹ ਮਨਸੁਖ ਦੀ ਦੁਕਾਨ ਸੀ ਜਿੱਥੇ ਭਾਈ ਭਗੀਰਥ ਜੀ ਪਹੁੰਚੇ ਹਨ। ਧਨੀ ਅਦਕ ਵਪਾਰ ਕਨੇਰੋ। ਲਾਹੌਰ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਧਨੀ ਸੀ, ਬਹੁਤ ਸਾਰਾ ਧਨ ਸੀ ਇਹਦੇ ਕੋਲ, ਔਰ ਬੜੀ ਸੋਭਾ, ਬਹੁਤ ਵੱਡੀ ਦੁਕਾਨ ਦਾ ਮਾਲਕ, ਚੰਗਾ ਬਿਜ਼ਨਸਮੈਨ। ਇਹ ਜਿਹੜਾ ਭਾਈ ਮਨਸੁਖ ਹੈ ਸਾਧ ਸੰਗਤ ਜੀ, ਬਹੁਤ ਸੋਹਣਾ ਵਪਾਰ ਲਾਹੌਰ ਦੇ ਵਿੱਚ ਕਰਦਾ ਹੈ। ਤਿਹ ਕੇ ਸਾਥ ਕਹੀ ਨਿਜ ਗਾਥਾ। ਉਹਦੇ ਕੋਲ ਜਾ ਕੇ ਭਾਈ ਭਗੀਰਥ ਨੇ ਬੜੇ ਪਿਆਰ ਦੇ ਨਾਲ ਸਾਰੀ ਗੱਲ ਉਹਨੂੰ ਦੱਸਣਾ ਕੀਤੀ ਹੈ ਕਿ ਮੈਂ ਵਿਆਹ ਦਾ ਸਮਾਨ, ਵਿਆਹ ਦੀ ਸਮੱਗਰੀ ਲੈਣੀ ਹੈ। ਜਿਹੜੀ ਜਿਹੜੀ ਚੀਜ਼ ਦੀ ਲੋੜ ਸੀ ਸਾਰੀ ਭਾਈ ਭਗੀਰਥ ਨੇ ਭਾਈ ਮਨਸੁਖ ਨੂੰ ਕਾਗਜ਼ ਦੇ ਉੱਤੇ ਜਿਹੜੀਆਂ ਲਿਖੀਆਂ ਹੋਈਆਂ ਸਨ ਉਹ ਸਾਰੀਆਂ ਪੜ੍ਹ ਕੇ ਸੁਣਾਉਣਾ ਕੀਤੀਆਂ ਹਨ। ਸਰਬ ਦਰਬ ਕੋਲੇ ਕਰ ਹਾਥਾ। ਸੋ ਸਾਰਾ ਕਹਿਣ ਲੱਗੇ ਭਾਈ ਭਗੀਰਥ ਜੀ ਕਹਿੰਦੇ ਮੈਂ ਸਾਰੀ ਮਾਇਆ ਨਾਲ ਲੈ ਕੇ ਆਇਆ, ਕੋਈ ਉਧਾਰ ਨਹੀਂ ਲੈ ਕੇ ਜਾਣੀ। ਸੋ ਹਰ ਇੱਕ ਚੀਜ਼ ਮੈਨੂੰ ਚੰਗੀ ਤਰ੍ਹਾਂ ਵਧੀਆ ਤੋਂ ਵਧੀਆ ਸਮਾਨ ਦੇਣਾ ਹੈ। ਭਾਈ ਭਗੀਰਥ ਜੀ ਭਾਈ ਮਨਸੁਖ ਨੂੰ ਆਖ ਰਹੇ ਹਨ। ਵਿਆਹ ਸਾਜ ਕਾਗਦ ਪਰ ਜੇਤੀ। ਕਹਿਣ ਲੱਗਾ ਵਿਆਹ ਦੇ ਵਿੱਚ ਜਿੰਨੀ ਕੁ ਸਮੱਗਰੀ ਕੰਮ ਆਉਣੀ ਹੈ, ਜਿਹੜੀਆਂ ਜਿਹੜੀਆਂ ਵਸਤੂਆਂ ਦੀ ਲੋੜ ਹੈ ਉਹ ਮੈਂ ਕਾਗਜ਼ ਦੇ ਉੱਤੇ ਲਿਖੀਆਂ ਹੋਈਆਂ ਨੇ। ਜਿੰਨੀਆਂ ਇਹ ਕਾਗਜ਼ ਦੇ ਉੱਤੇ ਲਿਖੀਆਂ ਨੇ ਨਾ ਵਸਤੂਆਂ, ਭਾਈ ਭਗੀਰਥ ਜੀ ਕਹਿੰਦੇ ਇਹ ਸਾਰੀਆਂ ਲੈ ਕੇ ਜਾਣੀਆਂ ਨੇ, ਇਹਨਾਂ ਦੇ ਵਿੱਚ ਕੋਈ ਘੱਟ ਨਹੀਂ ਹੋਣੀ ਚਾਹੀਦੀ। ਇਹ ਸਾਰੀਆਂ ਵਸਤੂਆਂ ਮੈਨੂੰ ਦੇਣੀਆਂ ਕਰੋ, ਔਰ ਜਿੰਨੀ ਉਹਨਾਂ ਦੀ ਮਾਇਆ ਬਣਦੀ ਹੈ ਉਹ ਮਾਇਆ ਮੇਰੇ ਪਾਸੋਂ ਲੈ ਲਓ। ਇਸ ਤਰ੍ਹਾਂ ਭਾਈ ਭਗੀਰਥ ਜੀ ਆਖ ਰਹੇ ਹਨ। ਆਪ ਸਰਬ ਲੈ ਦੀਜੈ ਤੇਤੀ। ਕਹਿਣ ਲੱਗੇ ਜਿਹੜੀ ਸਮੱਗਰੀ ਤੁਹਾਡੇ ਕੋਲ ਹੈ ਤੁਸੀਂ ਦੇ ਦਿਓ, ਜਿਹੜੀ ਨਹੀਂ ਤਾਂ ਉਹ ਮੰਗਾ ਕੇ ਦੇ ਦਿਓ। ਇਹ ਸਾਰੀਆਂ ਵਸਤੂਆਂ ਜਿੰਨੀਆਂ ਲਿਖੀਆਂ ਨੇ ਨਾ, ਇਹਦੇ ਵਿੱਚ ਕੋਈ ਘੱਟ ਨਾ ਹੋਵੇ। ਜਿਹੜੀ ਤੁਹਾਡੇ ਕੋਲ ਹੈ ਉਹ ਤਾਂ ਤੁਸੀਂ ਦੇਣੀ ਹੈ। ਜਿਹੜੀ ਤੁਹਾਡੇ ਕੋਲ ਦੁਕਾਨ ਤੇ ਨਹੀਂ ਉਹ ਮੰਗਾ ਕੇ ਕਿਸੇ ਹੋਰ ਦੁਕਾਨ ਤੋਂ ਮੈਨੂੰ ਲਿਆ ਕੇ ਦਿਓ, ਪਰ ਇਹ ਸਾਰੀਆਂ ਵਸਤੂਆਂ ਤਿਆਰ ਕਰਨੀਆਂ ਕਰੋ। ਏਕ ਨਿਸਾ ਬਸੇ ਹਾਂ ਇਸ ਨਗਰਾ। ਔਰ ਨਾਲੇ ਕਹਿ ਦਿੱਤਾ ਭਾਈ ਭਗੀਰਥ ਨੇ ਕਿ ਬਸ ਮੈਂ ਇੱਕ ਰਾਤ ਇਸ ਨਗਰੀ ਦੇ ਵਿੱਚ ਲਾਹੌਰ ਸ਼ਹਿਰ ਵਿੱਚ ਰਹਿਣਾ ਹੈ। ਇੱਕ ਰਾਤ ਦੇ ਵਿੱਚ ਹੀ ਸਾਰਾ ਸਮਾਨ ਮੈਨੂੰ ਇਕੱਠਾ ਕਰਕੇ ਦੇ ਦਿਓ, ਮੈਂ ਜ਼ਿਆਦਾ ਸਮਾਂ ਇੱਥੇ ਰੁਕ ਨਹੀਂ ਸਕਦਾ। ਇੱਕ ਰਾਤ ਦੇ ਵਿੱਚ ਕੱਲ ਨੂੰ ਸਾਰਾ ਸਮਾਨ ਲੈ ਕੇ ਵਾਪਸ ਚਲੇ ਜਾਣਾ, ਇਸ ਲਈ ਜਿੰਨੀ ਵੀ ਜਲਦੀ ਹੋ ਸਕੇ ਇਹ ਸਾਰੀ ਸਮੱਗਰੀ ਮੈਨੂੰ ਲਿਆ ਕੇ ਦੇਣਾ ਕਰੋ। ਤੂਰਨ ਕਰੀਏ ਕਾਰਜ ਸਗਰਾ। ਇਸ ਲਈ ਭਾਈ ਸਾਹਿਬ ਜੀ ਕਹਿੰਦੇ ਤੁਰੰਤ ਦੇਰ ਨਾ ਕਰੋ, ਤੂਰਨ ਕਰੀਏ ਕਾਰਜ ਸਗਰਾ। ਸਾਰਾ ਕਾਰਜ ਜਿੰਨਾ ਕੰਮ ਹੈ ਨਾ ਸਮਾਨ ਮੰਗਾਉਣ ਦਾ, ਇਹ ਸਾਰੀਆਂ ਵਸਤੂਆਂ ਤੁਰੰਤ ਮੰਗਾਉਣੀਆਂ ਕਰੋ, ਦੇਰ ਨਾ ਕਰੋ। ਇਸ ਤਰ੍ਹਾਂ ਭਾਈ ਭਗੀਰਥ ਜੀ ਮਨਸੁਖ ਨੂੰ ਆਖ ਰਹੇ ਹਨ। ਸੁਨ ਕਰ ਮਨ ਸੁਖ ਤੇ ਸਨਮਾਨਾ। ਇਹ ਗੱਲ ਸੁਣ ਕੇ ਨਾ ਭਾਈ ਮਨਸੁਖ ਜੀ ਨੇ ਬੜਾ ਸਨਮਾਨ ਕੀਤਾ ਭਾਈ ਭਗੀਰਥ ਦਾ ਕਿ ਧੰਨ ਭਾਗ ਤੁਸੀਂ ਸਾਡੀ ਦੁਕਾਨ ਤੇ ਆਇਓ, ਅਸੀਂ ਤਾਂ ਬੈਠੇ ਇੱਥੇ ਕੰਮ ਕਰਨ ਵਾਸਤੇ ਆ। ਲਿਆਓ ਜਿਹੜਾ ਤੁਹਾਡੇ ਹੱਥ ਵਿੱਚ ਕਾਗਜ਼ ਫੜਿਆ ਉਹ ਮੈਨੂੰ ਦੇ ਦਿਓ। ਉਹ ਸਾਰਾ ਕਾਗਜ਼ ਫੜ ਕੇ ਭਾਈ ਮਨਸੁਖ ਨੇ ਬੜਾ ਆਦਰ ਸਤਿਕਾਰ ਦੁਕਾਨ ਦੇ ਉੱਤੇ ਆਏ ਗਾਹਕ ਦਾ
ਭਾਈ ਸਾਹਿਬ ਜੀ ਦਾ ਕੀਤਾ ਹੈ। ਨਿਕਟ ਬਿਠਾਇਓ ਬਚਨ ਬਖਾਨਾ। ਆਪਣੇ ਕੋਲ ਬਿਠਾ ਲਿਆ ਭਾਈ ਭਗੀਰਥ ਨੂੰ ਮਨਸੁਖ ਨੇ। ਕਹਿੰਦਾ ਇੱਥੇ ਬੈਠ, ਤੈਨੂੰ ਸਾਰੀਆਂ ਚੀਜ਼ਾਂ ਮੈਂ ਤੈਨੂੰ ਲੈ ਕੇ ਦੇ ਦਿੰਦਾ, ਇਕੱਠੀਆਂ ਕਰਕੇ ਦੇ ਦਿੰਦਾ। ਆਪਣੇ ਕੋਲ ਬਿਠਾ ਕੇ ਭਾਈ ਮਨਸੁਖ ਜੀ ਭਾਈ ਭਗੀਰਥ ਜੀ ਨੂੰ ਫਿਰ ਇਸ ਤਰ੍ਹਾਂ ਬਚਨ ਕਰਦੇ ਹਨ। ਅਬ ਪਰ ਦੋਖ ਪੀ ਕਰੋ ਨਿਵੇਸਾ। ਕਹਿਣ ਲੱਗੇ ਮੈਂ ਹੁਣੀ ਬਿਨਾਂ ਦੇਰ ਕੀਤਿਆਂ ਜਿੰਨਾ ਸਮਾਨ ਹੈ ਨਾ ਸੰਧਿਆ ਤੱਕ ਸਾਰਾ ਸਮਾਨ ਇਕੱਠਾ ਕਰਦਾ। ਹੁਣ ਸ਼ਾਮਾਂ ਪੈ ਗਈਆਂ, ਰਾਤ ਤਾਂ ਤੈਨੂੰ ਰਹਿਣੇ ਪੈਣਾ, ਮੈਂ ਸਾਰਾ ਇੰਤਜ਼ਾਮ ਕਰਦਾ। ਭਾਈ ਭਗੀਰਥ ਨੂੰ ਮਨਸੁਖ ਜੀ ਆਖ ਰਹੇ ਹਨ, ਭੋਰ ਹੋ ਤਲੇ ਵਸਤ ਸੁਦੇਸਾ। ਸਵੇਰ ਹੁੰਦਿਆਂ ਹੀ ਤੈਨੂੰ ਸਾਰੀ ਸਮੱਗਰੀ ਮੈਂ ਇੱਥੋਂ ਇਕੱਠੀ ਕਰਕੇ ਦੇ ਦੇਵਾਂਗਾ। ਜਿਹੜੀਆਂ ਜਿਹੜੀਆਂ ਚੀਜ਼ਾਂ ਤੂੰ ਲਿਖੀਆਂ ਨੇ ਇਹ ਸਾਰਾ ਸਮਾਨ ਮੈਂ ਤੈਨੂੰ ਲੈ ਕੇ ਦੇ ਦਿੰਦਾ, ਪਰ ਪਹਿਲਾਂ ਮੈਨੂੰ ਇਹ ਕਾਗਜ਼ ਦੇ ਦੇ, ਇਹਦੇ ਵਿੱਚ ਦੇਖਾਂ ਧਿਆਨ ਨਾਲ ਕੀ ਕੁਝ ਲਿਖਿਆ ਹੋਇਆ, ਕਿਹੜਾ ਕਿਹੜਾ ਸਮਾਨ ਤੂੰ ਲੈ ਕੇ ਜਾਣਾ ਹੈ। ਭਾਈ ਭਗੀਰਥ ਦੇ ਕੋਲੋਂ ਮਨਸੁਖ ਜੀ ਨੇ ਉਹ ਕਾਗਜ਼ ਫੜਨਾ ਕੀਤਾ ਹੈ। ਸੋ ਕਾਗਜ਼ ਪੁਨ ਪਠਿਓ ਵਿਚਾਰੀ। ਉਹ ਕਾਗਜ਼ ਲੈ ਕੇ ਭਾਈ ਭਗੀਰਥ ਦੇ ਕੋਲੋਂ ਮਨਸੁਖ ਜੀ ਧਿਆਨ ਨਾਲ ਪੜ੍ਹਦੇ ਨੇ। ਪੜ੍ਹ ਕੇ ਵਿਚਾਰ ਕੇ ਕਹਿੰਦੇ ਵੀ ਬਾਕੀ ਸਾਰਾ ਸਮਾਨ ਮੈਂ ਤੈਨੂੰ ਇੱਥੋਂ ਇਕੱਠਾ ਕਰਕੇ ਖਰੀਦ ਕੇ ਦੇ ਦਿੰਦਾ ਹਾਂ। ਅਵਰ ਵਸਤ ਸਭ ਹੋਏ ਤਿਆਰੀ। ਹੋਰ ਤਾਂ ਜਿੰਨੀਆਂ ਵਸਤੂਆਂ ਨੇ ਸਾਰੀਆਂ ਤੈਨੂੰ ਤੁਰਤ ਸਵੇਰ ਤੱਕ ਮਿਲ ਜਾਣੀਆਂ ਨੇ। ਬਾਕੀ ਸਾਰੀਆਂ ਵਸਤੂਆਂ ਜਿੰਨੀਆਂ ਨੇ ਨਾ ਉਹ ਤਿਆਰ ਨੇ, ਇਹਨਾਂ ਦੇ ਵਿੱਚੋਂ ਇੱਕ ਵਸਤ ਦੀ ਕਮੀ ਹੈ। ਬਾਕੀ ਜਿੰਨੀਆਂ ਵਸਤੂਆਂ ਨੇ ਉਹ ਸਵੇਰ ਤੱਕ ਤਿਆਰ ਹੋ ਜਾਣਗੀਆਂ। ਇਸ ਤਰ੍ਹਾਂ ਭਾਈ ਮਨਸੁਖ ਜੀ ਆਖ ਰਹੇ ਹਨ, ਬਿਲਮ ਲਗ ਹੈ ਕਰਵਾਵਤ ਚੂੜਾ। ਪਰ ਇੱਕ ਚੀਜ਼ ਜਿਹੜੀ ਤੁਸੀਂ ਇਹਦੇ ਵਿੱਚ ਲਿਖੀ ਹੈ ਨਾ, ਚੂੜਾ ਲੈ ਕੇ ਜਾਣਾ, ਜਿਹੜਾ ਉਹ ਚੂੜਾ ਜਿਹੜਾ ਉਹਨੂੰ ਟਾਈਮ ਲੱਗਣਾ, ਉਹਨੂੰ ਘੜਨਾ ਪੈਂਦਾ, ਉਹਨੂੰ ਰੰਗਣਾ ਪੈਂਦਾ, ਕਿਉਂਕਿ ਇੱਥੇ ਤਾਂ ਹੱਥੀਂ ਤਿਆਰ ਕੀਤਾ ਜਾਂਦਾ। ਜੇ ਵਧੀਆ ਚੂੜਾ ਲੈਣਾ ਨਾ ਉਹਨੂੰ ਤਾਂ ਟਾਈਮ ਲੱਗਣਾ, ਉਹਨੂੰ ਤਾਂ ਆਪ ਘੜਨਾ ਪੈਂਦਾ, ਫਿਰ ਉਹਨੂੰ ਚੰਗੇ ਰੰਗ ਬਰੰਗੇ ਰੰਗ ਦੇਣੇ ਪੈਂਦੇ ਨੇ। ਸੋ ਉਹ ਜਿਹੜੇ ਚੂੜੇ ਨੂੰ ਦੇਰ ਲੱਗਣੀ ਹੈ ਉਹ ਤਾਂ ਨਹੀਂ ਇੱਕ ਦਿਨ ਵਿੱਚ ਤਿਆਰ ਹੁੰਦਾ। ਬਾਕੀ ਸਾਰੀ ਸਮੱਗਰੀ ਤੈਨੂੰ ਮੈਂ ਇੱਕ ਦਿਨ ਦੇ ਵਿੱਚ ਲੈ ਕੇ ਦੇ ਦੇਣਾ। ਇਸ ਤਰ੍ਹਾਂ ਭਾਈ ਭਗੀਰਥ ਜੀ ਨੂੰ ਮਨਸੁਖ ਆਖ ਰਹੇ ਹਨ, ਜੋ ਲਿਓ ਚਾਹਤ ਹੈ ਰੂੜਾ। ਜਿਹੜਾ ਚੂੜਾ ਤੂੰ ਮੰਗਦਾ ਨਾ, ਸੋਹਣਾ ਜਿਹੜਾ ਇਹਦੇ ਵਿੱਚ ਲਿਖਿਆ ਹੋਇਆ ਜਿਸ ਪ੍ਰਕਾਰ ਦਾ, ਉਹ ਚੂੜਾ ਇੰਨੀ ਜਲਦੀ ਨਹੀਂ ਮਿਲਦਾ। ਉਹ ਤੇ ਹੁਣ ਤਾਂ ਕਈ ਦਿਨ ਲੱਗ ਜਾਂਦੇ ਨੇ ਤਿਆਰ ਕਰਵਾਉਣ ਨੂੰ। ਇੱਥੇ ਜਿਹੜੇ ਚੂੜਾ ਬਣਾਉਂਦੇ ਨੇ ਉਹਨੂੰ ਚੰਗੀ ਤਰ੍ਹਾਂ ਘੜਦੇ ਨੇ, ਰੰਗਦੇ ਨੇ, ਕੁਠਾਲੀ ਦੇ ਵਿੱਚ ਪਾ ਕੇ ਰੰਗ ਚਾੜਦੇ ਨੇ। ਉਹ ਚੂੜੇ ਨੂੰ ਬੜੀ ਦੇਰ ਲੱਗ ਜਾਂਦੀ ਹੈ। ਤਬ ਹੈ ਭਗੀਰਥ ਬੋਲਿਓ ਬਾਨੀ। ਜਦੋਂ ਇਹ ਗੱਲ ਭਾਈ ਭਗੀਰਥ ਨੇ ਮਨਸੁਖ ਦੇ ਕੋਲੋਂ ਸੁਣੀ ਨਾ ਕਿ ਚੂੜੇ ਨੂੰ ਸਮਾਂ ਲੱਗ ਜਾਣਾ, ਉਹ ਅੱਜ ਤਿਆਰ ਨਹੀਂ ਹੋਣਾ, ਫਿਰ ਭਾਈ ਭਗੀਰਥ ਜੀ ਇਸ ਪ੍ਰਕਾਰ ਬਚਨ ਕਰਦੇ ਹਨ, ਸੁਨੋ ਸਾਹੋ ਵਿਪਰੀਤ ਕਹਾਣੀ। ਕਹਿਣ ਲੱਗੇ ਹੈ ਸਾਹ, ਫਿਰ ਤਾਂ ਇਹ ਜਿਹੜੀ ਗੱਲ ਹੈ ਨਾ ਬੜੀ ਉਲਟੀ ਹੋ ਜਾਣੀ ਹੈ, ਮੇਰੇ ਗੁਰੂ ਦੇ ਬਚਨ ਦੇ ਉਲਟ ਹੋ ਜਾਣਾ। ਮੈਂ ਇੱਕ ਰਾਤ ਤੋਂ ਵੱਧ ਇੱਥੇ ਰੁਕ ਨਹੀਂ ਸਕਦਾ। ਭਗੀਰਥ ਨੇ ਜਦੋਂ ਇਹ ਗੱਲ ਆਖੀ ਨਾ, ਇੱਕ ਰਾਤ ਤੋਂ ਵੱਧ ਨਹੀਂ ਰੁਕ ਸਕਦਾ, ਜੇ ਮੈਂ ਰੁਕ ਗਿਆ ਫਿਰ ਤਾਂ ਉਲਟ ਹੋ ਜਾਏਗਾ ਸਾਰਾ ਹੀ ਕੰਮ। ਤਾਂ ਅੱਗਿਓਂ ਭਾਈ ਮਨਸੁਖ ਕਹਿੰਦਾ ਕੀ ਗੱਲ, ਇੱਕ ਦਿਨ ਕਿਉਂ ਨਹੀਂ ਹੋਰ ਰੁਕ ਸਕਦਾ? ਸਮਾਨ ਲੈ ਕੇ ਜਾਣਾ ਹੈ, ਇੱਕ ਦਿਨ ਹੋਰ ਠਹਿਰ ਜਾ, ਇੱਕ ਰਾਤ ਹੋਰ ਰੁਕ ਜਾ, ਇਹਦੇ ਵਿੱਚ ਕਿਹੜੀ ਵਿਪਰੀਤੀ ਹੈ? ਇਸ ਪ੍ਰਕਾਰ ਭਾਈ ਮਨਸੁਖ ਜੀ ਪੁੱਛਦੇ ਹਨ, ਦੂਜੀ ਨਿਸਾਰ ਹੋ ਜੇ ਨਗਰਾ। ਭਾਈ ਮਨਸੁਖ ਜੀ ਨੂੰ ਕਹਿਣ ਲੱਗੇ ਭਗੀਰਥ, ਕਹਿੰਦੇ ਜੇ ਮੈਂ ਇਸ ਨਗਰੀ ਦੇ ਵਿੱਚ, ਲਾਹੌਰ ਦੇ ਵਿੱਚ ਇੱਕ ਰਾਤ ਹੋਰ ਰੁਕ ਗਿਆ, ਬਾਦ ਜਨਮ ਜਾਬ ਹੈ ਮੁਝ ਸਗਰਾ। ਭਾਈ ਭਗੀਰਥ ਜੀ ਕਹਿੰਦੇ ਮੇਰਾ ਸਾਰਾ ਜਨਮ ਬੇਅਰਥ ਚਲਾ ਜਾਣਾ ਹੈ। ਜੇ ਇੱਕ ਰਾਤ ਹੋਰ ਰੁਕ ਗਿਆ ਨਾ, ਮੇਰਾ ਜਨਮ ਬਿਰਥਾ ਚਲਾ ਜਾਏਗਾ। ਮੇਰੇ ਗੁਰੂ ਦਾ ਹੁਕਮ ਹੈ ਕਿ ਇੱਕ ਰਾਤ ਰੁਕਣਾ, ਮੈਂ ਇੱਥੇ ਇੱਕ ਰਾਤ ਹੀ ਰੁਕ ਸਕਦਾ। ਜੇ ਇੱਕ ਰਾਤ ਹੋਰ ਠਹਿਰ ਗਿਆ, ਸਾਰਾ ਜਨਮ ਜਿੰਨੀ ਮਿਹਨਤ ਕੀਤੀ ਹੈ, ਜਿੰਨੀ ਗੁਰੂ ਦੇ ਕੋਲੋਂ ਕਿਰਪਾ ਪ੍ਰਾਪਤ ਕੀਤੀ ਹੈ, ਗੁਰੂ ਦੀ ਬਖਸ਼ਿਸ਼ ਦੇ ਦੁਆਰਾ ਜਿਹੜਾ ਇਹ ਮਨੁੱਖਾ ਜਨਮ ਹੈ, ਮੇਰਾ ਸਾਰਾ ਜਿਹੜਾ ਹੈ ਉਹ ਬੇਅਰਥ ਚਲਾ ਜਾਏਗਾ। ਕਹਿਓ ਸਾਹੋ ਕੋ ਜਾ ਕੋ ਕਾਰਨ। ਫਿਰ ਸ਼ਾਹ ਹੈਰਾਨ ਹੋ ਕੇ ਪੁੱਛਦਾ ਇਹਦਾ ਕਾਰਨ ਕੀ ਹੈ? ਤੂੰ ਕਹਿੰਦਾ ਜੇ ਮੈਂ ਇੱਕ ਰਾਤ ਹੋਰ ਇੱਥੇ ਠਹਿਰ ਗਿਆ ਜਨਮ ਬਿਰਥਾ ਚਲਾ ਜਾਏਗਾ, ਇਹ ਕਾਰਨ ਕੀ ਹੈ? ਕੀ ਗੱਲ ਹੈ? ਮੈਨੂੰ ਸਮਝ ਨਹੀਂ ਆਉਂਦੀ, ਇਹਦੇ ਵਿੱਚ ਭੇਦ ਕੀ ਹੈ? ਭਾਈ ਮਨਸੁਖ ਜੀ ਭਗੀਰਥ ਨੂੰ ਪੁੱਛਦੇ ਹਨ, ਔਰ ਸੰਸੈ ਪਾ ਕਰਹੁ ਨਿਵਾਰਣ। ਕਹਿੰਦੇ ਮੇਰੇ ਮਨ ਦੇ ਵਿੱਚ ਇਹ ਸੰਸਾ ਪੈਦਾ ਹੋ ਗਿਆ ਕਿ ਕਿਉਂ ਤੂੰ ਇੱਕ ਰਾਤ ਇੱਥੇ ਹੋਰ ਨਹੀਂ ਠਹਿਰਨਾ ਚਾਹੁੰਦਾ? ਜੇ ਤੂੰ ਇੱਥੇ ਇੱਕ ਰਾਤ ਠਹਿਰ ਗਿਆ, ਤੇਰਾ ਮਨੁੱਖਾ ਜਨਮ ਬਿਰਥਾ ਚਲਾ ਜਾਏਗਾ।
ਕੀ ਕਾਰਨ ਹੈ, ਕਿਉਂ ਕਹਿੰਦਾ ਤੂੰ ਇਸ ਤਰ੍ਹਾਂ ਕਿ ਸਾਰਾ ਜਨਮ ਬੇਅਰਥ ਚਲਾ ਜਾਏਗਾ? ਇਹਦਾ ਕਾਰਨ ਕੀ ਹੈ? ਮੇਰੇ ਮਨ ਵਿੱਚ ਸੰਸਾ ਪੈ ਗਿਆ। ਇਹ ਸੰਸਾ ਜਿਹੜਾ ਨਿਵਾਰਨ ਕਰੋ। ਭਾਈ ਮਨਸੁਖ ਜੀ ਭਗੀਰਥ ਜੀ ਨੂੰ ਆਖ ਰਹੇ ਹਨ, ਜੋ ਮਾਨਵ ਭੇਜੋ ਨਿਪਤਾਦੂ। ਉਹ ਹੱਥ ਜੋੜ ਕੇ ਭਾਈ ਮਨਸੁਖ ਕਹਿਣ ਲੱਗਾ, ਪਿਆਰਿਆ ਮੈਂ ਤੈਨੂੰ ਦੱਸਾਂ, ਜਿਸ ਮਾਨਵ ਨੇ, ਜਿਸ ਮਨੁੱਖ ਨੇ ਮੈਨੂੰ ਤੇਰੇ ਕੋਲ ਭੇਜਿਆ, ਉਹ ਕਹਿਣ ਲੱਗਾ ਉਹਨਾਂ ਦਾ ਹੁਕਮ ਹੈ ਕਿ ਮੈਂ ਇੱਥੇ ਇੱਕ ਰਾਤ ਰੁਕਾਂ। ਤਾਂ ਅੱਗੇ ਭਾਈ ਮਨਸੁਖ ਕਹਿੰਦਾ, ਜਿਹੜੇ ਰਾਜੇ ਨੇ, ਜਿਸ ਚੌਧਰੀ ਨੇ ਤੈਨੂੰ ਭੇਜਿਆ ਇੱਥੇ ਮੇਰੇ ਕੋਲ, ਐਡੀ ਕਿਹੜੀ ਉਹ ਗੱਲ ਹੋ ਜਾਏਗੀ ਜੇ ਤੂੰ ਇੱਕ ਰਾਤ ਹੋਰ ਰੁਕ ਜਾਏਗਾ? ਫਿਰ ਕੀ ਹੋ ਜਾਏਗਾ ਜੇ ਤੈਨੂੰ ਉਹਨੇ ਕਹਿ ਕੇ ਭੇਜਿਆ ਕਿ ਇੱਕ ਰਾਤ ਰੁਕਣਾ? ਹੁਣ ਸਮਾਨ ਤਿਆਰ ਨਹੀਂ, ਕੱਲ ਨੂੰ ਤਿਆਰ ਹੋ ਜਾਏਗਾ, ਇੱਕ ਰਾਤ ਹੋਰ ਠਹਿਰ ਜਾ, ਇਹਦੇ ਨਾਲ ਕੀ ਹੋਣ ਲੱਗਾ ਹੈ? ਇਸ ਤਰ੍ਹਾਂ ਭਾਈ ਮਨਸੁਖ ਜੀ ਪੁੱਛਦੇ ਹਨ, ਪੁੱਛਰੈ ਜਨ ਜਨਮ ਹੋਏ ਬਾਦੂ। ਜਿਹੜਾ ਤੂੰ ਕਹਿੰਦਾ ਕਿ ਮੇਰਾ ਜਨਮ ਬਰਬਾਦ ਚਲਾ ਜਾਣਾ ਹੈ, ਬਿਰਥਾ ਚਲਾ ਜਾਣਾ ਹੈ, ਉਹ ਕੌਣ ਹੈ ਜਿਹਦਾ ਤੂੰ ਹੁਕਮ ਇਸ ਤਰ੍ਹਾਂ ਮੰਨ ਰਿਹਾ ਹੈ? ਕਿਹਨੇ ਤੈਨੂੰ ਇਹ ਗੱਲ ਕਹੀ ਹੈ ਕਿ ਕੋਈ ਰਾਤ ਰੁਕਣਾ ਹੈ? ਇਸ ਪ੍ਰਕਾਰ ਭਾਈ ਮਨਸੁਖ ਜੀ ਪੁੱਛ ਰਹੇ ਹਨ, ਸੁਨਹੁ ਸਾਹੋ ਮਮ ਸਤਿਗੁਰ ਪੂਰਾ। ਭਾਈ ਮਨਸੁਖ ਜੀ ਕਹਿੰਦੇ ਐ, ਸਾਹ ਸੁਣ, ਮੇਰਾ ਜਿਹੜਾ ਗੁਰੂ ਹੈ ਨਾ, ਉਹ ਕੋਈ ਰਾਜਾ ਨਹੀਂ, ਪਰ ਰਾਜਿਆਂ ਦਾ ਵੀ ਰਾਜਾ, ਸ਼ਹਿਨਸ਼ਾਹ ਦਾ ਵੀ ਸ਼ਹਿਨਸ਼ਾਹ। ਮੇਰਾ ਸਤਿਗੁਰੂ ਪੂਰਾ ਹੈ, ਉਹਦਾ ਹਰ ਇੱਕ ਬਚਨ ਪੂਰਾ ਹੁੰਦਾ, ਉਹ ਬਚਨਾਂ ਦਾ ਬਲੀ, ਜੋਧਾ ਮਹਾਬਲੀ ਸੂਰਮਾ ਹੈ। ਮੇਰਾ ਗੁਰੂ ਜਿਹੜਾ ਬਚਨ ਦਾ ਪੂਰਨ ਸਤਿਗੁਰੂ ਹੈ, ਉਸ ਪੂਰੇ ਗੁਰੂ ਦਾ ਹੁਕਮ ਹੈ ਕਿ ਮੈਂ ਇੱਥੇ ਇੱਕ ਰਾਤ ਰੁਕਾਂ। ਅਸੀਂ ਉਹਦੇ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਇਸ ਤਰ੍ਹਾਂ ਭਾਈ ਮਨਸੁਖ ਜੀ ਆਖ ਰਹੇ ਹਨ, ਜਾਂ ਕੋ ਬਚਨ ਹੋਤ ਨਹਿ ਊਰਾ। ਮੇਰੇ ਪੂਰੇ ਗੁਰੂ ਦਾ ਬਚਨ ਕਦੀ ਖਾਲੀ ਨਹੀਂ ਜਾ ਸਕਦਾ। ਜਿਵੇਂ ਉਹਦਾ ਹੁਕਮ ਹੁੰਦਾ, ਅਸੀਂ ਉਹਦੇ ਹੁਕਮ ਦੇ ਅਨੁਸਾਰ ਚੱਲਦੇ ਹਾਂ, ਅਸੀਂ ਉਹਦੇ ਹੁਕਮ ਤੋਂ ਬਾਹਰ ਨਹੀਂ ਚੱਲ ਸਕਦੇ। ਮੇਰੇ ਸਤਿਗੁਰੂ ਦਾ ਬਚਨ ਪੂਰਨ ਹੁੰਦਾ ਹੈ। ਤਿਨ ਕੀ ਆਇਸ ਜਾਨ ਹੋਐਸ। ਸੋ ਕਹਿਣ ਲੱਗੇ ਭਾਈ ਮਨਸੁਖ, ਉਹਨਾਂ ਦੀ ਜਿਹੜੀ ਆਇਸ, ਉਹਨਾਂ ਦਾ ਜਿਹੜਾ ਹੁਕਮ ਹੈ ਨਾ, ਉਹ ਇਸ ਪ੍ਰਕਾਰ ਹੈ, ਦੂਜੀ ਨਿਸਪੁਰ ਰਹੋ ਨ ਜੈਸ। ਸੋ ਮੇਰੇ ਸਤਿਗੁਰੂ ਨੇ ਹੁਕਮ ਕੀਤਾ ਸੀ ਦੂਸਰੀ ਰਾਤ ਲਾਹੌਰ ਨਹੀਂ ਰੁਕਣਾ, ਸਮਾਨ ਲੈ ਕੇ ਨਾਲ ਦੀ ਨਾਲ ਤੁਰੰਤ ਵਾਪਸ ਆ ਜਾਣਾ ਹੈ। ਮੇਰੇ ਪੂਰੇ ਸਤਿਗੁਰੂ ਦਾ ਹੁਕਮ ਹੈ, ਉਹ ਬੜਾ ਬੇਅੰਤ ਹੈ, ਉਹ ਅੰਤਰਜਾਮੀ ਹੈ, ਉਹ ਘਟ ਘਟ ਦੀਆਂ ਜਾਣਨ ਵਾਲਾ, ਉਹਦਾ ਬਚਨ ਪੂਰਾ ਹੁੰਦਾ ਹੈ। ਉਸ ਮੇਰੇ ਸਤਿਗੁਰੂ ਦਾ ਹੁਕਮ ਹੈ ਕਿ ਇੱਕੋ ਹੀ ਰਾਤ ਰੁਕਣਾ ਹੈ। ਇਸ ਲਈ ਇਹ ਮਨਸੁਖ, ਮੈਂ ਲਾਹੌਰ ਦੇ ਵਿੱਚ ਦੂਸਰੀ ਰਾਤ ਨਹੀਂ ਰੁਕ ਸਕਦਾ। ਇਸ ਤਰ੍ਹਾਂ ਭਾਈ ਭਗੀਰਥ ਜੀ ਬਚਨ ਕਰਦੇ ਹਨ, ਸੁਨ ਕਰ ਮਨ ਸੁਖ ਬਚਨ ਬਖਾਨਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਜਦੋਂ ਭਾਈ ਭਗੀਰਥ ਨੇ ਇਹ ਬਚਨ ਆਖਿਆ ਨਾ ਕਿ ਮੇਰੇ ਗੁਰੂ ਦਾ ਹੁਕਮ ਹੈ, ਉਹਨੇ ਹੁਕਮ ਕੀਤਾ ਸੀ ਕਿ ਇੱਕੋ ਹੀ ਰਾਤ ਰੁਕਣਾ ਹੈ, ਇਹ ਗੱਲ ਸੁਣ ਕੇ ਨਾ ਭਾਈ ਮਨਸੁਖ ਜੀ ਹੈਰਾਨ ਵੀ ਹੋਏ ਤੇ ਮੁਸਕਰਾਏ ਕਿ ਕਲਯੁਗ ਦੇ ਵਿੱਚ ਇਹੋ ਜਿਹਾ ਕਿਹੜਾ ਪੂਰਾ ਸਤਿਗੁਰੂ ਹੈ? ਸਾਰੇ ਪਖੰਡੀ ਤੁਰੇ ਫਿਰਦੇ ਨੇ। ਜਿਵੇਂ ਅੱਜ ਕੱਲ ਕਹਿੰਦੇ ਨੇ ਨਾ ਬਹੁਤ ਸਾਰੇ ਗਿਆਨੀ ਕਿ ਕੋਈ ਪੂਰਾ ਨਹੀਂ, ਕੋਈ ਸਾਧੂ ਨੂੰ, ਕੋਈ ਸੰਤ ਨਹੀਂ। ਇਸੇ ਤਰ੍ਹਾਂ ਹੀ ਉਹਨੇ ਕਿਹਾ ਕਲਯੁਗ ਦੇ ਵਿੱਚ ਕਿਹੜਾ ਪੂਰਾ ਹੁੰਦਾ? ਐਵੇਂ ਗੱਲਾਂ ਹੀ ਨੇ, ਪਖੰਡ ਨੇ। ਇਸ ਤਰ੍ਹਾਂ ਮੁਸਕਰਾ ਕੇ ਜੇ ਇੱਕ ਹਾਸਾ ਜਿਹਾ ਉਡਾ ਕੇ ਭਾਈ ਮਨਸੁਖ ਭਾਈ ਭਗੀਰਥ ਜੀ ਨੂੰ ਇਸ ਤਰ੍ਹਾਂ ਆਖ ਰਹੇ ਹਨ, ਕਲੀ ਕਾਲ ਅਤ ਸਹਿਬਰ ਬਾਨਾ। ਜਿੱਡੀ ਸ਼ਕਤੀ ਦਾ ਮਾਲਕ ਤੂੰ ਕਹਿਣਾ ਐ ਭਗੀਰਥ, ਐਦਾਂ ਦਾ ਕਲਾਵਾਨ, ਐਦਾਂ ਦਾ ਸੱਚਾ ਗੁਰੂ ਇਸ ਕਲਯੁਗ ਵਿੱਚ ਨਹੀਂ ਹੋ ਸਕਦਾ। ਕਲਯੁਗ ਦੇ ਵਿੱਚ ਕੋਈ ਵੀ ਪੂਰਾ ਨਹੀਂ ਹੋ ਸਕਦਾ। ਮੈਂ ਤੇ ਕੋਈ ਨਹੀਂ ਦੇਖਿਆ, ਬੜੇ ਸੰਤ ਦੇਖੇ ਨੇ, ਬੜੇ ਲੱਭੇ ਨੇ, ਬੜਿਆਂ ਦੀ ਸੰਗਤ ਕੀਤੀ ਹੈ ਮੈਂ ਹੁਣ ਤੱਕ। ਪਤਾ ਨਹੀਂ ਕਿੰਨੇ ਕੁ ਸਾਧੂਆਂ ਦੇ ਕੋਲ ਗਿਆ, ਉਹਨਾਂ ਦੇ ਕੋਲ ਮੱਥਾ ਟੇਕਿਆ, ਪਰ ਸਾਰੇ ਗੱਲਾਂ ਵਾਲੇ ਸੀ, ਪੂਰਾ ਕੋਈ ਵੀ ਨਹੀਂ ਮਿਲਿਆ। ਕਲਯੁਗ ਦੇ ਵਿੱਚ ਤਾਂ ਪੂਰੇ ਗੁਰੂ ਦਾ ਮਿਲਣਾ ਬੜਾ ਹੀ ਔਖਾ ਹੈ। ਮੈਂ ਨਹੀਂ ਮੰਨਦਾ ਕਿ ਕੋਈ ਪੂਰਾ ਗੁਰੂ ਹੋਏਗਾ। ਇਸ ਤਰ੍ਹਾਂ ਭਾਈ ਮਨਸੁਖ ਜੀ ਭਾਈ ਭਗੀਰਥ ਨੂੰ ਆਖ ਰਹੇ ਹਨ, ਇਸ ਮਹਿ ਸੋ ਕੋਈ ਨ ਪੂਰਾ। ਇਸ ਕਲਯੁਗ ਵਿੱਚ ਕੋਈ ਪੂਰਾ ਹੋ ਹੀ ਨਹੀਂ ਸਕਦਾ। ਤੂੰ ਇੱਕ ਦੀ ਗੱਲ ਕਰਦਾ, ਤੂੰ ਤਾਂ ਇੱਕ ਸੰਤ ਕੋਲੇ ਗਿਆ ਹੋਵੇਂਗਾ, ਇੱਕ ਗੁਰੂ ਕੋਲੇ ਗਿਆ। ਮੈਂ ਤਾਂ ਪਤਾ ਨਹੀਂ ਕਿੰਨਿਆਂ ਕੋਲੇ ਜਾ ਕੇ ਆ ਗਿਆ, ਗਿਣਤੀ ਇਹ ਕੋਈ ਨਹੀਂ। ਭੱਟਾਂ ਨੇ ਵੀ ਕਿਹਾ ਨਾ ਆਪਣੀ ਬਾਣੀ ਦੇ ਵਿੱਚ, ਆਪਾਂ ਪੜ੍ਹਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਭੱਟ ਆਏ ਨੇ ਨਾ, ਉਹਨਾਂ ਨੇ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ, ਸਤਿਗੁਰੂ ਜੀ 1 ਸਾਲ ਹੋ ਗਿਆ ਸਾਨੂੰ ਭਟਕਦਿਆਂ ਨੂੰ, ਪੂਰੇ ਗੁਰੂ ਦੀ ਤਲਾਸ਼ ਕਰਦਿਆਂ ਨੂੰ, ਪਰ ਕਿਤੇ ਕੋਈ ਪੂਰਾ ਨਹੀਂ ਮਿਲਿਆ। ਸਾਰੇ ਕਹਿੰਦੇ ਜ਼ਰੂਰ ਸੀ ਕਿ ਮੈਂ ਪੂਰਾ। ਉਹਨੇ ਆਪਣੇ ਚੇਲੇ, ਆਪਣੇ ਏਜੰਟ ਛੱਡੇ ਹੁੰਦੇ ਨੇ, ਹਰ ਇੱਕ ਸੰਤ ਨੇ, ਬਾਬੇ ਨੇ, ਉਹ ਹਰੇਕ ਕਹਿੰਦਾ ਜੀ ਸਾਡਾ ਬਾਬਾ ਪੂਰਾ ਹੈ,
ਸਾਡਾ ਸੰਤ ਪੂਰਾ ਹੈ, ਇੱਥੇ ਆ ਕੇ ਮੱਥਾ ਟੇਕ ਲਓ, ਇੱਥੋਂ ਬੜੀਆਂ ਦਾਤਾਂ ਮਿਲਦੀਆਂ ਨੇ। ਸਾਰੇ ਕਹਿੰਦੇ ਸੀ ਪੂਰੇ ਆ। ਭੱਟ ਕਹਿੰਦੇ ਸੀ ਭਟਕ ਭਟਕ ਕੇ ਆ ਗਏ, ਕਿਤੇ ਪੂਰਾ ਨਹੀਂ ਕੋਈ ਮਿਲਿਆ। ਉਹਨਾਂ ਨੇ ਬਾਣੀ ਦੇ ਵਿੱਚ ਲਿਖ ਵੀ ਦਿੱਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ 'ਚ। ਭੱਟਾਂ ਦੇ ਸਵਈਏ ਤੁਸੀਂ ਪੜ੍ਹਦੇ ਹੋ, ਉਹਦੇ ਵਿੱਚ ਭੱਟਾਂ ਨੇ ਲਿਖਿਆ, ਬਰਸ਼ ਏਕ ਹੋਂ ਫਿਰਿਓ ਕਿਨੈ ਨਾ ਪਰਚੋ ਲਾਇਓ, ਕਹਤੇ ਐ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। 1 ਸਾਲ ਹੋ ਗਿਆ ਸਾਨੂੰ ਭਟਕਦਿਆਂ ਨੂੰ, ਕੋਈ ਪੂਰਾ ਨਹੀਂ ਮਿਲਿਆ। ਕਹਿੰਦੇ ਸਾਰੇ ਸੀ ਕਿ ਅਸੀਂ ਪੂਰੇ ਆ, ਪਰ ਸਾਰੇ ਅਧੂਰੇ ਮਿਲੇ ਜਿੰਨੇ ਮਿਲੇ ਨੇ। ਉਹਨਾਂ ਦੀ ਰਹਿਣੀ ਬਹਿਣੀ, ਉਹਨਾਂ ਦੇ ਕੋਲ ਜਾ ਕੇ ਜਦੋਂ ਵੇਖਿਆ, ਗੱਲਾਂ ਨੂੰ ਬੜੇ ਪੂਰੇ ਲੱਗਦੇ ਸੀ, ਦੇਖਣ ਨੂੰ ਬੜੇ ਪੂਰੇ ਲੱਗਦੇ ਸੀ, ਪਰ ਰਹਿਤ ਕੋ ਖੁਸ਼ੀ ਨਾ ਆਇਓ। ਉਹਨਾਂ ਦੀ ਰਹਿਣੀ ਬਹਿਣੀ ਜਿਹੜੀ ਨਾ, ਉਹ ਗੁਰੂਆਂ ਵਾਲੀ, ਉਹ ਸੰਤਾਂ ਵਾਲੀ ਨਹੀਂ ਸੀ। ਅਸੀਂ ਭਟਕਦੇ ਫਿਰਦੇ ਰਹੇ, ਕਿੱਥੇ ਕਿੱਥੇ ਗਏ। ਨਾਲ ਇਹ ਵੀ ਬਚਨ ਕਰ ਦਿੱਤਾ, ਨਾਮ ਵੀ ਲੈ ਦਿੱਤਾ ਭੱਟਾਂ ਨੇ, ਕੋਈ ਪੜਦਾ ਨਹੀਂ ਰੱਖਿਆ। ਉਹ ਕਹਿੰਦੇ ਜਦੋਂ ਅਸੀਂ ਲੱਭਣ ਤੁਰੇ ਨਾ, ਜਿਹੜੇ ਸੰਤਾਂ ਨੂੰ, ਜਿਨ੍ਹਾਂ ਦੇ ਡੇਰਿਆਂ ਵਿੱਚ, ਜਿਨ੍ਹਾਂ ਦੇ ਆਸ਼ਰਮਾਂ ਦੇ ਵਿੱਚ ਗਏ, ਜਿਹੜੇ ਆਪਣੇ ਆਪ ਨੂੰ ਪੂਰਾ ਕਹਿੰਦੇ ਸੀ, ਕੋਈ ਸੰਨਿਆਸੀ, ਕੋਈ ਤਪਸੀ, ਭਾਵ ਪਤਾ ਨਹੀਂ ਕਿੱਥੇ ਕਿੱਥੇ ਗਏ। ਸੰਨਿਆਸੀ ਤਪਸੀ ਐ ਮੁਖੋਂ ਇਹ ਪੰਡਤ ਮਿੱਠੇ। ਬੜੇ ਪਿਆਰ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਚਨ ਕਰ ਰਹੇ ਨੇ। ਕਹਿੰਦੇ ਅਸੀਂ ਸਾਧੂ ਦੀ ਤਲਾਸ਼ ਦੇ ਵਿੱਚ, ਕੋਈ ਪੂਰਨ ਸਾਧੂ ਮਿਲ ਜਾਏ, ਕੋਈ ਸੰਤ ਮਿਲ ਜਾਏ। ਅਸੀਂ ਸਾਧੂ ਦੀ ਤਲਾਸ਼ ਦੇ ਵਿੱਚ ਭਟਕਦੇ ਰਹਿਓ ਸੰਤ ਹੋਂ ਟੋਲ ਸਾਧ ਬਹੁਤ ਤੇਰੇ ਡਿੱਠੇ। ਐ ਸਤਿਗੁਰੂ ਜੀ ਬੜੇ ਸਾਧੂ ਦੇਖੇ, ਬੜੇ ਸੰਤ ਦੇਖੇ, ਜਿਹੜੇ ਕਹਿੰਦੇ ਸੀ ਅਸੀਂ ਪੂਰੇ ਆ। ਰਹਿਓ ਸੰਤ ਹੋਂ ਟੋਲ ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਤਪਸੀਐ ਮੁਖੋਂ ਇਹ ਪੰਡਤ ਮਿੱਠੇ। ਇਹ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਸੀ, ਬੜਾ ਕਹਿੰਦੇ ਸੀ ਅਸੀਂ ਪੂਰੇ ਆ। ਪਰ ਜਦੋਂ ਉਹਨਾਂ ਦੇ ਕੋਲ ਗਏ, ਬਰਸ ਏਕ ਹੋਂ ਫਿਰਿਓ ਕਿਨੈ ਨਾ ਪਰਚੋ ਲਾਇਓ, ਕਹਤੇ ਐ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਇਸੇ ਤਰ੍ਹਾਂ ਭਾਈ ਭਗੀਰਥ ਨੂੰ ਭਾਈ ਮਨ ਸੁਖ ਕਹਿੰਦਾ, ਗੱਲਾਂ ਹੀ ਨੇ, ਪੂਰਾ ਸਾਧੂ ਕੋਈ ਨਹੀਂ, ਪੂਰਾ ਗੁਰੂ ਕੋਈ ਨਹੀਂ। ਇਸ ਕਲਯੁਗ ਦੇ ਵਿੱਚ ਪੂਰਾ ਗੁਰੂ ਮੈਂ ਨਹੀਂ ਮੰਨਦਾ ਕਿ ਪੂਰਾ ਕੋਈ ਗੁਰੂ ਮਿਲ ਜਾਏ, ਮੈਂ ਬੜੇ ਲੱਭ ਕੇ ਥੱਕ ਗਿਆ। ਇਸ ਤਰ੍ਹਾਂ ਭਾਈ ਭਗੀਰਥ ਨੂੰ ਭਾਈ ਮਨ ਸੁਖ ਜੀ ਆਖ ਰਹੇ ਹਨ, ਤੂੰ ਭਾਖਤ ਜੈਸੋ ਜਸ ਰੂਰਾ। ਤੂੰ ਜਿਸ ਤਰ੍ਹਾਂ ਦਾ ਜਸ ਬਿਆਨ ਕਰਦਾ ਨਾ ਆਪਣੇ ਗੁਰੂ ਦਾ, ਐਦਾਂ ਦੇ ਜਸ ਵਾਲਾ ਮੈਂ ਨਹੀਂ ਕੋਈ ਗੁਰੂ ਦੇਖਿਆ ਅੱਜ ਤੱਕ। ਬਹੁਤ ਦੇਖੇ ਨੇ ਸਾਧੂ, ਉਹਨਾਂ ਦੇ ਚੇਲੇ ਵੀ ਬੜੇ ਮੈਨੂੰ ਮਿਲੇ ਨੇ, ਮੈਂ ਉਹਨਾਂ ਦੀ ਸੰਗਤ ਵੀ ਬੜੀ ਕੀਤੀ ਹੈ। ਜਿੱਦਾਂ ਦਾ ਜਸ ਤੂੰ ਕਹਿਣਾ ਨਾ, ਐਦਾਂ ਦਾ ਪੂਰਨ ਕੋਈ ਨਹੀਂ, ਅਧੂਰੇ ਹੀ ਮਿਲੇ ਨੇ। ਇਸ ਤਰ੍ਹਾਂ ਭਾਈ ਮਨ ਸੁਖ ਜੀ ਆਖ ਰਹੇ ਹਨ, ਓ ਸੁਮਤ ਨਹਿ ਕੀਜੈ ਸੰਸਾਰ। ਭਾਈ ਮਨ ਸੁਖ ਜੀ ਕਹਿੰਦੇ, ਉਹ ਸਮਤ, ਉਹ ਸੋਹਣੀ ਅਕਲ ਵਾਲੇ, ਉਹ ਸਿਆਣੇ ਬਿਆਣੇ, ਤੂੰ ਸਾਹੂਕਾਰ ਹੈ, ਬੜਾ ਚੰਗਾ ਹੈ, ਆਪਣੀ ਕਿਰਤ ਕਰਦਾ, ਬਹੁਤ ਚੰਗਾ ਹੈ, ਤੇਰਾ ਸੁਭਾਅ ਬੜਾ ਚੰਗਾ ਲੱਗਦਾ ਹੈ, ਸਾਧੂਆਂ ਦੀ ਸੰਗਤ ਤੂੰ ਕੀਤੀ ਹੈ, ਬਹੁਤ ਚੰਗੀ ਗੱਲ ਹੈ, ਲੱਗਦਾ ਕਿ ਤੂੰ ਚੰਗਾ ਗਿਆਨੀ ਹੈ, ਸੁਮਤ ਵਾਲਾ ਹੈ, ਸਿਆਣਾ ਹੈ। ਪਰ ਮੇਰੇ ਗੁਰੂ ਦੇ ਉੱਤੇ ਸ਼ੱਕ ਨਾ ਕਰ, ਮੇਰਾ ਗੁਰੂ ਅਧੂਰਾ ਨਹੀਂ, ਮੇਰਾ ਗੁਰੂ ਪੂਰਾ। ਕਿਸੇ ਪ੍ਰਕਾਰ ਦੀ ਕੋਈ ਮਨ ਦੇ ਵਿੱਚ ਸ਼ੰਕਾ ਨਾ ਕਰ। ਇਸ ਤਰ੍ਹਾਂ ਭਾਈ ਭਗੀਰਥ ਜੀ ਆਖ ਰਹੇ ਹਨ, ਜਿਸ ਕੀ ਮੈਂ ਭਾਖਤ ਸੋ ਪ੍ਰਸ਼ੰਸਾ। ਜਿਸ ਗੁਰੂ ਦੀ ਮੈਂ ਗੱਲ ਕਰ ਰਿਹਾ, ਜਿਹਦੀ ਮੈਂ ਪ੍ਰਸ਼ੰਸਾ ਕਰ ਰਿਹਾ, ਉਹ ਤਾਂ ਗੁਰੂਆਂ ਦਾ ਗੁਰੂ ਹੈ, ਪੈਗੰਬਰਾਂ ਦਾ ਪੈਗੰਬਰ, ਪੀਰਾਂ ਦਾ ਪੀਰ, ਸ਼ਹਿਨਸ਼ਾਹ ਦਾ ਸ਼ਹਿਨਸ਼ਾਹ। ਉਹਦੇ ਵਿੱਚ ਕੋਈ ਅਧੂਰਾਪਣ ਨਹੀਂ, ਉਹ ਵਾਕਈ ਪੂਰਾ ਹੈ, ਉਹਦੇ ਵਿੱਚ ਕੋਈ ਓਣਤਾ ਹੀ ਨਹੀਂ। ਤੂੰ ਮੇਰੇ ਗੁਰੂ ਤੇ ਸ਼ੰਕਾ ਨਾ ਕਰ, ਮੇਰੇ ਗੁਰੂ ਦਾ ਹੁਕਮ ਮੈਂ ਮੰਨਣਾ ਹੈ। ਇਸ ਤਰ੍ਹਾਂ ਭਾਈ ਭਗੀਰਥ ਜੀ ਆਖ ਰਹੇ ਹਨ, ਜਿਸ ਮਹਿ ਤਰਹੁ ਜੇ ਸਰਦਾ ਪੂਰੀ। ਕਹਿਣ ਲੱਗੇ, ਜੇ ਕਿਤੇ ਤੂੰ ਉਹਦੇ ਉੱਤੇ ਸ਼ਰਧਾ ਰੱਖ ਕੇ ਵੇਖ ਲੈ ਨਾ, ਮੇਰੇ ਸਤਿਗੁਰੂ ਗੁਰੂ ਨਾਨਕ ਦੇ ਉੱਤੇ ਆਪਣੀ ਪੂਰਨ ਤੌਰ ਤੇ ਸ਼ਰਧਾ, ਪੂਰੀ ਸ਼ਰਧਾ, ਪੂਰਾ ਵਿਸ਼ਵਾਸ ਸਮਰਪਣ ਕਰ ਦਵੇਂ ਤੂੰ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ, ਜਗ ਤੋਕ ਬੰਧਨ ਹਰ ਹੈ ਦੂਰੀ। ਮੇਰੇ ਸਤਿਗੁਰੂ ਦੇ ਉੱਤੇ ਸ਼ਰਧਾ ਧਾਰ ਕੇ ਵੇਖ, ਆਪਣੇ ਆਪ ਨੂੰ ਸਮਰਪਣ ਕਰਕੇ ਵੇਖ, ਤੈਨੂੰ ਭੈੜੇ ਬੰਧਨਾਂ ਦੇ ਵਿੱਚੋਂ ਮੁਕਤ ਕਰ ਦੇਗਾ। ਭਵ ਸਾਗਰ ਤੋਂ ਪਾਰ ਕਰਨ ਵਾਲਾ ਹੈ ਮੇਰਾ ਸਤਿਗੁਰੂ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਭਾਈ ਭਗੀਰਥ ਜੀ ਵਡਿਆਈ ਕਰ ਰਹੇ ਹਨ, ਕਲੀ ਕਾਲ ਤਾਰਨ ਕਰਤਾਰਾ। ਮੇਰਾ ਜਿਹੜਾ ਗੁਰੂ ਹੈ ਨਾ, ਉਹ ਤਾਂ ਕਰਤਾਰ ਨੇ, ਪਰਮੇਸ਼ਰ ਨੇ ਕਲਯੁਗ ਨੂੰ ਤਾਰਨ ਵਾਸਤੇ ਅਵਤਾਰ ਧਾਰਨ ਕੀਤਾ ਹੈ, ਕੋਈ ਆਮ ਮਨੁੱਖਾ ਜਨਮ ਨਹੀਂ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਤਾਂ ਕਰਤਾਰ ਆਪ ਹੀ ਦੁਨੀਆ ਦੇ ਉੱਤੇ ਸਾਨੂੰ ਪਾਪੀਆਂ ਨੂੰ ਤਾਰਨ ਵਾਸਤੇ ਆਏ ਹਨ। ਨਿਜ ਸਰੂਪ ਕੀਨੋ ਅਵਤਾਰਾ। ਉਸ ਕਰਤਾਰ ਨੇ ਆਪਣੇ ਨਿਜ ਸਰੂਪ ਦਾ ਅਵਤਾਰ ਧਾਰਨ ਕੀਤਾ ਰਾਏ ਭੋਏ ਦੀ ਤਲਵੰਡੀ ਦੇ ਵਿੱਚ।
ਔਰ ਹੁਣ ਸੁਲਤਾਨਪੁਰ ਦੇ ਵਿੱਚੋਂ ਸੰਗਤਾਂ ਨੂੰ ਤਾਰ ਰਹੇ ਨੇ। ਮੇਰਾ ਸਤਿਗੁਰੂ ਸਮਰੱਥ ਹੈ, ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨਾ ਕਰ, ਕਿਸੇ ਪ੍ਰਕਾਰ ਦੀ ਕੋਈ ਮਨ ਦੇ ਵਿੱਚ ਊਣਤਾਈ ਨਾ ਲੈ ਕੇ ਆ। ਇਸ ਤਰ੍ਹਾਂ ਭਾਈ ਭਗੀਰਥ ਜੀ ਸਮਝਾ ਰਹੇ ਹਨ। ਜੇ ਕੇ ਜਾਗਹਿ ਭਾਗ ਮਹਾਨਾ। ਹਾਂ, ਮੇਰੇ ਗੁਰੂ ਦੇ ਦਰਸ਼ਨ, ਮੇਰੇ ਗੁਰੂ ਦਾ ਮਿਲਾਪ ਉਹਨਾਂ ਨੂੰ ਹੁੰਦਾ ਹੈ ਜਿਨ੍ਹਾਂ ਦੇ ਭਾਗ ਮਹਾਨ ਹੋਣ। ਉਹ ਮਹਾਨ ਭਾਗ ਜਾਗ ਜਾਣ। ਜਿਹੜੇ ਭਾਗ ਨੇ ਨਾ, ਜਦੋਂ ਪੁੰਗਰਦੇ ਨੇ ਉਦੋਂ ਮੇਰਾ ਗੁਰੂ ਰਸਕ ਬੈਰਾਗੀ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਉਦੋਂ ਮਿਲਾਪ ਹੁੰਦਾ ਜਿਹਦੇ ਭਾਗ ਜਾਗ ਜਾਂਦੇ ਨੇ, ਮਹਾਨ ਭਾਗ ਹੁੰਦੇ ਨੇ, ਚੰਗੇ ਕਰਮ ਕੀਤੇ ਹੁੰਦੇ ਨੇ, ਉਹਨਾਂ ਨੂੰ ਗੁਰੂ ਦਾ ਮਿਲਾਪ ਹੁੰਦਾ ਹੈ। ਤੂੰ ਮਹਿਮਾ ਜਾਣਹਿ ਮਤਵਾਨਾ। ਉਹੀ ਮਤਵਾਨਾ, ਉਹੀ ਸਿਆਣਾ ਉਸ ਮੇਰੇ ਗੁਰੂ ਦੀ ਮਹਿਮਾ ਨੂੰ ਜਾਣ ਸਕਦਾ ਹੈ ਜਿਹਦੇ ਵੱਡੇ ਭਾਗ ਹੋਣ। ਮੰਦ ਭਾਗੀਆਂ ਨੇ ਕੀ ਗੁਰੂ ਨਾਨਕ ਦੀ ਵਡਿਆਈ ਜਾਣਨੀ ਹੈ? ਉਹ ਨਹੀਂ ਜਾਣ ਸਕਦੇ। ਵੱਡੇ ਭਾਗਾਂ ਵਾਲੇ ਨੇ, ਮਤਵਾਨੇ ਨੇ, ਉੱਚੀ ਬੁੱਧ ਵਾਲੇ ਸਿਆਣੇ ਜਿਹੜੇ ਨੇ, ਉਹ ਮੇਰੇ ਗੁਰੂ ਦੇ ਭੇਦ ਨੂੰ ਸਮਝ ਲੈਂਦੇ ਨੇ, ਉਹਦੀ ਮਹਿਮਾ ਵਡਿਆਈ ਨੂੰ ਜਾਣ ਲੈਂਦੇ ਹਨ। ਲੋਕੇ ਕਰੀਤ ਕਰ ਹੈ ਨਿਰਬਾਹੂ। ਉਹ ਆਪਣੀ ਵਡਿਆਈ ਨੂੰ ਛੁਪਾ ਕੇ ਦੁਕਾਨ ਦੇ ਉੱਤੇ ਬੈਠ ਕੇ ਆਪਣੇ ਪਰਿਵਾਰ ਦਾ ਤੇ ਸੰਸਾਰ ਦਾ ਨਿਰਵਾਹ ਕਰ ਰਹੇ ਨੇ, ਦੁਨੀਆ ਨੂੰ ਉਤਾਰ ਰਹੇ ਨੇ, ਨਾਲੇ ਆਪਣੇ ਪਰਿਵਾਰ ਦਾ ਨਿਰਵਾਹ ਕਰਦੇ ਨੇ। ਇਹ ਅਲੌਕਿਕ ਰੀਤ ਹੈ ਮੇਰੇ ਸਤਿਗੁਰੂ ਜੀ ਦੀ, ਉੱਥੇ ਬਿਰਾਜਮਾਨ ਹਨ। ਦੇ ਗਿਆਨ ਗਨ ਅਗਮ ਅਥਾਹੂ। ਆਪਣੇ ਆਪ ਨੂੰ ਛੁਪਾ ਕੇ ਰੱਖਿਆ ਹੋਇਆ, ਪਰ ਅੰਦਰ ਗਿਆਨ ਦਾ ਭੰਡਾਰ ਭਰਿਆ ਹੋਇਆ ਹੈ। ਅਗੰਤ ਗੁਣ ਨੇ ਜਿਹੜੇ ਗਿਣੇ ਨਹੀਂ ਜਾ ਸਕਦੇ। ਬੇਅੰਤ ਗੁਣਾਂ ਦਾ ਮਾਲਕ ਹੈ, ਅਥਾਹ ਹੈ, ਉਹਦਾ ਪਾਰਾਵਾਰ ਕੋਈ ਪਾ ਨਹੀਂ ਸਕਦਾ ਹੈ। ਸਰਬ ਕਟਨ ਕੋ ਅੰਤਰ ਜਾਮੀ। ਸਾਰਿਆਂ ਦੀਆਂ ਘਟਾਂ ਦੀਆਂ ਜਾਣਨ ਵਾਲਾ ਹੈ, ਘਟ ਘਟ ਕੇ ਅੰਤਰ ਕੀ ਜਾਣਤ। ਹਰ ਇੱਕ ਦੇ ਹਿਰਦੇ ਦੀ ਸਮਝ ਲੈਂਦਾ ਮੇਰਾ ਸਤਿਗੁਰੂ, ਕੁਝ ਦੱਸਣ ਦੀ ਲੋੜ ਨਹੀਂ ਪੈਂਦੀ। ਉਹ ਬੜਾ ਬੇਅੰਤ ਹੈ, ਸਾਰਿਆਂ ਦੇ ਹਿਰਦਿਆਂ ਦੀ ਮਨਾਂ ਦੇ ਵਿੱਚ ਕੀ ਚੱਲ ਰਿਹਾ ਹੈ ਮੇਰਾ ਸਤਿਗੁਰੂ ਸਾਰਿਆਂ ਦੇ ਹਿਰਦੇ ਦੀ ਜਾਣਦਾ ਹੈ। ਨਯੰਤਾ 14 ਲੋਕਨ ਸੁਆਮੀ। ਸੋ ਸਾਧ ਸੰਗਤ ਜੀ, ਭਾਈ ਸਾਹਿਬ ਜੀ ਕਹਿੰਦੇ ਨੇ ਹੰਤਾ 14 ਲੋਕਾਂ ਦੇ ਵਿੱਚ ਜਿਹੜੇ ਵੱਡੇ ਵੱਡੇ 14 ਲੋਕ ਮੰਨੇ ਗਏ ਨੇ, 14 ਲੋਕਾਂ ਦਾ ਮੇਰਾ ਨਾਨਕ ਸੁਆਮੀ ਹੈ। 14 ਲੋਕਾਂ ਨੂੰ ਗਿਆਨ ਦੇਣ ਵਾਲਾ, ਬੁੱਧੀ ਬਖਸ਼ਣ ਵਾਲਾ, ਪ੍ਰਕਾਸ਼ ਬਖਸ਼ਣ ਵਾਲਾ ਹੈ। ਸੰਤ ਮਿਲਨ ਕੀ ਜੇ ਅਬਿਲਾਖਾ। ਕਹਿਣ ਲੱਗੇ ਜੇ ਤੇਰੇ ਮਨ ਦੇ ਵਿੱਚ ਪੂਰੇ ਗੁਰੂ ਨੂੰ ਮਿਲਣ ਦੀ ਅਵਲਾਖ ਹੈ ਤਾਂ ਮੇਰੇ ਗੁਰੂ ਦੇ ਦਰਸ਼ਨ ਕਰ ਲਈ। ਤੂੰ ਕਹਿਣਾ ਨਾ ਕਿ ਦੁਨੀਆ ਦੇ ਉੱਤੇ ਕਲਯੁਗ ਦੇ ਵਿੱਚ ਕੋਈ ਪੂਰਾ ਨਹੀਂ, ਤਾਂ ਇੱਕ ਵਾਰ ਗੁਰੂ ਨਾਨਕ ਦੀ ਸ਼ਰਨ ਵਿੱਚ ਜਾ ਕੇ ਵੇਖ ਲੈ, ਤੈਨੂੰ ਪਤਾ ਲੱਗ ਜਾਏਗਾ ਕਿ ਪੂਰਾ ਗੁਰੂ ਕੀ ਹੁੰਦਾ ਹੈ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਭਾਈ ਭਗੀਰਥ ਜੀ ਆਖ ਰਹੇ ਹਨ। ਅਸਮਾਨ ਸੁਖ ਬਾਹਰੋ ਬਚ ਭਾਖਾ। ਸੋ ਸੰਤ ਮਿਲਣ ਕੀ ਜੇ ਅਭਿਲਾਖਾ। ਹੁਣ ਮਨ ਦੇ ਵਿੱਚ ਨਾ ਭਾਈ ਮਨ ਸੁਖ ਦੇ ਗੁਰੂ ਦੇ ਦਰਸ਼ਨਾਂ ਦੀ ਇੱਛਾ ਪੈਦਾ ਹੋ ਗਈ ਕਿ ਮੈਂ ਕਿਵੇਂ ਗੁਰੂ ਦੇ ਦਰਸ਼ਨ ਕਰ ਸਕਦਾ ਹਾਂ, ਕਿਵੇਂ ਜਾ ਕੇ ਗੁਰੂ ਦੇ ਦੀਦਾਰ ਕਰਦਾ। ਅਸ ਮਨ ਸੁਖ ਬਹੁਰੋ ਸੱਚ ਭਾਖਾ ਬਚ ਭਾਖਾ। ਇਸ ਤਰ੍ਹਾਂ ਸੋਚ ਸੋਚ ਕੇ ਸਾਰੀ ਮਹਿਮਾ ਵਡਿਆਈ ਗੁਰੂ ਦੀ ਸੁਣ ਕੇ ਭਾਈ ਭਗੀਰਥ ਦੇ ਕੋਲੋਂ ਗੁਰੂ ਦੇ ਮਿਲਣ ਵਾਸਤੇ ਭਾਈ ਮਨਸੁਖ ਭਾਈ ਭਗੀਰਥ ਜੀ ਨੂੰ ਇਸ ਤਰ੍ਹਾਂ ਬਚਨ ਕਰਦੇ ਹਨ। ਜੇ ਮੁਝ ਦੇ ਕਛ ਕਲਾ ਦਿਖਾਈ। ਭਾਈ ਮਨਸੁਖ ਕਹਿੰਦਾ ਮੈਂ ਹੁਣ ਐਦਾਂ ਤਾਂ ਨਹੀਂ ਕਿਸੇ ਤੇ ਵਿਸ਼ਵਾਸ ਕਰਦਾ, ਬਹੁਤ ਸੰਤਾਂ ਕੋਲੇ ਜਾ ਕੇ ਆ ਗਿਆ। ਜੇ ਕਿਤੇ ਗੁਰੂ ਮੈਨੂੰ ਕੋਈ ਕਲਾ ਦਿਖਾ ਦੇਵੇ, ਗੁਰੂ ਕਿਰਪਾ ਕਰਕੇ ਕੋਈ ਕਲਾ ਮੈਨੂੰ ਦਿਖਾ ਦੇ ਨਾ, ਫਿਰ ਮੈਂ ਗੁਰੂ ਤੇ ਵਿਸ਼ਵਾਸ ਕਰਾਂਗਾ। ਜੇ ਮੁਝ ਦੇ ਕਛ ਕਲਾ ਦਿਖਾਈ, ਜੇ ਧੰਨ ਗੁਰੂ ਨਾਨਕ ਪਾਤਸ਼ਾਹ ਮੈਨੂੰ ਕੋਈ ਕਲਾ ਦਿਖਾਉਣੀ ਕਰਨ, ਤਬ ਹੋਵਾਂ ਮੈਂ ਸਿੱਖ ਹਿਤ ਲਾਈ। ਤਾਂ ਮੈਂ ਉਹਨਾਂ ਦਾ ਸਿੱਖ, ਅੰਦਰੋਂ ਸਿੱਖ ਬਣ ਜਾਵਾਂਗਾ, ਚਿੱਤ ਲਾ ਕੇ ਉਹਨਾਂ ਦਾ ਸੇਵਕ ਬਣ ਜਾਵਾਂ, ਉਹਨਾਂ ਦੇ ਚਰਨਾਂ ਦਾ ਭੌਰਾ ਬਣ ਜਾਵਾਂ। ਇਸ ਤਰ੍ਹਾਂ ਭਾਈ ਮਨਸੁਖ ਜੀ ਆਖ ਰਹੇ ਹਨ। ਦੰਬੀ ਸਾਧ ਮਿਲੇ ਬਹੁ ਤੇਰੇ। ਦੰਬੀ ਸਾਧ ਮਿਲੇ ਬਹੁਤ ਤੇਰੇ। ਕਹਿੰਦਾ ਪਖੰਡੀ ਸਾਧ ਮੈਨੂੰ ਬਹੁਤ ਮਿਲੇ ਨੇ, ਬੜੇ ਪਖੰਡੀਆਂ ਕੋਲੇ ਜਾ ਕੇ ਆ ਗਏ ਆ, ਭਟਕ ਭਟਕ ਕੇ ਆ ਗਏ ਆ, ਸਿਰ ਦੇ ਉੱਤੇ ਸਵਾਹੀ ਪਾਈ ਆ, ਪੱਲੇ ਕੁਛ ਨਹੀਂ ਪਿਆ। ਜਿਵੇਂ ਭਾਈ ਭਰਤਰੀ ਜੀ ਕਹਿੰਦੇ ਨੇ ਨਾ, ਉਹ ਕਹਿੰਦੇ 12 ਸਾਲ ਹੋ ਗਏ ਕੱਲੀ ਸਿਵਿਆਂ ਦੀ ਸਵਾਹ ਹੀ ਛਾਣੀ ਆ, ਹੋਰ ਤਾਂ ਮੈਨੂੰ ਕੁਝ ਨਹੀਂ ਗੋਰਖਨਾਥ ਨੇ ਦਿੱਤਾ। ਆ ਸਵਾਹ ਜ਼ਰੂਰ ਸਿਰ ਤੇ ਪਾ ਲਈ, ਇਸ ਤੋਂ ਵੱਧ ਕੇ ਮੈਨੂੰ ਅਜੇ ਤੱਕ ਕੁਝ ਨਹੀਂ ਮਿਲਿਆ। ਇਸੇ ਤਰ੍ਹਾਂ ਭਾਈ ਮਨਸੁਖ ਜੀ ਕਹਿੰਦੇ ਨੇ ਦੰਬੀ ਸਾਧ ਮਿਲੇ ਬਹੁਤ ਤੇਰੇ। ਦੰਬੀ ਕਹਿੰਦੇ ਨੇ ਪਖੰਡ ਕਰਨ ਵਾਲਿਆਂ ਨੂੰ, ਜਿਹੜੇ ਪਖੰਡ ਕਰਦੇ ਨੇ, ਲੋਕਾਂ ਨੂੰ ਦਿਖਾਉਂਦੇ ਨੇ ਅਸੀਂ ਸੰਤ ਹਾਂ, ਪਰ ਹਣ ਅੰਦਰੋਂ ਪਖੰਡੀ। ਨਿਰੇ ਬਗਲੇ
ਬਾਹਰੋਂ ਦਿਖਾ ਰਹੇ ਨੇ ਸੰਤ, ਅੰਦਰ ਪਖੰਡ ਦੇ ਨਾਲ ਭਰਿਆ ਪਿਆ ਹੈ। ਭਾਈ ਸਾਹਿਬ ਜੀ ਕਹਿੰਦੇ ਦੰਭੀ ਸਾਧ ਮਿਲੇ ਬਹੁਤ ਤੇਰੇ, ਐਦਾਂ ਦੇ ਪਖੰਡੀ ਸੰਤ ਮੈਨੂੰ ਬਹੁਤ ਮਿਲੇ ਹਨ। ਸ਼ਾਂਤ ਨ ਪ੍ਰਾਪਤ ਪੀ ਕਹੇ ਰੇ, ਸ਼ਾਂਤ ਨਾ ਪ੍ਰਾਪਤ, ਮੈਨੂੰ ਕਿਤੋਂ ਮਨ ਦੀ ਸ਼ਾਂਤੀ ਨਹੀਂ ਮਿਲੀ। ਮੈਂ ਭਟਕਦਾ ਹਾਂ, ਦੁਖੀ ਹੁੰਦਾ ਹਾਂ, ਖੁਆਰ ਹੁੰਨਾ। ਦੇਖ ਮੇਰੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਧਨ ਦੇ ਭੰਡਾਰ ਭਰੇ ਪਏ ਨੇ, ਅੰਨ ਦੀ ਕੋਈ ਕਮੀ ਨਹੀਂ, ਵਸਤਰਾਂ ਦੀ ਕੋਈ ਕਮੀ ਨਹੀਂ, ਪਰ ਮਨ ਦੀ ਸ਼ਾਂਤੀ ਨਹੀਂ। ਭਟਕਦਾ ਹਾਂ, ਦੁਖੀ ਹੁੰਦਾ ਹਾਂ, ਮੈਨੂੰ ਕਿਤੋਂ ਸੁੱਖ ਨਹੀਂ ਮਿਲਿਆ, ਮਨ ਦੀ ਸ਼ਾਂਤੀ ਨਹੀਂ ਮਿਲੀ। ਪਖੰਡੀਆਂ ਦੇ ਕੋਲ ਜਾ ਕੇ ਹੋਰ ਦੁਖੀ ਹੋਇਆ ਮਨ। ਇਸ ਪ੍ਰਕਾਰ ਭਾਈ ਮਨਸੁਖ ਜੀ ਆਖ ਰਹੇ ਹਨ, ਜਾਂਤੇ ਮੁਝੈ ਨ ਉਪਜਤ ਪ੍ਰੀਤਾ। ਇਸ ਕਰਕੇ ਇਹ ਭਾਈ ਭਗੀਰਥ, ਮੇਰੇ ਮਨ ਦੇ ਵਿੱਚ ਨਾ ਹੁਣ ਕਿਸੇ ਸਾਧੂ ਸੰਤ ਦੇ ਲਈ ਪ੍ਰਤੀਤ ਨਹੀਂ ਪੈਦਾ ਹੁੰਦੀ, ਵਿਸ਼ਵਾਸ ਨਹੀਂ ਹੁੰਦਾ। ਇਹੀ ਸੋਚਦਾ ਕਿ ਇਹ ਵੀ ਕੋਈ ਪਹਿਲਾਂ ਵਾਲੇ ਵਰਗਾ ਹੀ ਹੋਣਾ ਹੈ, ਉਦਾਂ ਦਾ ਹੀ ਅਧੂਰਾ ਹੋਣਾ, ਇਹ ਵੀ ਪਖੰਡੀ ਹੋਏਗਾ। ਬਹੁਤ ਮਿਲਦੇ ਨੇ, ਜਿਹੜਾ ਮਿਲਦਾ ਪਖੰਡੀ ਮਿਲਦਾ। ਹੁਣ ਕਿਸੇ ਸੰਤ ਦੇ ਉੱਤੇ ਭਰੋਸਾ ਕਰਨ ਨੂੰ ਮਨ ਨਹੀਂ ਕਰਦਾ। ਇਸ ਤਰ੍ਹਾਂ ਭਾਈ ਮਨਸੁਖ ਜੀ ਆਖ ਰਹੇ ਹਨ, ਬਿਨ ਅਜਮਤ ਨਹਿ ਹੋਤ ਪਰਜੀਤਾ। ਹੁਣ ਜਿੰਨੀ ਦੇਰ ਤੱਕ ਮੈਂ ਅਜਮਾ ਕੇ ਨਹੀਂ ਨਾ ਦੇਖ ਲੈਂਦਾ, ਜਿੰਨੀ ਦੇਰ ਤੱਕ ਮੈਨੂੰ ਕੋਈ ਕਲਾ ਨਹੀਂ ਨਾ ਗੁਰੂ ਦਿਖਾ ਦਿੰਦਾ, ਮੇਰੇ ਮਨ ਵਿੱਚ ਪ੍ਰਤੀਤ ਨਹੀਂ ਪੈਦਾ ਹੁੰਦੀ, ਮੇਰੇ ਮਨ ਦੇ ਵਿੱਚ ਸ਼ਰਧਾ ਨਹੀਂ ਟਿਕਦੀ। ਸੋ ਟਿਕੇ ਵੀ ਕਿਵੇਂ? ਕਿਉਂਕਿ ਮੈਂ ਭਟਕ ਕੇ ਦੁਖੀ ਹੋ ਕੇ ਆਪਣਾ ਸਮਾਂ ਬਰਬਾਦ ਕਰਕੇ ਹੁਣ ਫਿਰ ਆਪਣੀ ਦੁਕਾਨ ਦੇ ਉੱਤੇ ਬੈਠ ਗਿਆ ਹਾਂ। ਇਸ ਪ੍ਰਕਾਰ ਭਾਈ ਭਗੀਰਥ ਜੀ ਆਖ ਰਹੇ ਹਨ, ਕਹਿਤ ਭਗੀਰਥ ਸਾਹੋ ਸੁਨੀਜੈ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਿਆਰੇ ਸਿੱਖ ਭਾਈ ਭਗੀਰਥ ਜੀ, ਜਿਹੜੇ ਪਹਿਲਾਂ ਦੇਵੀ ਦੇ ਪੁਜਾਰੀ ਹੁੰਦੇ ਸੀ, ਸਾਰਾ ਕੁਝ ਛੱਡ ਕੇ, ਸਾਰੇ ਦਰ ਛੱਡ ਕੇ ਗੁਰੂ ਨਾਨਕ ਦੇ ਦਰ ਦੇ ਹੋ ਗਏ। ਉਹ ਭਾਈ ਭਗੀਰਥ ਜੀ ਹੁਣ ਆਪਣੇ ਉਸ ਪਿਆਰੇ ਸ਼ਾਹ ਨੂੰ, ਜਿਹਦੇ ਕੋਲੋਂ ਸੌਦਾ ਲੈਣ ਗਏ ਨੇ ਮਨਸੁਖ ਨੂੰ, ਬੜੇ ਪਿਆਰ ਦੇ ਨਾਲ ਉਪਦੇਸ਼ ਦੇ ਰਹੇ ਹਨ। ਹਿਰਦੈ ਕੁਤਰ ਕਨ ਦੂਰ ਕਰੀਜੈ। ਕਹਿਣ ਲੱਗੇ ਜੇ ਗੁਰੂ ਦੇ ਦਰਸ਼ਨ ਕਰਨੇ ਨੇ, ਪਹਿਲਾਂ ਆਪਣੇ ਅੰਦਰੋਂ ਦੁਆਇਤ ਭਾਵਨਾ ਛੱਡ ਦੇ, ਕੁਤਰਤਾ ਛੱਡ ਦੇ। ਜਿਹੜੀ ਆ ਤੂੰ ਨਿੰਦਿਆ ਕਰਦਾ ਨਾ ਮਹਾਂਪੁਰਖਾਂ ਦੀ, ਠੀਕ ਹੈ ਤੈਨੂੰ ਮਿਲੇ ਹੋਣੇ ਨੇ ਪਖੰਡੀ, ਪਰ ਸਾਰੇ ਪਖੰਡੀ ਨਹੀਂ ਹੁੰਦੇ, ਪਹੁੰਚੇ ਹੋਏ ਵੀ ਹੁੰਦੇ ਨੇ। ਠੀਕ ਹੈ ਸਾਧੂਆਂ ਦੇ ਭੇਖ ਦੇ ਵਿੱਚ ਹੀ ਬੜਾ ਕੁਝ ਹੁੰਦਾ ਹੈ, ਪਰ ਉਹ ਭੇਖੀ ਨਹੀਂ, ਉਹ ਤਾਂ ਜਾ ਕੇ ਦਰਸ਼ਨ ਕਰਦਿਆਂ ਆਨੰਦ ਪ੍ਰਾਪਤ ਹੁੰਦਾ ਹੈ। ਜੇ ਗੁਰੂ ਦੇ ਦਰਸ਼ਨ ਕਰਨ ਦੀ ਤੇਰੇ ਮਨ ਵਿੱਚ ਇੱਛਾ ਹੈ ਨਾ, ਪਹਿਲਾਂ ਮਨ ਦੀ ਆ ਜਿਹੜੀ ਦੁਆਇਤ ਭਾਵਨਾ ਇਹਨੂੰ ਤਿਆਗ ਦੇ, ਕੁਤਰਕਤਾ ਜਿਹੜੀ ਹੈ ਛੱਡ ਦੇ। ਜਿਹੜੀ ਤੂੰ ਕਿੰਤੂ ਪਰੰਤੂ ਕਰਦਾ ਨਾ, ਇਹ ਸਾਰਾ ਕੁਝ ਤੈਨੂੰ ਛੱਡਣਾ ਪੈਣਾ ਹੈ। ਇਸ ਤਰ੍ਹਾਂ ਭਾਈ ਭਗੀਰਥ ਜੀ ਆਖ ਰਹੇ ਹਨ, ਸਰਦਾ ਤਾਰ ਦੇਖੀਏ ਦਰਸ਼ਨ। ਜੇ ਤੂੰ ਚਾਹੁੰਦਾ ਫਿਰ ਸ਼ਰਧਾ ਧਾਰ ਕੇ ਗੁਰੂ ਦੇ ਦਰਸ਼ਨ ਕਰੀ, ਬਿਨਾਂ ਸ਼ਰਧਾ ਤੋਂ ਨਹੀਂ। ਸ਼ਰਧਾ ਧਾਰ ਕੇ ਚੱਲ, ਮੈਂ ਤੈਨੂੰ ਗੁਰੂ ਦੇ ਦਰਸ਼ਨ ਕਰਾ ਦੇਵਾਂ। ਜੇ ਮੇਰੇ ਗੁਰੂ ਦੇ ਦਰਸ਼ਨ ਕਰਨੇ ਨੇ, ਤੇਰੇ ਮਨ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ, ਕਿਸੇ ਪ੍ਰਕਾਰ ਦੀ ਦੁਬਿਧਾ ਨਾ ਹੋਵੇ। ਇਸ ਤਰ੍ਹਾਂ ਭਾਈ ਭਗੀਰਥ ਜੀ ਆਖ ਰਹੇ ਹਨ, ਬਿਨੈ ਸਹਿਤ ਕੀ ਜੈ ਪਗ ਪਰਸਨ। ਸ਼ਰਧਾ ਧਾਰ ਕੇ ਹੱਥ ਜੋੜ ਕੇ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀ, ਤੇਰੇ ਮਨ ਦੇ ਸੰਸੇ, ਮਨ ਦੇ ਭਰਮ ਸਾਰੇ ਦੂਰ ਹੋ ਜਾਣਗੇ, ਬੰਧਨਾਂ ਤੋਂ ਮੁਕਤ ਹੋ ਜਾਏਗਾ। ਇੱਕ ਵਾਰੀ ਸ਼ਰਧਾ ਮਨ ਵਿੱਚ ਧਾਰ ਕੇ ਵੇਖ, ਜਦੋਂ ਗੁਰੂ ਦੀ ਸ਼ਰਨ ਵਿੱਚ ਜਾਏਗਾ, ਗੁਰੂ ਨੇ ਤੈਨੂੰ ਨਦਰੀ ਨਦਰ ਨਿਹਾਲ ਕਰ ਦੇਣਾ ਹੈ। ਇਸ ਪ੍ਰਕਾਰ ਭਾਈ ਭਗੀਰਥ ਜੀ ਸਮਝਾ ਰਹੇ ਹਨ, ਬਚਨ ਸੁਨਤ ਪ੍ਰਾਪਤ ਹਵੈ ਸ਼ਾਂਤਾ। ਗੁਰੂ ਦੇ ਬਚਨ ਸੁਣ ਕੇ ਮਨ ਦੇ ਵਿੱਚ ਸ਼ਾਂਤੀ ਪ੍ਰਾਪਤ ਹੁੰਦੀ ਹੈ। ਭਾਈ ਭਗੀਰਥ ਨੂੰ ਤਾਂ ਗੁਰੂ ਦੇ ਸਿੱਖ ਦੇ ਦਰਸ਼ਨ ਕਰਕੇ ਸ਼ਾਂਤੀ ਪ੍ਰਾਪਤੀ ਹੋਣੀ ਸ਼ੁਰੂ ਹੋ ਗਈ, ਮਨ ਸ਼ਾਂਤ ਹੋ ਗਿਆ, ਸ਼ਰਧਾ ਦੇ ਵਿੱਚ ਆ ਗਿਆ ਕਿ ਮੈਂ ਗੁਰੂ ਦੇ ਦਰਸ਼ਨ ਜ਼ਰੂਰ ਕਰਨੇ ਨੇ। ਇਸ ਤਰ੍ਹਾਂ ਮਨ ਦੇ ਵਿੱਚ ਸ਼ਾਂਤੀ ਧਾਰਨ ਕੀਤੀ ਹੈ। ਨਿਜ ਸਰੂਪ ਕੀ ਪਾਵਹਿ ਗਿਆਤਾ। ਕਹਿਣ ਲੱਗਾ ਮੈਂ ਆਪਣੇ ਨਿਜ ਸਰੂਪ ਨੂੰ ਜਾਣਨਾ ਚਾਹੁੰਦਾ, ਮੈਂ ਗੁਰੂ ਦੇ ਨਾਲ, ਗੁਰੂ ਦੇ ਦਰਸ਼ਨ ਕਰਕੇ ਮਨ ਦੀ ਸ਼ਾਂਤੀ ਮੈਨੂੰ ਮਿਲ ਜਾਵੇ, ਮੈਨੂੰ ਆਪਣੇ ਨਿਜ ਸਰੂਪ ਦੇ ਨਾਲ ਅੰਤਰ ਆਤਮੇ ਮਿਲਾ ਦੇਣ। ਇਸ ਪ੍ਰਕਾਰ ਭਾਈ ਭਗੀਰਥ ਨੂੰ ਭਾਈ ਮਨਸੁਖ ਜੀ ਆਖ ਰਹੇ ਹਨ, ਜੇ ਕਰ ਕਲਾ ਚਾਹਤ ਤੁਮ ਦੇਖਾ। ਭਾਈ ਭਗੀਰਥ ਜੀ ਕਹਿੰਦੇ ਜੇ ਤੂੰ ਗੁਰੂ ਦੀ ਕਲਾ ਵੇਖਣੀ ਚਾਹੁੰਦਾ ਹੈ ਤਾਂ ਇਹ ਕਲਾ ਕੋਈ ਵੱਡੀ ਗੱਲ ਨਹੀਂ ਉਹਦੇ ਵਾਸਤੇ। ਇਹ ਕਲਾ ਦਿਖਾਉਣੀ ਆ, ਕੋਈ ਜ਼ਿਆਦਾ ਵੱਡੀਆਂ ਗੱਲਾਂ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਆਪ ਆਪਣੀ ਬਾਣੀ ਦੇ ਵਿੱਚ ਬਚਨ ਕੀਤਾ ਹੈ, ਜਦੋਂ ਜੋਗੀਆਂ ਨੇ ਬਹੁਤ ਸਾਰੀਆਂ ਕਰਾਮਾਤਾਂ ਕਰਕੇ ਦਿਖਾਈਆਂ ਨਾ, ਕਿਤੇ ਆਕਾਸ਼ ਦੇ ਵਿੱਚੋਂ ਤਾਰੇ ਤੋੜ ਕੇ ਦਿਖਾ ਦਿੱਤੇ ਜੋਗੀਆਂ ਨੇ,
ਮੂੰਹ ਦੇ ਵਿੱਚੋਂ ਅੱਗ ਕੱਢ ਕੇ ਵਿਖਾ ਦਿੱਤੀ, ਹਵਾ ਦੇ ਵਿੱਚ ਉੱਡ ਕੇ ਦਿਖਾ ਦਿੱਤਾ, ਪਾਣੀ ਉੱਤੇ ਤੁਰ ਕੇ ਵਿਖਾ ਦਿੱਤਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਸਾਰਾ ਕੁਝ ਤੇ ਕਰਕੇ ਦਿਖਾ ਦਿੱਤਾ, ਕੋਈ ਬੰਦਿਆਂ ਵਾਲੀ ਗੱਲ ਆਉਂਦੀ ਹੈ ਤੁਹਾਨੂੰ, ਉਹ ਕਰਕੇ ਦਿਖਾਓ। ਉਹ ਕਹਿੰਦੇ ਜੀ ਬੰਦਿਆਂ ਵਾਲੀ ਕਿਹੜੀ ਗੱਲ ਹੁੰਦੀ ਹੈ? ਸਤਿਗੁਰੂ ਜੀ ਕਹਿੰਦੇ ਬੰਦੇ ਬੰਦਗੀ ਇਖਤਿਆਰ, ਬੰਦਗੀ ਕਰਕੇ ਵਿਖਾਓ। ਆਹ ਜਿਹੜੀਆਂ ਖੇਡਾਂ ਤੁਸੀਂ ਕਰਦੇ ਹੋ ਤਾਂ ਜਾਦੂਗਰ ਕਰਦੇ ਨੇ, ਮਦਾਰੀਆਂ ਦੀਆਂ ਗੱਲਾਂ ਨੇ। ਆਕਾਸ਼ ਵਿੱਚ ਉੱਡਣਾ ਬੰਦਿਆਂ ਦਾ ਕੰਮ ਨਹੀਂ, ਪੰਛੀਆਂ ਦਾ ਕੰਮ ਹੈ। ਤੁਸੀਂ ਆਕਾਸ਼ ਵਿੱਚ ਉੱਡ ਕੇ ਦਿਖਾ ਦਿੱਤਾ, ਉਹ ਬੰਦਿਆਂ ਵਾਲੀ ਕੋਈ ਗੱਲ ਕਰਕੇ ਵਿਖਾਓ। ਸਤਿਗੁਰੂ ਜੀ ਕਹਿੰਦੇ ਮੈਂ ਚਾਹਾਂ ਆ ਧਰਤੀ ਦੇ ਨੱਕ ਦੇ ਵਿੱਚ ਨਕੇਲ ਪਾ ਸਕਦਾ, ਚੰਦਰਮਾ ਤੇ ਸੂਰਜ ਨੂੰ ਘੋੜੇ ਬਣਾ ਕੇ ਅੱਗੇ ਉਹਦੇ ਰੱਥ ਦੇ ਲਾ ਸਕਦਾ, ਮੈਂ ਲੋਹੇ ਦਾ ਭੋਜਨ ਬਣਾ ਕੇ ਖਾ ਸਕਦਾ। ਇਹ ਗੁਰੂ ਨਾਨਕ ਦੀ ਵਡਿਆਈ ਹੈ। ਪਰ ਸਤਿਗੁਰੂ ਜੀ ਕਹਿੰਦੇ ਇਹ ਸਾਰਾ ਕੁਝ ਕਰਨ ਨਾਲ ਮੈਂ ਆਪਣੇ ਕਰਤਾ ਪੁਰਖ ਵਾਹਿਗੁਰੂ ਦੀ ਨਜ਼ਰ ਵਿੱਚ ਨਹੀਂ ਆਉਂਦਾ। ਜੇ ਉਹਦੀ ਨਜ਼ਰ ਵਿੱਚ ਨਾ ਆਇਆ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ, ਕਿਸੇ ਨੇ ਗੱਲ ਨਹੀਂ ਪੁੱਛਣੀ। ਆ ਠੀਕ ਹੈ, ਨਾਟਕ ਚੇਟਕ ਕਰਕੇ ਲੋਕਾਂ ਨੂੰ ਭਰਮਾਲ ਲੈਣ ਨਾਲ ਲੋਕ ਜੈ ਜੈਕਾਰ ਕਰਨ ਲੱਗ ਜਾਂਦੇ ਨੇ, ਪਰ ਮੇਰੇ ਪ੍ਰਮਾਤਮਾ ਦੀ ਨਜ਼ਰ ਵਿੱਚ ਨਹੀਂ ਆਉਂਦਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਿੱਖ ਕਹਿੰਦਾ ਜਿਹੜੀਆਂ ਕਲਾ ਤੂੰ ਵੇਖਣੀਆਂ ਚਾਹੁੰਦਾ ਹੈ, ਇਹ ਗੁਰੂ ਨਾਨਕ ਦੇ ਵਾਸਤੇ ਬਾਹਲੀ ਵੱਡੀ ਗੱਲ ਨਹੀਂ, ਇੱਕ ਮਾਮੂਲੀ ਜੀਆਂ ਗੱਲਾਂ ਹਨ। ਜੈ ਕੁਛ ਬਾਤ ਨ ਤਹਾਂ ਵਿਸੇਖਾ। ਇਹ ਜਿਹੜੀਆਂ ਚੀਜ਼ਾਂ ਤੂੰ ਵੇਖਣੀਆਂ ਚਾਹੁੰਦਾ ਨਾ, ਇਹ ਤਾਂ ਇਸ ਤਰ੍ਹਾਂ ਨੇ ਜਿਵੇਂ ਮੂੰਹ ਦੇ ਉੱਤੇ ਪਸੀਨੇ ਦੀਆਂ ਬੂੰਦਾਂ ਪਈਆਂ ਹੋਣ। ਇਹ ਤਾਂ ਬੂੰਦਾਂ ਨੇ ਛੋਟੀਆਂ ਛੋਟੀਆਂ। ਇਹ ਬੂੰਦਾਂ ਤੋਂ ਕੀ ਲੈਣਾ? ਤੂੰ ਅੰਮ੍ਰਿਤ ਚੱਖ ਕੇ ਵੇਖ। ਕੀ ਬੂੰਦਾਂ ਦੇ ਵੱਲ ਦੇਖਣਾ ਚਾਹੁੰਦਾ ਕਿ ਮੈਂ ਕਲਾ ਵੇਖਣੀ ਹੈ? ਭਾਈ ਭਗੀਰਥ ਕਹਿੰਦੇ ਇਹ ਨੇ ਬੂੰਦਾਂ, ਮੇਰਾ ਗੁਰੂ ਸਾਗਰ ਹੈ। ਤੂੰ ਸਾਗਰ ਵੇਖਣਾ ਹੈ ਜਾਂ ਬੂੰਦਾਂ ਵੇਖਣੀਆਂ ਨੇ? ਇਸ ਪ੍ਰਕਾਰ ਭਾਈ ਭਗੀਰਥ ਜੀ ਮਨ ਸੁਖ ਨੂੰ ਆਖ ਰਹੇ ਹਨ, ਨਿਕਟ ਤੇ ਜਲ ਕਨ ਜੋਈ। ਮੇਰਾ ਗੁਰੂ ਤਾਂ ਸਾਗਰ ਹੈ, ਤੂੰ ਬੂੰਦਾਂ ਦੀ ਗੱਲ ਕਰਦਾ ਹੈ। ਸਾਗਰ ਦੇ ਦਰਸ਼ਨ ਕਰ, ਉਹਦੇ ਦੀਦਾਰ ਕਰ, ਜਿਹੜਾ ਸਾਰੀਆਂ ਕਲਾਵਾਂ ਜਿਹਦੇ ਵਿੱਚ ਭਰੀਆਂ ਹੋਈਆਂ ਨੇ, ਉਹਦੇ ਦਰਸ਼ਨ ਕਰਨਾ ਕਰੋ। ਜਾਚੇ ਤਹਾਂ ਨ ਕਾਟੋ ਕੋਈ। ਸੋ ਜਿਹੜੀ ਵੀ ਜਾਚਨਾ ਉੱਥੇ ਕਰਕੇ ਗੁਰੂ ਦੇ ਦਰ ਤੇ ਕੋਈ ਜਾਂਦਾ, ਉਹਦੀ ਜਾਚਨਾ ਪੂਰੀ ਹੋ ਜਾਂਦੀ ਹੈ। ਕਿਸੇ ਪ੍ਰਕਾਰ ਦੀ ਕੋਈ ਘਾਟ ਨਹੀਂ, ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿੰਦੀ ਹੈ। ਨਿਸ਼ਚਾ ਕਰ ਚਲ ਮੁਝ ਸੰਗਾ। ਕਹਿੰਦੇ ਜੇ ਤੂੰ ਦਰਸ਼ਨ ਕਰਨੇ ਨੇ ਤਾਂ ਨਿਜ ਨਿਸ਼ਚੈ ਕਰ, ਆਪਣੇ ਹਿਰਦੇ ਦੇ ਵਿੱਚ ਨਿਸ਼ਚਾ ਕਰ ਲੈ ਔਰ ਮੇਰੇ ਨਾਲ ਚੱਲ, ਮੈਂ ਤੈਨੂੰ ਗੁਰੂ ਦੇ ਦਰਸ਼ਨ ਕਰਾ ਦੇਵਾਂ। ਜੇ ਕਿਤੇ ਐਦਾਂ ਦਾ ਕੋਈ ਪਿਆਰਾ ਮਿਲ ਜਾਏ, ਮਿਲਾ ਦੇਵੇ ਪ੍ਰੀਤਮ ਦੇ ਨਾਲ, ਪਿਆਰੇ ਦੇ ਨਾਲ, ਇਹੋ ਜਿਹਾ ਕੋਈ ਵਿਚੋਲਾ ਕਿਤੇ ਮਿਲਦਾ ਜਿਹੜਾ ਪ੍ਰੀਤਮ ਦੇ ਮਿਲਾਪ ਕਰਾ ਦੇਵੇ ਗੁਰੂ ਦਾ। ਭਾਈ ਭਗੀਰਥ ਜੀ ਕਹਿੰਦੇ ਹਿਰਦੇ ਦੇ ਵਿੱਚ ਸ਼ਰਧਾ ਧਾਰ ਲੈ, ਭਾਵਨਾ ਧਾਰ, ਮਨ ਵਿੱਚ ਸ਼ਰਧਾ ਧਾਰ ਕੇ ਚੱਲ, ਮੈਂ ਤੈਨੂੰ ਗੁਰੂ ਨਾਨਕ ਦੇ ਦਰਸ਼ਨ ਕਰਾਵਾਂ। ਇਸ ਤਰ੍ਹਾਂ ਭਾਈ ਭਗੀਰਥ ਜੀ ਆਖ ਰਹੇ ਹਨ, ਗੁਰ ਹੈ ਸਤਿਗੁਰ ਤੋਰੇ ਅਮੰਗਾ। ਮੇਰੇ ਸਤਿਗੁਰੂ ਦੇ ਜਦੋਂ ਤੂੰ ਦਰਸ਼ਨ ਕਰ ਲੇਗਾ, ਤੇਰੀਆਂ ਸਾਰੀਆਂ ਮਨ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਣੀਆਂ ਨੇ, ਤੇਰੇ ਬੰਧਨ ਕੱਟੇ ਜਾਣੇ ਹਨ। ਮਨ ਸੁਖ ਸੁਨ ਕਰ ਸਰੋਨਨ ਬੈਨਾ। ਜਦੋਂ ਇਹ ਗੱਲਾਂ ਭਾਈ ਭਰਥਰੀ ਦੇ ਕੋਲੋਂ ਮਨ ਸੁਖ ਨੇ ਸੁਣੀਆਂ ਨਾ ਕਿ ਤੂੰ ਮੇਰੇ ਨਾਲ ਚੱਲ, ਸ਼ਰਧਾ ਭਾਵਨਾ ਧਾਰ ਕੇ ਗੁਰੂ ਦੇ ਦਰਸ਼ਨ ਕਰ ਲੈ, ਮਨ ਦੇ ਵਿੱਚ ਗੁਰੂ ਦੇ ਦਰਸ਼ਨਾਂ ਦੀ ਚਾਹ ਜਿਹੜੀ ਹੈ ਪੈਦਾ ਹੋ ਗਈ, ਪ੍ਰਬਲ ਹੋ ਗਈ। ਫਿਰ ਭਾਈ ਮਨ ਸੁਖ ਜੀ ਇਸ ਤਰ੍ਹਾਂ ਆਖਦੇ ਹਨ, ਚਲਨ ਚਾਹੇ ਪੀਟੇ ਗਗਨ ਐਨਾ। ਆਪਣੇ ਮਨ ਦੇ ਵਿੱਚ ਵਿਚਾਰ ਕਰ ਲਈ ਕਿ ਮੈਂ ਗੁਰੂ ਦੇ ਦਰਸ਼ਨ ਕਰਾਂਗਾ ਜ਼ਰੂਰ। ਜਿਸ ਗੁਰੂ ਦੀ ਇੰਨੀ ਵਡਿਆਈ, ਇੰਨੀ ਮਹਿਮਾ ਇਸ ਸਿੱਖ ਕਰ ਰਿਹਾ ਹੈ, ਉਹਦੇ ਦਰਸ਼ਨ ਕਰਨੇ ਚਾਹੀਦੇ ਨੇ, ਉਹਦੇ ਦੀਦਾਰ ਕਰਕੇ ਆਨੰਦ ਮਾਣਨਾ ਚਾਹੀਦਾ ਹੈ। ਕਰ ਸੰਪਾਖਨ ਆਪਸ ਮਾਹੀ। ਸੋ ਇਸ ਤਰ੍ਹਾਂ ਜਦੋਂ ਮਨ ਦੇ ਵਿੱਚ ਵਿਚਾਰ ਬਣਾਈ ਨਾ ਭੋਰ ਹੋ, ਆਪਸ ਦੇ ਵਿੱਚ ਫਿਰ ਗੱਲਾਂ ਕਰਨ ਲੱਗੇ। ਕਰ ਸੰਪਾਖਣ ਆਪਸ ਮਾਹੀ, ਆਪਸ ਦੇ ਵਿੱਚ ਫਿਰ ਗੱਲਾਂ ਕਰਦੇ ਨੇ, ਬਚਨ ਵਿਲਾਸ ਕਰਦੇ ਹਨ। ਆਸਨ ਅਚਿਓ ਕੇ ਮਿਹਨਤ ਹਾਹੀ। ਕਹਿਣ ਲੱਗੇ ਸਾਰੀ ਵਸਤੂ ਤੈਨੂੰ ਮਿਲ ਗਈ, ਹੁਣ ਇੱਕ ਜਿਹੜੀ ਵਸਤੂ ਰਹਿੰਦੀ ਹੈ ਉਹਦਾ ਵੀ ਪ੍ਰਬੰਧ ਕਰਦੇ ਆ। ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਕਰਦੇ ਨੇ। ਭਾਈ ਮਨ ਸੁਖ ਜੀ ਆਖ ਰਹੇ ਹਨ, ਹੋਰ ਹੋਤ ਉਠ ਕੀਨ ਸਨਾਨਾ। ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਦੋਨਾਂ ਨੇ ਇਸ਼ਨਾਨ ਕਰਨਾ ਕੀਤਾ ਹੈ। ਸੋਜ ਬਨ ਜਲੀ ਨਿਵਿਦ ਨਾਨਾ। ਜਿੰਨੀਆਂ ਵਸਤੂਆਂ ਖਰੀਦੀਆਂ ਸੀ ਸਾਰੀਆਂ ਇਕੱਠੀਆਂ ਕਰ ਲਈਆਂ, ਜਿਹੜੀਆਂ ਥੋੜੀਆਂ ਬਹੁਤੀਆਂ ਰਹਿੰਦੀਆਂ ਸੀ ਉਹ ਵੀ ਲੈ ਆਏ। ਸਾਰੀਆਂ ਵਸਤੂਆਂ ਇਕੱਠੀਆਂ ਕੀਤੀਆਂ ਹਨ। ਮਨ ਸੁਖ ਕਹੈ ਭਗੀਰਥ ਸੰਗਾ। ਭਾਈ ਮਨ ਸੁਖ ਕਹਿੰਦੇ ਨੇ, ਹੇ ਭਗੀਰਥ,
ਇੱਕ ਜਿਹੜੀ ਚੀਜ਼ ਰਹਿ ਗਈ ਨਾ, ਚੂੜਾ ਜਿਹੜਾ ਲੈ ਕੇ ਜਾਣਾ ਹੈ, ਜੇ ਤੂੰ ਮੈਨੂੰ ਗੁਰੂ ਦੇ ਦਰਸ਼ਨ ਕਰਾਏਗਾ ਨਾ, ਉਹ ਚੂੜਾ ਮੈਂ ਇਸ ਤਰ੍ਹਾਂ ਕਰਦਾ, ਮੈਂ ਆਪਣੀ ਧੀ ਵਾਸਤੇ ਪਹਿਲਾਂ ਬਣਾ ਕੇ ਰੱਖਿਆ ਹੋਇਆ, ਕਿਉਂਕਿ ਬਹੁਤ ਸਮਾਂ ਲੱਗ ਜਾਂਦਾ। ਜਿਹੜਾ ਚੂੜਾ ਤੁਸੀਂ ਬਣਵਾਉਣਾ ਚਾਹੁੰਦੇ ਹੋ ਉਹ ਬੜਾ ਕੀਮਤੀ ਤੇ ਬੜਾ ਚੰਗਾ ਸੋਹਣੇ ਰੰਗ ਉਹਦੇ ਵਿੱਚ ਹੁੰਦੇ ਨੇ, ਬੜੀ ਸਜਾਵਟ, ਬੜੀ ਮੀਨਾਕਾਰੀ ਕੀਤੀ ਹੁੰਦੀ ਹੈ। ਮੈਂ ਆਪਣੀ ਧੀ ਦੇ ਵਿਆਹ ਵਾਸਤੇ ਤਿਆਰ ਕਰਕੇ ਰੱਖਿਆ ਸੀ, ਉਹਨੂੰ ਹਜੇ ਸਮਾਂ ਹੈ, ਉਹਦੇ ਵਾਸਤੇ ਮੈਂ ਫੇਰ ਤਿਆਰ ਕਰ ਲਾਂਗਾ। ਪਰ ਜੇ ਤੂੰ ਮੈਨੂੰ ਗੁਰੂ ਦੇ ਦਰਸ਼ਨ ਕਰਾ ਦੇਵੇਂ, ਉਹ ਚੂੜਾ ਮੈਂ ਤੈਨੂੰ ਆਪਣੇ ਘਰੋਂ ਜਿਹੜਾ ਆਪਣੀ ਧੀ ਵਾਸਤੇ ਬਣਾ ਕੇ ਰੱਖਿਆ ਹੈ, ਹੇ ਭਗੀਰਥ, ਉਹ ਚੂੜਾ ਮੈਂ ਦੇ ਦੇਵਾਂਗਾ। ਇੱਕ ਚੂੜਾ ਮਮ ਸਦਨ ਸੁਰੰਗਾ, ਉਹ ਚੂੜਾ ਜਿਹੜਾ ਮੇਰੇ ਘਰ ਦੇ ਵਿੱਚ ਸਜਾ ਕੇ ਰੱਖਿਆ ਹੋਇਆ ਹੈ, ਤਾਂ ਕੋ ਵੇਚਨ ਕਰੋ ਕਦਾਇਨ। ਕਹਿੰਦਾ ਮੈਂ ਉਹ ਚੂੜਾ ਵੇਚਣਾ ਨਹੀਂ, ਨਾ ਮੈਂ ਵੇਚਣਾ, ਨਾ ਮੈਂ ਵੇਚਣ ਦੀ ਸੋਚੀ ਹੈ। ਪਰ ਹਾਂ, ਜੇ ਕਿਤੇ ਤੂੰ ਮੈਨੂੰ ਗੁਰੂ ਦੇ ਦਰਸ਼ਨ ਕਰਾ ਦੇਵੇਂ ਨਾ, ਉਹ ਚੂੜਾ ਮੈਂ ਗੁਰੂ ਦੇ ਚਰਨਾਂ ਦੇ ਵਿੱਚ ਭੇਟ ਜ਼ਰੂਰ ਰੱਖ ਸਕਦਾ, ਵੇਚਦਾ ਨਹੀਂ ਉਹ ਚੂੜੇ ਨੂੰ। ਮੈਂ ਆਪਣੀ ਧੀ ਵਾਸਤੇ ਚੂੜਾ ਹੋਰ ਬਣਾ ਲਾਂਗਾ। ਜਿਹੜਾ ਬਣਾਇਆ ਪਿਆ, ਜਿਸ ਗੁਰੂ ਦੀ ਤੂੰ ਮਹਿਮਾ ਵਡਿਆਈ ਕਰਦਾ ਹੈ, ਉਹ ਚੂੜਾ ਮੈਂ ਉਸ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦਵਾਂਗਾ। ਸੋ ਮੈਂ ਦੇਵੋ ਤਿਨ ਹੈ ਉਪਾਇਨ, ਪਰ ਉਹ ਚੂੜਾ ਮੈਂ ਗੁਰੂ ਦੇ ਚਰਨਾਂ ਵਿੱਚ ਰੱਖਣਾ ਜੇ ਤੂੰ ਮੈਨੂੰ ਗੁਰੂ ਦੇ ਦਰਸ਼ਨ ਕਰਾਏਗਾ। ਮੈਂ ਗੁਰੂ ਦੇ ਚਰਨਾਂ ਵਿੱਚ ਭੇਟ ਜੇ ਮਤ ਤੇਰੀ, ਜੇ ਤੇਰੇ ਮਨ ਦੇ ਵਿੱਚ ਹੈ ਕਿ ਮੈਂ ਉਹ ਖਰੀਦਣਾ, ਖਰੀਦ ਨਹੀਂ ਤੂੰ ਸਕਦਾ, ਮੈਂ ਉਹ ਵੇਚਣਾ ਨਹੀਂ, ਗੁਰੂ ਦੇ ਚਰਨਾਂ ਵਿੱਚ ਜ਼ਰੂਰ ਭੇਟ ਕਰ ਦੇਵਾਂਗਾ, ਮੈਂ ਉਹਦੀ ਕੋਈ ਮਾਇਆ ਨਹੀਂ ਲੈਣੀ। ਇਸ ਪ੍ਰਕਾਰ ਭਾਈ ਭਗੀਰਥ ਨੂੰ ਮਨਸੁਖ ਜੀ ਆਖ ਰਹੇ ਹਨ, ਦੂਜੀ ਨਿਸਾ ਬਸਨ ਹਵ ਦੇਰੀ। ਜੇ ਤੂੰ ਇਹ ਚੂੜਾ ਨਹੀਂ ਖਰੀਦਣਾ, ਜੇ ਤੂੰ ਪੈਸੇ ਦੇ ਕੇ ਲੈਣਾ ਹੈ, ਫਿਰ ਤੈਨੂੰ ਇੱਕ ਰਾਤ ਇੱਥੇ ਰੁਕਣਾ ਪੈਣਾ ਹੈ, ਫਿਰ ਤੈਨੂੰ ਇੱਥੇ ਰਾਤ ਬਿਤਾਉਣੀ ਪੈਣੀ ਹੈ। ਫਿਰ ਤੂੰ ਕਹਿਣਾ ਕਿ ਗੁਰੂ ਦਾ ਬਚਨ, ਗੁਰੂ ਦਾ ਹੁਕਮ ਟੁੱਟਦਾ। ਹੁਣ ਤੇਰੀ ਮਰਜ਼ੀ ਹੈ, ਜੇ ਤਾਂ ਮੈਨੂੰ ਗੁਰੂ ਦੇ ਦਰਸ਼ਨ ਕਰਾਏਗਾ, ਫਿਰ ਤਾਂ ਤੈਨੂੰ ਮੈਂ ਉਹ ਚੂੜਾ ਜਿਹੜਾ ਮੇਰੇ ਘਰ ਪਿਆ ਉਹ ਦੇ ਦੇਣਾ, ਨਹੀਂ ਫਿਰ ਇੱਕ ਰਾਤ ਰੁਕ ਜਾ। ਇਸ ਪ੍ਰਕਾਰ ਭਾਈ ਭਗੀਰਥ ਨੂੰ ਮਨਸੁਖ ਜੀ ਆਖ ਰਹੇ ਹਨ, ਦਸ ਕਰੀਏ ਜਸ ਬਿਦ ਮਨ ਠਾਨੀ। ਹੁਣ ਜਿਸ ਤਰ੍ਹਾਂ ਤੇਰੀ ਮਰਜ਼ੀ ਹੈ ਉਸ ਤਰ੍ਹਾਂ ਕਰ, ਤਸ ਕਰੀਏ ਜਿਸ ਬਿਦ ਮਨ ਠਾਨੀ, ਜਿਵੇਂ ਤੇਰੇ ਮਨ ਦੀ ਮਰਜ਼ੀ ਹੈ। ਜੇ ਤਾਂ ਰਾਤ ਰੁਕਣਾ ਤਾਂ ਵੀ ਦੇਖ ਲੈ, ਜੇ ਨਹੀਂ ਰੁਕਣਾ, ਗੁਰੂ ਦਾ ਹੁਕਮ ਮੰਨਣਾ, ਤਾਂ ਉਹ ਚੂੜਾ ਮੈਂ ਲੈ ਚੱਲਦਾ। ਪਰ ਗੁਰੂ ਦੇ ਦੀਦਾਰ, ਗੁਰੂ ਦੇ ਦਰਸ਼ਨ, ਜਿਸ ਗੁਰੂ ਦੀ ਤੂੰ ਵਡਿਆਈ ਕਰਦਾ ਹੈ, ਜਿਹਦੀ ਮਹਿਮਾ ਕਰਦਾ, ਜਿਹਨੂੰ ਕਹਿਣਾ ਕਿ ਉਹ ਪੂਰਾ ਹੈ, ਮੈਨੂੰ ਉਸ ਪੂਰੇ ਗੁਰੂ ਦੇ ਦਰਸ਼ਨ ਕਰਵਾ ਦੇ। ਜੇ ਉਹਦੇ ਦਰਸ਼ਨ ਮੈਨੂੰ ਹੋ ਗਏ ਤਾਂ ਉਹ ਚੂੜਾ ਮੈਂ ਭੇਟਾ ਕਰ ਦਵਾਂਗਾ। ਵਿਆਹ ਸੋਜਲੇ ਕਰ ਸਵਰੂਰੀ। ਸੋ ਸਾਧ ਸੰਗ ਜੀ ਸਾਰੀ ਵਿਆਹ ਦੀਆਂ ਜਿੰਨੀਆਂ ਜਿੰਨਾ ਸਮਾਨ ਸੀ ਸਾਰਾ ਇਕੱਠਾ ਕੀਤਾ। ਹੁਣ ਦੋਨਾਂ ਨੇ ਚੱਲਣ ਦੀ ਤਿਆਰੀ ਕੀਤੀ ਹੈ। ਮਗ ਕਮਨੇ ਜੁਗ ਜਿਨ ਮਤ ਪੂਰੀ। ਦੋਨੋਂ ਜਣੇ ਤੁਰ ਪਏ ਨੇ ਸਾਧ ਸੰਗ ਜੀ, ਜਿਨ੍ਹਾਂ ਦੀ ਮਤ ਪੂਰੀ ਹੈ, ਗੁਰੂ ਦੇ ਦਰਸ਼ਨਾਂ ਦੀ ਚਾਹ ਜਿਨ੍ਹਾਂ ਦੇ ਮਨ ਦੇ ਵਿੱਚ ਹੈ, ਗੁਰੂ ਦੀਆਂ ਕਥਾ ਕਹਾਣੀਆਂ ਕਰਦੇ ਰਸਤੇ ਵਿੱਚ ਤੁਰੇ ਜਾ ਰਹੇ ਹਨ। ਮਨ ਸੁਖ ਕਹਿ ਲੈ ਮੁਝ ਨਾਮਾ। ਹੁਣ ਭਾਈ ਮਨਸੁਖ ਕਹਿੰਦੇ ਵੀ ਭਗੀਰਥ ਨੇ ਤਾਂ ਕਹਿ ਦਿੱਤਾ, ਤੂੰ ਤਾਂ ਐਵੇਂ ਬੂੰਦਾਂ ਦੀਆਂ ਗੱਲਾਂ ਕਰਦਾ, ਕਲਾ ਦੇਖਣ ਦੀਆਂ, ਇਹ ਤਾਂ ਬੂੰਦਾਂ ਨੇ, ਤੂੰ ਸਾਗਰ ਦੇ ਦਰਸ਼ਨ ਕਰੀ। ਪਰ ਹੁਣ ਜਾਂਦਿਆਂ ਜਾਂਦਿਆਂ ਭਾਈ ਮਨਸੁਖ ਕਹਿੰਦਾ, ਮੈਂ ਗੁਰੂ ਨੂੰ ਤਾਂ ਪੂਰਾ ਮੰਨਾਂਗਾ ਜੇ ਕਿਤੇ ਜਾਂਦਿਆਂ ਸਾਰ ਗੁਰੂ ਮੇਰਾ ਨਾਮ ਲੈ ਕੇ ਮੈਨੂੰ ਬੁਲਾ ਦੇਵੇ, ਮੈਨੂੰ ਗੁਰੂ ਮੇਰੇ ਨਾਮ ਲੈ ਕੇ ਮੈਨੂੰ ਬੁਲਾਵੇ, ਫਿਰ ਮੈਂ ਸਮਝਾਂਗਾ ਕਿ ਗੁਰੂ ਪੂਰਾ ਹੈ, ਮੈਂ ਉਹਦੇ ਚਰਨਾਂ ਤੇ ਮੱਥਾ ਟੇਕਾਂਗਾ। ਇਸ ਤਰ੍ਹਾਂ ਭਾਈ ਮਨਸੁਖ ਜੀ ਮਨ ਵਿੱਚ ਸੋਚਦੇ ਜਾਂਦੇ ਨੇ, ਮਨਸੁਖ ਕਹਿ ਲੈ ਮੁਝ ਨਾਮਾ, ਗੁਰੂ ਮੇਰਾ ਨਾਮ ਲੈ ਕੇ ਮੈਨੂੰ ਬੁਲਾਵੇ। ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਕਰਦਾ ਜਾ ਰਿਹਾ ਹੈ, ਕਰ ਹੈ ਵਾਹਨ ਜੇ ਸੁਖ ਧਾਮਾ। ਮੈਂ ਜਦੋਂ ਗੁਰੂ ਦੇ ਚਰਨਾਂ ਵਿੱਚ ਜਾਵਾਂਗਾ, ਮੇਰਾ ਨਾਮ ਲੈ ਕੇ ਪੁੱਛਣ ਬੁਲਾਉਣ, ਮੈਂ ਗੁਰੂ ਦੇ ਧਾਮ ਦੇ ਉੱਤੇ, ਗੁਰੂ ਦੇ ਚਰਨਾਂ ਤੇ ਜਾ ਕੇ ਨਮਸਕਾਰ ਕਰਾਂਗਾ। ਡੇਢ ਪਰਤੀਤ ਤਬ ਉਰ ਮੈਂ ਜਾਗੇ। ਫਿਰ ਮੇਰੇ ਹਿਰਦੇ ਦੇ ਵਿੱਚ ਪੂਰਨ ਵਿਸ਼ਵਾਸ, ਪੂਰੀ ਸ਼ਰਧਾ, ਦ੍ਰਿੜ ਇਰਾਦਾ ਹੋ ਜਾਏਗਾ ਜੇ ਗੁਰੂ ਨੇ ਮੇਰਾ ਨਾਮ ਲੈ ਕੇ ਬੁਲਾ ਲਿਆ। ਇਸ ਤਰ੍ਹਾਂ ਭਾਈ ਮਨਸੁਖ ਜੀ ਸੋਚਦੇ ਜਾ ਰਹੇ ਹਨ, ਸਤ ਜਾਨੋ ਮਹਿ ਏ ਦੁਖ ਦਾਗੈ। ਜੇ ਗੁਰੂ ਨੇ ਮੈਨੂੰ ਨਾਮ ਲੈ ਕੇ ਬੁਲਾ ਲਿਆ ਨਾ, ਮੈਂ ਮੰਨ ਲਵਾਂਗਾ ਕਿ ਗੁਰੂ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਮੇਰੇ ਸਾਰੇ ਦੁੱਖਾਂ ਦਾ ਨਾਸ ਹੋ ਜਾਏਗਾ। ਮੇਰੇ ਮਨ ਦੇ ਵਿੱਚ ਭਾਵਨਾ ਇਹ ਬਿਠਾਣ ਲਈ ਕਿ ਸਤਿਗੁਰੂ ਮੈਨੂੰ ਜਾਂਦੇ ਨੂੰ ਨਾਮ ਲੈ ਕੇ ਬੁਲਾਉਣ,
ਇਸ ਤਰ੍ਹਾਂ ਭਾਈ ਮਨਸੁਖ ਜੀ ਸੋਚਦੇ ਜਾ ਰਹੇ ਹਨ। ਅਸ ਵਿਦ ਉਚਰਤ ਆਪ ਸਮਾਹੀ। ਹੁਣ ਆਪਸ ਦੇ ਵਿੱਚ ਗੁਰੂ ਨਾਨਕ ਦੇ ਬਚਨ ਵਿਲਾਸ ਕਰਦੇ, ਕਥਾ ਕਹਾਣੀਆਂ ਕਰਦੇ, ਦੋਨੋਂ ਗੁਰੂ ਦੇ ਲਾਲ ਤੁਰੇ ਜਾ ਰਹੇ ਹਨ। ਤਜ ਮਾਰਗ ਪਹੁੰਚੇ ਪੁਰ ਪਾਹੀ। ਰਸਤਾ ਛੱਡ ਕੇ ਸਾਰੀ ਬਾਟ ਤੈਅ ਕਰਕੇ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਮੋਦੀ ਖਾਨੇ ਦੇ ਵਿੱਚ ਬਿਰਾਜਮਾਨ ਹਨ। ਜਹ ਆਪਨ ਪਰ ਦੀਨ ਦਸਾਲਾ। ਜਿੱਥੇ ਆਪਣ ਪਰ ਦੁਕਾਨ ਦੇ ਉੱਤੇ ਮੋਦੀ ਖਾਨੇ ਦੇ ਉੱਤੇ ਦੀਨ ਦਿਆਲ ਸਤਿਗੁਰੂ ਜੀ ਬਿਰਾਜਮਾਨ ਹੋ ਕੇ ਸੰਗਤਾਂ ਨੂੰ, ਲੋਕਾਂ ਨੂੰ, ਜਾਚਨਾ ਕਰਨ ਵਾਲਿਆਂ ਨੂੰ ਦਾਤਾਂ ਦੇ ਰਹੇ ਹਨ। ਤਹ ਆਏ ਚਲ ਕਰ ਤਤਕਾਲਾ। ਉਸ ਜਗ੍ਹਾ ਦੇ ਉੱਤੇ ਜਲਦੀ ਇਹ ਪਹੁੰਚੇ ਨੇ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਮੋਦੀ ਖਾਨੇ ਦੇ ਵਿੱਚ ਦੋਨਾਂ ਨੇ ਪਹੁੰਚਣਾ ਕੀਤਾ ਹੈ। ਅਵਲੋਕਤ ਪੇ ਉਤਪਲ ਲੋਚਨ। ਸੋ ਸਾਧ ਸੰਗਤ ਜੀ ਕਵਲ ਨੈਣ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਬੜੇ ਪਿਆਰ ਨਾਲ ਬਚਨ ਆਖੇ ਹਨ। ਬਚਨ ਉਚਾਰੇ ਪਰ ਮਹਿ ਵਿਮੋਚਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਭਰਮਾਂ ਨੂੰ ਦੂਰ ਕਰਨ ਵਾਲੇ ਸਤਿਗੁਰਾਂ ਨੇ ਬੜੇ ਪਿਆਰ ਨਾਲ ਭਾਈ ਭਗੀਰਥ ਨੂੰ ਇਉਂ ਆਖਣਾ ਕੀਤਾ ਹੈ। ਆਓ ਭਗੀਰਥ ਪਾਰੇ ਉਪਕਾਰੀ। ਸਤਿਗੁਰੂ ਜੀ ਕਹਿੰਦੇ, ਹੇ ਭਗੀਰਥ ਤੂੰ ਬੜਾ ਪਰਉਪਕਾਰੀ ਹੈ। ਲੈਣ ਵਾਸਤੇ ਤੈਨੂੰ ਸਮਾਨ ਭੇਜਿਆ ਸੀ, ਤੂੰ ਉੱਥੇ ਵੀ ਪਰਉਪਕਾਰ ਕਰਦਾ, ਤੂੰ ਬੜਾ ਪਰਉਪਕਾਰੀ ਹੈ। ਮਨ ਮਲਿਆ ਗਰ ਰੀਤ ਵਿਚਾਰੀ। ਤੂੰ ਤਾਂ ਮਲਿਆਗਰ ਭਾਵ ਚੰਦਨ ਵਾਲੀ ਰੀਤ ਅਪਣਾ ਲਈ ਹੈ। ਜਿਵੇਂ ਚੰਦਨ ਜਿਹੜਾ ਹੈ ਨਾ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਜਿਵੇਂ ਚੰਦਨ ਦੂਸਰੀਆਂ ਲੱਕੜਾਂ ਨੂੰ ਵੀ ਸੁਗੰਧੀ ਦੇ ਦਿੰਦਾ ਹੈ, ਤੂੰ ਤਾਂ ਦੂਸਰਿਆਂ ਨੂੰ ਸੁਗੰਧੀ ਦੇਣ ਲੱਗ ਪਿਆ, ਤੂੰ ਤਾਂ ਪਰਉਪਕਾਰੀ ਹੈ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰ ਰਹੇ ਹਨ। ਪੂਰਬਥੋ ਮਨ ਸੁਖ ਇਹ ਕਾਚਾ। ਸਤਿਗੁਰੂ ਜੀ ਕਹਿੰਦੇ ਪਹਿਲਾਂ ਤਾਂ ਇਹ ਕੱਲਾ ਨਾਮ ਦਾ ਹੀ ਮਨ ਸੁਖ ਸੀ, ਮਨ ਦੇ ਵਿੱਚ ਇਹਦੇ ਸੁਖ ਨਹੀਂ ਸੀ, ਦੁੱਖਾਂ ਨਾਲ ਭਰਿਆ ਹੋਇਆ। ਪਹਿਲਾਂ ਤਾਂ ਇਹ ਕੱਲਾ ਮਨ ਕਰਕੇ ਮਨ ਸੁਖ, ਨਾਮ ਦਾ ਮਨ ਸੁਖ ਸੀ, ਕੱਚਾ ਮਨ ਸੁਖ ਸੀ। ਇਸ ਤਰ੍ਹਾਂ ਸਤਿਗੁਰੂ ਜੀ ਨੇ ਬਚਨ ਕੀਤਾ ਹੈ। ਕਿਉ ਨਾਮ ਚਾਹਤ ਅਵ ਸਾਚਾ। ਤੂੰ ਇਹਦੇ ਉੱਤੇ ਪਰਉਪਕਾਰ ਕਰਕੇ ਗੁਰੂ ਦੇ ਦਰ ਦੇ ਉੱਤੇ ਲਿਆ ਕੇ ਇਹਦਾ ਨਾਮ ਸੱਚਾ ਬਣਾ ਦਿੱਤਾ। ਭਾਵ ਇਹਨੂੰ ਮਨ ਸੁਖ ਇਹਦਾ ਨਾਮ ਸੀ, ਇਹਨੂੰ ਸੱਚਾ ਮਨ ਸੁਖ ਬਣਾ ਦਿੱਤਾ। ਹੁਣ ਤੱਕ ਤਾਂ ਇਹ ਮਨ ਕਰਕੇ ਦੁਖੀਏ ਸੀ, ਨਾਮ ਮਨ ਸੁਖ ਸੀ ਪਰ ਹੈ ਬੜਾ ਦੁਖੀ। ਅੱਜ ਗੁਰੂ ਦੀ ਸ਼ਰਨ ਵਿੱਚ ਆ ਗਿਆ, ਇਹਨੂੰ ਨਾਮ ਕਰਕੇ ਮਨ ਸੁਖ ਕਰ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੰਤਰਜਾਮੀ ਸਤਿਗੁਰੂ ਜੀ ਕਹਿੰਦੇ, ਐ ਭਗੀਰਥ ਤੂੰ ਪਰਉਪਕਾਰੀ ਹੈ, ਤੂੰ ਚੰਦਨ ਵਰਗਾ ਹੈ, ਤੂੰ ਪਰਉਪਕਾਰ ਕੀਤਾ। ਇਹ ਜਿਹੜਾ ਕੱਲਾ ਨਾਮ ਦਾ ਮਨ ਸੁਖ ਸੀ, ਹੁਣ ਇਹਨੂੰ ਸੱਚਮੁੱਚ ਹੀ ਮਨ ਸੁਖ ਬਣਾ ਦਿੱਤਾ ਹੈ। ਆਪਣੋ ਸੰਗਾ। ਜਿਹਨੂੰ ਤੂੰ ਆਪਣੇ ਨਾਮ ਲੈ ਕੇ ਨਾਲ ਲੈ ਕੇ ਆ ਗਏ ਹੈ, ਇਹ ਹੁਣ ਸੱਚਾ ਮਨ ਦਾ ਸੁੱਖ ਇਹਨੂੰ ਪ੍ਰਾਪਤ ਹੋ ਗਿਆ ਹੈ। ਧਨ ਸੰਤ ਮਤ ਕੀਟੀ ਪ੍ਰੰਗਾ। ਇਹਨੇ ਧਨ ਤਾਂ ਬੜਾ ਇਕੱਠਾ ਕੀਤਾ ਹੋਇਆ, ਕਿਸੇ ਚੀਜ਼ ਦੀ ਕਮੀ ਨਹੀਂ। ਜਿਵੇਂ ਬਹੁਤ ਸਾਰਾ ਧਨ ਤੇ ਇਹਨੂੰ ਪ੍ਰਾਪਤ ਹੋ ਗਿਆ ਪਰ ਸੁੱਖ ਨਹੀਂ ਪ੍ਰਾਪਤ ਹੋਇਆ, ਸੁੱਖ ਦੀ ਕਮੀ ਹੈ। ਇਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਬਚਨ ਕਰ ਰਹੇ ਹਨ। ਸੁਨ ਬਚਤਾਏ ਚਰਨ ਲਪਟਾਏ। ਜਦੋਂ ਸਤਿਗੁਰੂ ਜੀ ਦੇ ਇਹ ਪਵਿੱਤਰ ਬਚਨ ਭਾਈ ਮਨਸੁਖ ਨੇ ਸੁਣੇ ਨਾ, ਕਿ ਪਹਿਲਾਂ ਤਾਂ ਕੱਲਾ ਨਾਮ ਦਾ ਹੀ ਮਨਸੁਖ ਸੀ, ਤੇਰੇ ਨਾਲ ਰਲ ਕੇ ਤੇਰੀ ਸੰਗਤ ਕਰਕੇ ਤੂੰ ਪਰਉਪਕਾਰੀ ਹੈ, ਤਾਂ ਇਹਨੂੰ ਗੁਰੂ ਦੀ ਸ਼ਰਨ ਵਿੱਚ ਲਿਆ ਕੇ ਸੱਚਾ ਮਨਸੁਖ ਬਣਾ ਦਿੱਤਾ। ਜਦੋਂ ਇਹ ਬਚਨ ਸੁਣਿਆ, ਮਨਸੁਖ ਨੇ ਚਰਨ ਫੜ ਲਏ ਸਤਿਗੁਰੂ ਨਾਨਕ ਪਾਤਸ਼ਾਹ ਦੇ, ਲੰਮਿਆਂ ਪੈ ਕੇ ਡੰਡੌਤ ਕੀਤੀ ਹੈ। ਮਰਹੁ ਮਿਲਿਓ ਜਲ ਅਦਕ ਤਿਸਾਏ। ਮਾਨੋ ਇੱਕ ਬਹੁਤ ਪਿਆਸੇ ਨੂੰ, ਕਈ ਦਿਨਾਂ ਦੇ ਪਿਆਸੇ ਨੂੰ ਜਲ ਮਿਲ ਗਿਆ ਹੋਵੇ। ਇਸ ਤਰ੍ਹਾਂ ਗੁਰੂ ਦੇ ਦਰਸ਼ਨ ਕਰਕੇ ਉਹਦੇ ਮਨ ਦੀ ਪਿਆਸ ਬੁਝ ਗਈ ਹੈ। ਵਿਆਹ ਸੋਜ ਤਰ ਦੀਨ ਅਗਾਰੀ। ਜਿੰਨੀ ਵਸਤੂ ਲਿਆਂਦੀ ਸੀ ਨਾ ਵਿਆਹ ਵਾਸਤੇ ਸਮੱਗਰੀ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਣਾ ਕੀਤੀ ਹੈ। ਬਾਹਰ ਭਗੀਰਥ ਗਿਰਾ ਉਚਾਰੀ। ਫਿਰ ਭਾਈ ਭਗੀਰਥ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕੀਤੀ ਹੈ। ਅਵਰ ਸਰਬ ਰਾਵਰ ਕੋ ਗਿਆਤਾ। ਫਿਰ ਸਤਿਗੁਰੂ ਜੀ ਸਾਰਾ ਕੁਝ ਤੁਸੀਂ
ਜਾਣਦੇ ਹੋ ਅੰਤਰਜਾਮੀ ਹੋ। ਇਸ ਤਰ੍ਹਾਂ ਭਾਈ ਭਗੀਰਥ ਜੀ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਹਨ। ਕਹਿਨ ਬਨੈਨ ਹੈ ਮਮ ਸੁਖ ਦਾਤਾ। ਹੇ ਸਤਿਗੁਰੂ ਜੀ, ਕੋਈ ਗੱਲ ਮੈਨੂੰ ਆਪਣੇ ਮੁਖ ਤੋਂ ਕਹਿਣੀ ਬਣਦੀ ਨਹੀਂ, ਕਿਉਂਕਿ ਤਾਂ ਕਹਾਂ ਜੇ ਤੁਸੀਂ ਅੰਤਰਜਾਮੀ ਨਾ ਹੋਵੋ। ਤੁਸੀਂ ਤਾਂ ਸਾਰੀਆਂ ਘਟ ਘਟ ਦੀਆਂ ਜਾਣਨ ਵਾਲੇ ਹੋ। ਨਾਮ ਪਤਤ ਪਾਵਨ ਸੁਨ ਸਰੋਨੇ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਮ ਪਤਤ ਪਾਵਨ ਸੁਣ ਸਰੋਨੇ, ਆਪਣੇ ਕੰਨਾਂ ਦੇ ਨਾਲ ਜਦੋਂ ਇਹ ਬਚਨ ਭਾਈ ਭਗੀਰਥ ਦੇ ਕੋਲੋਂ ਸੁਣਨਾ ਕੀਤੇ ਹਨ। ਜਹ ਆਵਾ ਤੁਮਰੋ ਸਿਖ ਹੋਨੇ। ਸਤਿਗੁਰੂ ਜੀ ਕਹਿੰਦੇ, ਹੇ ਦਾਤਾ, ਇਹ ਜਿਹੜਾ ਭਾਈ ਮਨਸੁਖ ਹੈ ਨਾ, ਮੇਰੇ ਨਾਲ ਆਇਆ, ਤੁਹਾਡਾ ਸੇਵਕ, ਤੁਹਾਡਾ ਦਾਸ ਬਣਨ ਵਾਸਤੇ ਆਇਆ। ਇਹਨੂੰ ਆਪਣਾ ਦਾਸ ਬਣਾ ਲਓ, ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲਓ। ਇਸ ਤਰ੍ਹਾਂ ਭਾਈ ਭਗੀਰਥ ਜੀ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਵਿਚੋਲੇ ਬਣ ਕੇ ਸਿਫਾਰਿਸ਼ ਕਰ ਰਹੇ ਹਨ। ਸ੍ਰੀ ਗੁਰ ਕਰਤੇ ਨ ਕੋ ਸਨਮਾਨਾ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੋਨਾਂ ਪਿਆਰਿਆਂ ਦਾ ਬੜਾ ਸਨਮਾਨ ਕੀਤਾ ਹੈ। ਬਹੁਤ ਹਕਾਰ ਲਿਓ ਮਰਦਾਨਾ। ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਆਪਣੇ ਕੋਲ ਬਣਾਉਣਾ ਕੀਤਾ ਹੈ। ਵਿਆਹ ਸਾਜ ਦੀਨੀ ਕਰ ਪੂਰੀ। ਵਿਆਹ ਦੀ ਜਿੰਨੀ ਸਮੱਗਰੀ ਸੀ ਪੂਰੀ ਕਰਕੇ, ਇਕੱਠੀ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਦੇਣਾ ਕੀਤੀ ਹੈ। ਹਰਖਤ ਪਇਓ ਬਲੋਕਤ ਰੂਰੀ। ਬਹੁਤ ਸਾਰੇ ਮਨ ਦੇ ਵਿੱਚ ਖੁਸ਼ੀ ਭਾਈ ਮਰਦਾਨਾ ਜੀ ਦੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਬੜਾ ਆਨੰਦ ਹੈ। ਦਰਬ ਸੰਗ ਪੁਨ ਦੀਨ ਮੁਕੰਦਾ। ਜਿੱਥੇ ਬਹੁਤ ਸਾਰੀ ਸਮੱਗਰੀ ਵਸਤੂਆਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਸਤਰ ਆਦਿਕ ਦਿੱਤੇ ਨੇ, ਉੱਥੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਹੁਤ ਸਾਰਾ ਧਨ ਭਾਈ ਮਰਦਾਨੇ ਨੂੰ ਫੜਾਇਆ। ਮਰਦਾਨਿਆ, ਆ ਮਾਇਆ ਲੈ ਜਾ, ਵਿਆਹ ਦੇ ਵਿੱਚ ਕੰਮ ਆਏਗੀ, ਖਰਚ ਲਈ ਜਿਸ ਤਰ੍ਹਾਂ ਲੋੜ ਪਈ। ਸਤਿਗੁਰੂ ਜੀ ਨੇ ਬਹੁਤ ਸਾਰਾ ਧਨ ਭਾਈ ਮਰਦਾਨੇ ਨੂੰ ਬੜੇ ਪਿਆਰ ਨਾਲ ਦਿੱਤਾ ਅਤੇ ਕਿਹਾ ਕਿ ਚਾਅ ਦੇ ਨਾਲ, ਖੁਸ਼ੀ ਦੇ ਨਾਲ ਆਪਣੀ ਬੱਚੀ ਦਾ ਵਿਆਹ ਕਰ। ਇਹ ਸਾਰੀਆਂ ਵਸਤੂਆਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਦੇਣਾ ਕੀਤੀਆਂ ਨੇ, ਨਾਲੇ ਬਹੁਤ ਸਾਰਾ ਧਨ ਬਖਸ਼ਿਸ਼ ਕੀਤਾ ਹੈ। ਲੈ ਗਮਨਿਓ ਉਰ ਤਾਰੇ ਅਨੰਦਾ। ਬੜਾ ਮਨ ਦੇ ਵਿੱਚ ਪ੍ਰਸੰਨ ਹੋਇਆ ਭਾਈ ਮਰਦਾਨਾ। ਸਤਿਗੁਰਾਂ ਦੇ ਚਰਨਾਂ ਦੇ ਉੱਤੇ ਬੰਦਨਾ ਕਰਕੇ, ਨਮਸਕਾਰ ਕਰਕੇ ਆਪਣੇ ਪੁਰ ਨਗਰ ਨੂੰ ਚੱਲ ਪਿਆ ਹੈ। ਤਲਵੰਡੀ ਬਹੁ ਜਸ ਵਿਸਤਾਰਾ। ਤਲਵੰਡੀ ਦੇ ਵਿੱਚ ਜਾ ਕੇ ਬਾਬੇ ਨਾਨਕ ਦਾ ਜਸ ਕੀਤਾ, ਵਡਿਆਈ ਕੀਤੀ, ਮਹਿਮਾ ਕਰਨਾ ਕੀਤੀ ਹੈ। ਕਹਿ ਨਾ ਤਿਨ ਸਮ ਅਪਰ ਉਦਾਰਾ। ਔਰ ਜਾ ਕੇ ਭਾਈ ਮਰਦਾਨਾ ਜੀ ਲੋਕਾਂ ਨੂੰ ਕਹਿੰਦਾ, ਮੇਰੇ ਸਤਿਗੁਰੂ ਗੁਰੂ ਨਾਨਕ ਵਰਗਾ ਦੁਨੀਆ ਉੱਤੇ ਕੋਈ ਨਹੀਂ। ਉਹਦੇ ਵਰਗਾ ਉਦਾਰ ਚਿੱਤ, ਉਹਦੇ ਵਰਗਾ ਵੱਡੇ ਹਿਰਦੇ ਵਾਲਾ ਇਸ ਸੰਸਾਰ ਦੇ ਉੱਤੇ ਕੋਈ ਨਹੀਂ। ਇਸ ਪ੍ਰਕਾਰ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਕਰ ਰਹੇ ਹਨ। ਗੁਰ ਸੁਲਤਾਨ ਹੈ ਮਨ ਸੁਖ ਸੋਊ। ਇਧਰੋਂ ਭਾਈ ਮਨ ਸੁਖ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੁਲਤਾਨਪੁਰ ਦੇ ਵਿੱਚ ਬਿਰਾਜਮਾਨ ਹੈ। ਸਰਦਾ ਬਦੀ ਬਿਤੇ ਦਿਨ ਦੋ। ਸਾਧ ਸੰਗਤ ਜੀ ਆਪਣੀ ਸ਼ਰਧਾ ਭਾਵਨਾ ਧਾਰਨ ਕਰਕੇ ਗੁਰੂ ਜੀ ਦੇ ਚਰਨਾਂ ਵਿੱਚ 2 ਦਿਨ ਬਿਤਾਏ ਨੇ ਭਾਈ ਮਨਸੁਖ ਨੇ। 2 ਦਿਨ ਹੋ ਗਏ ਨੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਇਆ ਨੂੰ। ਇੱਕ ਸਮੇਂ ਬੈਸੇ ਅਗ ਕੰਦਨ। ਇੱਕ ਸਮੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਕਾਂਤ ਦੇ ਵਿੱਚ ਬੈਠੇ ਹੋਏ ਹਨ। ਬੋਲਿਓ ਬਚ ਕਰ ਕਹਿ ਪਦ ਬੰਦਨ। ਸਤਿਗੁਰੂ ਜੀ ਨੂੰ ਇਕਾਂਤ ਵਿੱਚ ਬੈਠਿਆਂ ਵੇਖ ਕੇ ਨਾ, ਕੱਲਿਆਂ ਨੂੰ ਬੈਠ ਕੇ ਭਾਈ ਮਨਸੁਖ ਸਤਿਗੁਰੂ ਜੀ ਦੇ ਕੋਲ ਆਇਆ। ਹੱਥ ਜੋੜ ਕੇ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਆਪਣੀ ਰਸਨਾ ਤੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕਰਦਾ ਹੈ। ਜਗਬੰਦਨ ਇਹ ਗਰਤ ਗੁਬਾਰਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਹਿੰਦਾ, ਜਗ ਬੰਧਨ ਇਹ ਗਰਤ ਗੁਬਾਰਾ। ਇਹ ਜਿਹੜਾ ਸੰਸਾਰ ਹੈ ਨਾ, ਕੂਪ ਹਨੇਰੇ ਵਾਲਾ, ਇੱਕ ਬਹੁਤ ਡੂੰਘਾ ਖੂਹ ਹੈ ਜਿਹਦੇ ਵਿੱਚ ਕੋਈ ਅੰਨਾ ਡਿੱਗ ਪਵੇ, ਕੋਈ ਅੰਨਾ ਡਿੱਗ ਪਵੇ ਨਾ ਖੂਹ ਦੇ ਵਿੱਚ, ਉਹ ਭਟਕਦਾ ਹੈ। ਮੇਰੀ ਹਾਲਤ ਉਸ ਅੰਨੇ ਵਰਗੀ ਹੈ, ਮੈਂ ਇਸ ਖੂਹ ਦੇ ਵਿੱਚ ਡਿੱਗਿਆ ਹੋਇਆ ਹਾਂ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਭਾਈ ਮਨਸੁਖ ਬੇਨਤੀ ਕਰਦਾ, ਮੈਂ ਇਸ ਜਗਤ ਰੂਪੀ ਖੂਹ ਦੇ ਵਿੱਚ ਗਿਆਨ ਤੋਂ ਹੀਣਾ ਅੰਨਾ ਹੋ ਕੇ ਇਸ ਖੂਹ ਦੇ ਵਿੱਚ ਡਿੱਗਿਆ ਪਿਆ ਹਾਂ। ਕੁਝ ਬੂਡਨ ਤੇ ਕਰਹੁ ਉਦਾਰਾ। ਹੇ ਦਾਤਾ, ਕਿਰਪਾ ਕਰੋ, ਮੈਨੂੰ ਡੁੱਬਣ ਨਾ ਦਿਓ ਇਹਦੇ ਵਿੱਚ, ਮੈਨੂੰ ਬਾਹਰ ਕੱਢ ਲਓ ਇਸ ਖੂਹ ਦੇ ਵਿੱਚੋਂ। ਮੈਂ ਇਸ ਜਗਤ ਰੂਪੀ ਅੰਧ ਗੁਵਾਰ ਦੇ ਖੂਹ ਦੇ ਵਿੱਚ, ਜਿਹਦੇ ਵਿੱਚ ਹਨੇਰਾ ਹੀ ਹਨੇਰਾ ਹੈ, ਇਹਦੇ ਵਿੱਚ ਡੁੱਬ ਰਿਹਾ।
ਡਿੱਗਿਆ ਹੋਇਆ, ਦਾਤਾ ਕਿਰਪਾ ਕਰਕੇ ਮੈਨੂੰ ਉਸ ਖੂਹ ਦੇ ਵਿੱਚੋਂ ਬਾਹਰ ਕੱਢ ਲਓ। ਇਸ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਭਾਈ ਮਨਸੁਖ ਬੇਨਤੀਆਂ ਕਰ ਰਹੇ ਹਨ। ਨਿਸਬਾਸੁਰ ਜਿਸ ਮਹਿ ਦੁਖ ਭਾਰੀ। ਇਸ ਖੂਹ ਦੇ ਵਿੱਚ ਦਿਨ ਰਾਤ ਮੈਂ ਦੇਖਦਾ ਦੁੱਖ ਹੀ ਦੁੱਖ ਨੇ, ਕੋਈ ਵੀ ਸੁੱਖ ਮੈਨੂੰ ਨਜ਼ਰ ਨਹੀਂ ਆ ਰਿਹਾ। ਚਾਰੋਂ ਪਾਸੇ ਦੁੱਖਾਂ ਨੇ ਘੇਰਿਆ ਹੋਇਆ ਹੈ। ਇੱਕ ਅੰਧੇਰੇ ਖੂਹ ਦੇ ਵਿੱਚ ਡਿੱਗਿਆ ਜਿੱਥੇ ਦੁੱਖ ਹੀ ਦੁੱਖ ਹਨ, ਦਿਨ ਰਾਤ ਮੈਂ ਦੁਖੀ ਹੋ ਰਿਹਾ ਹਾਂ। ਇਸ ਪ੍ਰਕਾਰ ਭਾਈ ਮਨਸੁਖ ਜੀ ਬੇਨਤੀ ਕਰਦੇ ਹਨ। ਅਤ ਤ੍ਰਿਸ਼ਨਾ ਨਹਿ ਸਾਤ ਨਿਹਾਰੀ। ਐ ਦਾਤਾ, ਜਿੱਥੇ ਦੁੱਖਾਂ ਨੇ ਘੇਰਿਆ, ਤ੍ਰਿਸ਼ਨਾ ਚਿੰਬੜੀ ਹੋਈ ਹੈ, ਕਿਸੇ ਪ੍ਰਕਾਰ ਸ਼ਾਂਤੀ ਨਹੀਂ ਮਿਲ ਰਹੀ, ਮਨ ਭਟਕਦਾ ਹੈ, ਦੌੜਦਾ ਹੈ, ਚਿੰਤਾ ਵਿੱਚ ਪਿਆ ਹੋਇਆ, ਦੁਖੀ ਹੋ ਰਿਹਾ, ਦਿਨ ਰਾਤ ਭਟਕ ਰਿਹਾ ਹਾਂ। ਇਸ ਪ੍ਰਕਾਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਭਾਈ ਮਨਸੁਖ ਜੀ ਬੇਨਤੀ ਕਰਦੇ ਹਨ। ਸਰਨ ਸਰਨ ਮੈਂ ਸਰਨ ਤਿਹਾਰੀ। ਹੇ ਦਾਤਾ, ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਰੱਖ ਲੈ ਸ਼ਰਨ ਵਿੱਚ ਆਏ ਨੂੰ, ਡੁੱਬਣ ਨਾ ਦੇ, ਬਾਂਹ ਫੜ ਕੇ ਕੱਢ ਲੈ। ਸ਼ਰਨ ਸ਼ਰਨ ਮੈਂ ਸ਼ਰਨ ਤਿਹਾਰੀ, 3 ਵਾਰ ਇਹ ਬਚਨ ਕੀਤਾ। ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਂ ਤੇਰੇ ਚਰਨਾਂ ਵਿੱਚ ਆ ਗਿਆ, ਮੈਨੂੰ ਰੱਖ ਲੈ, ਮੈਨੂੰ ਬਚਾ ਲੈ ਇਸ ਦੁੱਖਾਂ ਦੇ ਸਾਗਰ ਚੋਂ, ਮੈਨੂੰ ਕੱਢ ਲੈ ਇਸ ਕੁੱਪ ਹਨੇਰੇ ਵਿੱਚੋਂ। ਭਾਈ ਮਨਸੁਖ ਜੀ ਬੇਨਤੀ ਕਰ ਰਹੇ ਹਨ। ਉਪਦੇਸੋ ਲਖ ਕਰ ਅਧਿਕਾਰੀ। ਉਪਦੇਸੋ ਲਖ ਕਰ ਅਧਿਕਾਰੀ, ਮੈਨੂੰ ਕੋਈ ਉਪਦੇਸ਼ ਦਿਓ ਅਧਿਕਾਰੀ ਜਾਣ ਕੇ, ਲੋੜਵੰਦ ਜਾਣ ਕੇ। ਮੈਂ ਜਾਚਕਾਂ ਤੁਹਾਡੇ ਦਰ ਦਾ ਮੰਗਤਾ, ਜੇ ਤੁਸੀਂ ਮੈਨੂੰ ਮੰਗਤਾ ਜਾਣਦੇ ਹੋ, ਅਧਿਕਾਰੀ ਜਾਣਦੇ ਹੋ, ਕਿਰਪਾ ਕਰਕੇ ਕੋਈ ਉਪਦੇਸ਼ ਬਖਸ਼ ਦਿਓ ਤਾਂ ਕਿ ਮੈਂ ਇਸ ਘੁੱਪ ਹਨੇਰੇ ਚੋਂ ਬਾਹਰ ਆ ਜਾਵਾਂ। ਇਸ ਪ੍ਰਕਾਰ ਸਤਿਗੁਰੂ ਜੀ ਨੂੰ ਬੇਨਤੀ ਕਰ ਰਹੇ ਹਨ। ਸੁਨਤ ਕਿਰਪਾ ਨਿਧ ਬੋਲੇ ਬਾਨੀ। ਕਿਰਪਾ ਦੇ ਖਜ਼ਾਨੇ, ਦਇਆ ਦੇ ਘਰ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਏ ਨੇ। ਫਿਰ ਇਸ ਤਰ੍ਹਾਂ ਬਚਨ ਕਰਦੇ ਹਨ। ਗਤ ਦੈਨੀ ਰਚਨਾ ਮਹਿਸਾਨੀ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੁਕਤੀ ਦੇ ਦਾਤੇ ਨੇ। ਉਹਨਾਂ ਦਾ ਮੁਕਤੀ ਦੇਣ ਵਾਲਾ ਜਿਹੜਾ ਸੁਭਾਅ ਹੈ, ਐਦਾਂ ਦਾ ਹੋਰ ਕਿਸੇ ਦਾ ਸੁਭਾਅ ਨਹੀਂ। ਉਹਨਾਂ ਦਾ ਸਾਨੀ ਕੋਈ ਨਹੀਂ ਜਿਹੜਾ ਹੋਰ ਕੋਈ ਮੁਕਤੀ ਦੇ ਸਕੇ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੁਕਤੀ ਦੇ ਦਾਤੇ ਹਨ। ਉਹਨਾਂ ਦਾ ਹੋਰ ਕੋਈ ਬਰਾਬਰ ਸਾਨੀ ਸ਼ਰੀਕ ਨਹੀਂ ਹੈ। ਜਿਹ ਸਥਾਨ ਹੋ ਮੈਂ ਮਨ ਧਾਰੀ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਜਿਹ ਸਥਾਨ ਹੋ ਮੈਂ ਮਨ ਧਾਰੀ, ਜਿਸ ਜਗ੍ਹਾ ਦੇ ਉੱਤੇ, ਜਿਸ ਸਥਾਨ ਦੇ ਉੱਤੇ, ਮਨ ਰੂਪੀ ਸਥਾਨ ਦੇ ਵਿੱਚ, ਭਾਵ ਜਿਹਦੇ ਮਨ ਦੇ ਵਿੱਚ, ਜਗ੍ਹਾ ਦਾ ਅਰਥ ਹੈ ਮਨ ਵਿੱਚ, ਮਨ ਦੇ ਵਿੱਚ ਇਸ ਪ੍ਰਕਾਰ ਹਉਮੈ ਧਾਰੀ ਹੋਵੇ ਨਾ, ਜਿੱਥੇ ਹੰਕਾਰ ਹੋਵੇ। ਸਤਿਗੁਰੂ ਜੀ ਕਹਿੰਦੇ, ਜਿਸ ਜਗ੍ਹਾ ਤੇ ਹੰਕਾਰ ਹੁੰਦਾ ਹੈ, ਹਉਮੈ ਹੁੰਦੀ ਹੈ, ਮਮ ਕਰ ਮਮ ਤਨ ਮਮ ਸੁਤ ਨਾਰੀ। ਜਿੱਥੇ ਬਸ ਇਹੀ ਗੱਲ ਰਹਿੰਦੀ ਹੈ, ਮੇਰਾ ਘਰ, ਮੇਰੇ ਪੁੱਤਰ, ਮੇਰੀਆਂ ਧੀਆਂ, ਮੇਰੀ ਪ੍ਰਾਪਰਟੀ, ਮੇਰੀ ਨਾਰ। ਜਿਹੜਾ ਮਨੁੱਖ ਇਹਨਾਂ ਗੱਲਾਂ ਦੇ ਵਿੱਚ ਉਲਝ ਜਾਂਦਾ ਹੈ, ਮਮ ਪਰਿਵਾਰ ਦੇਸ ਅਸ ਹਾਥੀ। ਸੋ ਇਸ ਪ੍ਰਕਾਰ ਜਿਹੜਾ ਕਹਿੰਦਾ ਮੇਰਾ ਪਰਿਵਾਰ ਹੈ, ਮੇਰਾ ਦੇਸ਼ ਹੈ, ਮੇਰੇ ਹਾਥੀ ਘੋੜੇ, ਇਸ ਪ੍ਰਕਾਰ ਮੇਰੀ ਮੇਰੀ ਕਰਦਾ ਹੈ, ਭਾਵ ਜਿੱਥੇ ਮੈਂ ਵਸਦੀ ਹੈ। ਇਹ ਮਮ ਗ੍ਰਾਮ ਸੈਨ ਮਮ ਸਾਥੀ। ਜਿਹੜਾ ਕਹਿੰਦਾ ਇਹ ਗ੍ਰਾਮ ਮੇਰਾ, ਇਹ ਨਗਰ ਮੇਰਾ, ਇਹ ਦੇਸ਼ ਮੇਰਾ, ਇਹ ਸਾਥੀ ਮੇਰੇ ਹਨ। ਸਤਿਗੁਰੂ ਜੀ ਕਹਿੰਦੇ, ਜਿਸ ਜਗ੍ਹਾ ਦੇ ਉੱਤੇ ਮੈਂ ਰਹਿੰਦੀ ਹੈ ਨਾ, ਉਸ ਗੱਲ ਦਾ ਜ਼ਿਕਰ ਸਤਿਗੁਰੂ ਜੀ ਕਰਦੇ ਹਨ। ਦੇਹਾਦਿਕ ਤੇ ਅਪਰ ਪਦਾਰਥ। ਹੋਰ ਜਿੰਨੇ ਵੀ ਪਦਾਰਥ ਨੇ, ਜਿੱਥੇ ਮੈਂ ਵਸਦੀ ਹੈ, ਪਦਾਰਥਾਂ ਦੀ ਹਉਮੈ, ਧਨ ਦੌਲਤ ਦਾ ਹੰਕਾਰ, ਜ਼ਮੀਨ ਜਾਇਦਾਦ ਦਾ ਹੰਕਾਰ, ਪਰਿਵਾਰ ਦਾ ਹੰਕਾਰ, ਇਸ ਪ੍ਰਕਾਰ ਦੀ ਹੋਰ ਪਦਾਰਥਾਂ ਦੀ ਹਉਮੈ ਜਿੱਥੇ ਵਸਦੀ ਹੈ। ਜਹਾਂ ਜੀਵ ਮਮ ਧਰੀ ਅਕਾਰਥ। ਜਿਸ ਜਗ੍ਹਾ ਦੇ ਉੱਤੇ ਅਕਾਰਥ, ਇਹ ਸਾਰੀਆਂ ਚੀਜ਼ਾਂ ਜੀਵ ਨੇ ਬਿਰਥਾ ਮਮਤਾ ਧਾਰਨ ਕੀਤੀ ਹੋਈ ਹੈ। ਇਹਨਾਂ ਦੇ ਵਿੱਚ, ਇਹ ਸਾਰੇ ਪਦਾਰਥਾਂ ਦੇ ਵਿੱਚ ਜਿਹੜੀ ਮਮਤਾ ਧਾਰੀ ਹੈ ਨਾ, ਸਤਿਗੁਰੂ ਜੀ ਕਹਿੰਦੇ ਬਿਰਥਾ ਹੈ, ਇਹ ਤਾਂ ਤੇਰੀ ਸੇਵਾ ਵਾਸਤੇ ਨੇ, ਇਹ ਸਦਾ ਰਹਿਣ ਵਾਲੀਆਂ ਕੋਈ ਚੀਜ਼ਾਂ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇਹ ਬਿਆਰਥ ਸਕਾਰਥ ਨੇ, ਇਹ ਜਿਹੜੀਆਂ ਕੰਮ ਆਉਣ ਵਾਲੀਆਂ ਵਸਤੂਆਂ ਨਹੀਂ ਹਨ। ਤਹਾਂ ਹੋਤ ਨਿਤ ਦੁਖ ਕੋ ਸੰਗੀ। ਸਤਿਗੁਰੂ ਜੀ ਕਹਿੰਦੇ, ਹੇ ਮਨ ਸੁਖ, ਜੇ ਤੂੰ ਸਦਾ ਸੁਖੀ ਹੋਣਾ ਚਾਹੁੰਦਾ ਨਾ, ਇਸ ਮੈਂ ਨੂੰ ਕੱਢ ਦੇ। ਜਿਹੜਾ ਮੇਰਾ ਘਰ, ਮੇਰੀ ਜ਼ਮੀਨ, ਮੇਰੀ ਧਨ ਦੌਲਤ, ਮੇਰਾ ਪਰਿਵਾਰ, ਮੇਰੇ ਧੀਆਂ ਪੁੱਤਰ, ਮੇਰੀ ਪਤਨੀ, ਮੇਰਾ ਇੰਨੀ ਪ੍ਰਾਪਰਟੀ ਹੈ, ਮੇਰਾ ਆਹ ਦੇਸ਼ ਹੈ, ਮੇਰੀਆਂ ਇੰਨੀਆਂ ਦੁਕਾਨਾਂ ਨੇ,
ਮੇਰੇ ਕੋਲ ਐਨੇ ਪਦਾਰਥ ਨੇ। ਸਤਿਗੁਰੂ ਜੀ ਕਹਿੰਦੇ ਬਸ ਇਹ ਮੈਂ ਨੂੰ ਕੱਢ ਦੇ ਅੰਦਰੋਂ, ਮੈਂ ਖਤਮ ਕਰ ਦੇ। ਜਿੱਥੇ ਮੈਂ ਆ ਨਾ ਉੱਥੇ ਦੁੱਖ ਹੀ ਦੁੱਖ ਨੇ, ਉੱਥੇ ਦੁੱਖਾਂ ਦਾ ਵਾਸਾ ਹੈ। ਇਸ ਮੈਂ ਨੂੰ ਆਪਣੇ ਅੰਦਰੋਂ ਕੱਢਣਾ ਕਰ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਉਪਦੇਸ਼ ਬਖਸ਼ਦੇ ਹਨ। ਵਹੇ ਵਾਸਨਾ ਅਦਕ ਅਪੰਗੀ। ਉਸ ਜਗ੍ਹਾ ਦੇ ਉੱਤੇ ਵਾਸਨਾ ਦਾ ਵਾਸਾ ਹੁੰਦਾ ਹੈ, ਵਿਕਾਰਾਂ ਦਾ ਵਾਸਾ ਹੁੰਦਾ ਹੈ, ਦੁੱਖਾਂ ਦਾ ਵਾਸਾ ਹੁੰਦਾ ਹੈ। ਜੇ ਸੁਖੀ ਰਹਿਣਾ ਹੈ ਤਾਂ ਇਸ ਮੈਂ ਨੂੰ, ਇਸ ਹਉਮੈ ਨੂੰ ਮਾਰ ਲੈ। ਸਤਿਗੁਰੂ ਜੀ ਇਸ ਤੋਂ ਅੱਗੇ ਕੀ ਕੀ ਉਪਦੇਸ਼ ਭਾਈ ਮਨਸੁਖ ਨੂੰ ਦਿੰਦੇ ਨੇ, ਕਿਸ ਤਰ੍ਹਾਂ ਗੁਰੂ ਦੇ ਸਿੱਖ ਗੁਰੂ ਦੇ ਚਰਨਾਂ ਦੇ ਭੌਰੇ, ਗੁਰੂ ਦੇ ਸੇਵਕ ਬਣਦੇ ਨੇ, ਬਾਕੀ ਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਸਤਿਗੁਰੂ ਜੀ ਸੱਚਾ ਉਪਦੇਸ਼ ਆਪਣੇ ਸਿੱਖਾਂ ਨੂੰ ਦੇ ਰਹੇ ਨੇ। ਸੋ ਸਾਧ ਸੰਗਤ ਜੀ, ਕੋਈ ਵੀ ਰਸਨਾ ਬਾਂਝੀ ਨਾ ਰਹੇ, ਨਾਲ ਨਾਲ ਉਚਾਰਨ ਵੀ ਕਰਿਆ ਕਰੋ। ਔਰ ਗੁਰੂ ਦਾ ਉਪਦੇਸ਼ ਸਰਵਣ ਕਰਨ ਵਾਸਤੇ ਵੱਧ ਚੜ੍ਹ ਕੇ ਹਾਜ਼ਰੀਆਂ ਗੁਰੂ ਦਰਬਾਰ ਦੇ ਵਿੱਚ ਲਾਇਆ ਕਰੋ ਜੀ। ਆਓ ਸਾਰੇ ਮਿਲ ਕੇ ਉਚਾਰਨ ਕਰੋ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਦਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ, ਜਾਂ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਣ ਹਾਰ, ਹੇ ਸੰਤਾਂ ਕੈ ਸਦਾ ਸੰਗ ਨੇਦਾਰਾਂ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਧੰਨ 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 ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ। ਧੰਨ 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 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਓ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ, ਆਪ ਜੀ ਦੇ ਪਾਵਨ ਪਵਿੱਤਰ ਜਨਮ ਸਥਾਨ ਦੇ ਉੱਤੇ ਆਪ ਦੀਆਂ ਸੰਗਤਾਂ ਨੇ, ਬੱਚਿਆਂ ਨੇ ਮਿਲ ਕੇ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਕੀਤੀ ਹੈ। ਵਿਚਾਰਾਂ ਕਰਦਿਆਂ ਕੋਲੋਂ, ਸਰਵਣ ਕਰਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਨੇ। ਅਣਜਾਣ ਸੇਵਕ ਬੱਚੇ ਜਾਣ ਕੇ ਮਾਫ ਕਰਨਾ। ਸਤਿਗੁਰੂ ਜੀ ਅੱਗੇ ਤੋਂ ਸਮਤ ਬਖਸ਼ਣੀ, ਵਿਚਾਰ ਸੁੱਧ ਤੇ ਸਪਸ਼ਟ ਕਰਨ ਦਾ ਤੇ ਸੁਣਨ ਦਾ ਬਲ ਤੇ ਉਦਮ ਬਖਸ਼ਣਾ। ਦਰ ਆਈ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਜੋ ਤਿਲ ਫੁੱਲ ਭੇਟ ਕੀਤਾ ਸਭ ਦਾ ਪ੍ਰਵਾਨ ਕਰਨਾ। ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਣੀ। ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਦਾ ਬਲ, ਵਿਦਿਆ ਦਾ ਦਾਨ, ਗੁਰਸਿੱਖੀ ਜੀਵਨ ਬਖਸ਼ਣਾ। ਦੇਸ਼ ਕੌਮ ਦਾ ਪਿਆਰ, ਉਮਰਾਂ ਲੰਬੀਆਂ ਕਰਨੀਆਂ, ਚੜ੍ਹਦੀਆਂ ਕਲਾ ਕਰਨੀਆਂ, ਚਰਨ ਕਮਲਾਂ ਦੀ ਪ੍ਰੀਤ ਬਖਸ਼ਣੀ। ਸਤਿਗੁਰੂ ਜੀ ਸਰਬੱਤ ਦੇ ਕਾਰਜ ਰਾਸ ਕਰਨੇ, ਸਰਬੱਤ ਸੰਗਤਾਂ ਨੂੰ ਚੜ੍ਹਦੀਆਂ ਕਲਾ, ਤੰਦਰੁਸਤੀਆਂ ਬਖਸ਼ਣੀਆਂ। ਆਪਣੇ ਚਰਨ ਕਮਲਾਂ ਦੀ ਪ੍ਰੀਤ, ਹਰ ਰੋਜ਼ ਦੀ ਸੰਗਤ ਬਖਸ਼ਿਸ਼ ਕਰਨੀ ਜੀ। ਸਹੀ ਪੈਰਾਂ ਦਾ ਮੇਲ ਕਰਾਉਣਾ, ਜਿਨ੍ਹਾਂ ਮਿਲੇ ਆਪ ਦਾ ਨਾਮ ਚਿੱਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।